ਗੁਰੂ ਰੂਪ ਦੇ ਅੰਦਰ ਅੱਜ ਸਤਿਗੁਰੂ ਜੀ ਸੰਸਾਰ ਵਿੱਚ ਪ੍ਰਗਟ ਹੋਏ ਸਨ, ਜਿਸ ਦਾ ਜ਼ਿਕਰ ਕਰਦਿਆਂ ਹੋਇਆਂ ਗੁਰਬਾਣੀ ਵਿੱਚ ਹੀ ਗੁਰੂ ਘਰ ਦੇ ਸਵਾਰੇ ਰਾਗੀ ਸਾਹਿਬਾਨ, ਰਬਾਬੀ ਸਾਹਿਬਾਨ, ਭਾਈ ਸਾਹਿਬ ਭਾਈ ਸੱਤਾ ਜੀ, ਭਾਈ ਸਾਹਿਬ ਭਾਈ ਬਲਵੰਡ ਜੀ, ਜਿਨ੍ਹਾਂ ਨੇ ਆਪਣੀ ਬਾਣੀ ਦੇ ਅੰਦਰ, ਆਪਣੀ ਵਾਰ ਦੇ ਅੰਦਰ 7ਵੀਂ ਪੌੜੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਕੀ ਉਸਤਤ ਕਰਦਿਆਂ ਮਹਾਰਾਜ ਸਾਹਿਬ ਜੀ ਦਾ ਸੰਸਾਰ ਵਿੱਚ ਪ੍ਰਗਟ ਹੋਣਾ ਤੇ ਇਸ ਪਾਵਨ ਘਟ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਜੋਤ ਦਾ ਪ੍ਰਕਾਸ਼ ਹੋਣਾ, ਗੁਰੂ ਪਦਵੀ ਤੇ ਵਿਰਾਜਮਾਨ ਹੋਣਾ, ਇਸ ਨੂੰ ਪੂਰੀ ਕਰਾਮਾਤ ਕਹਿ ਕੇ ਬਿਆਨਿਆ ਹੈ। ਉਵੇਂ ਤੇ ਆਪਾਂ ਜਦੋਂ ਕਿਤੇ ਕੋਈ ਗੱਲ ਕਰੀਏ, ਕੋਈ ਸਾਨੂੰ ਕਵੇ ਕਰਾਮਾਤ ਕੀ ਹੁੰਦੀ ਹੈ, ਅਸੀਂ ਕੇਵਲ ਇੰਨੀ ਵਿਆਖਿਆ ਕਰ ਸਕਦੇ ਹਾਂ, ਜਿਹੜੀ ਘਟਨਾ ਸਾਡੀ ਸਮਝ ਤੋਂ ਬਾਹਰ ਦੀ ਘਟੀ ਹੈ, ਉਹ ਘਟਨਾ ਮਨੁੱਖ ਲਈ ਕਰਾਮਾਤ ਮੰਨੀ ਜਾਂਦੀ ਹੈ। ਕਰਾਮਾਤ ਕੋਈ ਵੱਡੀ ਸ਼ੈ ਨਹੀਂ ਹੁੰਦੀ, ਪਰੰਤੂ ਜਿਨ੍ਹਾਂ ਗੁਪਤ ਕਲਾ, ਗੁਪਤ ਤਾਕਤਾਂ ਦਾ ਸਾਨੂੰ ਭੇਦ ਨਹੀਂ ਹੁੰਦਾ ਤੇ ਉਹਨਾਂ ਨੂੰ ਜਾਣਨ ਵਾਲਾ ਕੋਈ ਗੁਰਮੁਖ ਜਦੋਂ ਉਹ ਕਲਾ ਵਰਤਾ ਦਿੰਦਾ, ਉਹ ਖੇਡ ਬਣਾ ਦਿੰਦਾ, ਸਾਡੇ ਸਾਰੇ ਸੰਸਾਰਿਕ ਮਨੁੱਖਾਂ ਲਈ ਉਹ ਕਰਾਮਾਤ ਮੰਨੀ ਜਾਂਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਜੀਵਨ ਦੀ ਗੱਲ ਕਰਦਿਆਂ ਸਤਿਕਾਰਯੋਗ ਰਬਾਬੀ ਭਾਈ ਸਾਹਿਬ ਜੀ ਹੋਰਾਂ ਨੇ ਸ਼ਬਦ ਹੀ ਇਹ ਵਰਤੇ ਨੇ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਤਾਰਿਆ। ਸਿਰਜਣਹਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਅੱਜ ਦੇ ਦਿਨ ਆਪ ਆਪਣਾ ਇੱਕ ਅਵਤਾਰ ਇਸ ਸ੍ਰਿਸ਼ਟੀ ਦੇ ਵਿੱਚ ਧਾਰਨ ਕੀਤਾ ਹੈ। ਤੇ ਮੈਂ ਬੇਨਤੀ ਕੀਤੀ, ਅੱਜ ਦਾ ਦਿਨ ਬੜੇ ਭਾਗਾਂ ਵਾਲਾ ਹੈ, ਕਿਉਂਕਿ ਸਾਡੀ ਤਵਾਰੀਖ ਇੱਕ ਇਹ ਵੀ ਘਟਨਾ, ਇਹ ਵੀ ਗੱਲ ਸਾਡੇ ਸਨਮੁਖ ਰੱਖਦੀ ਹੈ। ਸੰਨ 1534 ਜਿਸ ਦਿਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਕੇ ਪ੍ਰਕਾਸ਼ ਹੁੰਦੇ ਨੇ, ਇੱਕ ਐਸਾ ਦਿਨ ਹੈ ਜਿਸ ਦਿਨ 4 ਗੁਰੂ ਸਰੀਰ ਇਸ ਧਰਤੀ ਤੇ ਮੌਜੂਦ ਨੇ। ਚਲੋ ਇੱਕ ਤੇ ਅਸੀਂ ਮੰਨਦੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਅਗੰਮੀ ਜੋਤ, ਜੋਤ ਰੂਪ ਹਰ ਆਪ, ਗੁਰੂ ਨਾਨਕ ਸਾਹਿਬ ਆਪ ਅਜੇ ਪਹਿਲੇ ਸਰੀਰ ਵਿੱਚ ਉਹ ਜੋਤ ਪ੍ਰਕਾਸ਼ਮਾਨ ਹੈ। ਉਹਦੇ ਨਾਲ ਨਾਲ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਵੀ ਸਰੀਰ ਕਰਕੇ ਇਸੇ ਧਰਤੀ ਤੇ ਨੇ। ਤੀਸਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਵੀ ਸਰੀਰ ਕਰਕੇ ਇਸੇ ਧਰਤੀ ਤੇ ਨੇ। ਤੇ ਅੱਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਵੀ ਅਵਤਾਰ ਹੋਇਆ ਹੈ। ਸਾਡੇ ਇਤਿਹਾਸਕਾਰਾਂ ਨੇ ਜੋ ਤੱਥ ਪੇਸ਼ ਕੀਤੇ ਨੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕੀ ਆਯੂ ਕੋਈ 65 ਵਰਿਆਂ ਦੇ ਲਗਭਗ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਆਯੂ ਕੋਈ 34-35 ਵਰਿਆਂ ਦੇ ਲਗਭਗ ਹੈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਆਯੂ ਕੋਈ 55 ਵਰਿਆਂ ਦੇ ਲਗਭਗ ਨਿਕਲਦੀ ਹੈ। ਤੇ ਚੌਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਅੱਜ ਪ੍ਰਕਾਸ਼ ਹੋਏ।
ਅਜੇ ਜੋਤ ਭਾਵੇਂ ਪਹਿਲੇ ਸਰੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਕੀ ਉਸ ਕਾਇਆ ਦੇ ਅੰਦਰ ਹੀ ਜਗਮਗਾ ਰਹੀ ਹੈ। ਜਗਤ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਰੂ ਨੇ, ਪਰੰਤੂ ਅਸੀਂ ਇਹ ਕਹਿ ਸਕਦੇ ਹਾਂ ਵੀ ਅਗਲੇ ਜਿਨ੍ਹਾਂ 4 ਸਰੀਰਾਂ ਦੇ ਵਿੱਚ ਇਸ ਜੋਤ ਨੇ ਵਰਤਣਾ ਹੈ, ਇਸ ਜੋਤ ਨੇ ਜਗਮਗਾਉਣਾ ਹੈ, ਇਹ ਨੂਰ ਵਰਤਣਾ ਹੈ, ਜਿਨ੍ਹਾਂ 4 ਘਰਾਂ ਦੇ ਵਿੱਚ ਇਸ ਜੋਤ ਨੇ ਟਿਕਣਾ ਹੈ, ਕਾਇਨਾਤ ਨੇ ਉਹ 4 ਥਾਵਾਂ ਪਹਿਲੇ ਹੀ ਤਿਆਰ ਕਰ ਦਿੱਤੀਆਂ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜਿਹੜੇ ਕੋਈ 1532 ਤੋਂ 39 ਤੱਕ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ 7 ਵਰ੍ਹਿਆਂ ਦੇ ਲਗਭਗ ਗੁਰੂ ਨਾਨਕ ਦੇ ਦਰ ਤੇ ਰਹਿ ਕੇ ਕਿਰਪਾ ਮਾਨ ਰਹੇ ਨੇ। ਫਿਰ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ, ਜਿਨ੍ਹਾਂ ਨੇ ਕੋਈ 12 ਵਰ੍ਹੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਦਾ ਤਪ ਕਰ ਲਿਆ। ਉਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਜੀਵਨ ਵਿੱਚ ਝਾਤ ਮਾਰੀਏ, ਉਹਨਾਂ ਵੀ ਕੋਈ 21 ਵਰ੍ਹੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਕਰਕੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕੇ ਘਰ ਸੇਵਾ ਦਾ ਤਪ ਕਰ ਲਿਆ। ਸੋ ਬੜੀ ਅਗੰਮੀ ਕਥਾ ਹੈ ਗੁਰੂ ਰਾਮਦਾਸ ਸਾਹਿਬ ਮਹਾਰਾਜ ਕੇ ਜੀਵਨ ਦੀ। ਆਪਾਂ ਵੀ ਅੱਜ ਦੇ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਹੀ ਇੱਕ ਯਤਨ ਕਰਨਾ, ਕਿਉਂਕਿ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਜੀਵਨ ਦੀ ਜਿੰਨੀ ਸਿਫਤ ਗੁਰੂ ਜੀ ਕੇ ਰਬਾਬੀ, ਗੁਰੂ ਦਰਬਾਰ ਵਿੱਚ ਰਹਿਣ ਵਾਲੇ ਭੱਟ ਕਵੀ ਸਾਹਿਬਾਨ ਜਾਂ ਗੁਰਬਾਣੀ ਵਿੱਚੋਂ ਸਾਨੂੰ ਮਿਲਦੀ ਹੈ, ਸੱਚਮੁੱਚ ਜੇ ਕਿਤੇ ਇੱਕ ਸਿੱਖ ਇਹਨਾਂ 3 ਸੋਮਿਆਂ ਦੇ ਵਿੱਚੋਂ ਗੁਰੂ ਰਾਮਦਾਸ ਸਾਹਿਬ ਜੀ ਕੇ ਦਰਸ਼ਨ ਕਰੇ, ਫਿਰ ਅਸੀਂ ਕਹਿ ਸਕਦੇ ਹਾਂ ਵੀ ਉਸ ਸਿੱਖ ਨੂੰ ਕਿਸੇ ਤੋਂ ਪੁੱਛਣਾ ਨਹੀਂ ਪੈਣਾ ਵੀ ਗੁਰੂ ਕੀ ਹੁੰਦਾ ਤੇ ਗੁਰੂ ਦੀ ਭਗਤੀ ਕਿਵੇਂ ਕੀਤੀ ਜਾਂਦੀ ਹੈ। ਕਿਸੇ ਤੋਂ ਨਹੀਂ ਪੁੱਛਣਾ ਪੈਣਾ ਇਹ, ਕਿਉਂਕਿ ਇਹ 3 ਸੋਮੇ ਗੁਰਬਾਣੀ, ਬਾਬਾ ਸੱਤਾ ਬਲਵੰਡ ਜੀ ਕੀ ਅੰਮ੍ਰਿਤ ਬਾਣੀ ਵਾਰ ਹੈ ਸਾਰੇ ਬਾਣੀ ਵਿੱਚ। ਚਲੋ ਇਸ ਤੋਂ ਅਲੱਗਾ ਮੈਂ ਕਹਾਂਗਾ ਸਾਡੇ ਇਤਿਹਾਸਕਾਰਾਂ ਨੇ, ਪੁਰਾਤਨ ਸਾਖੀਕਾਰਾਂ ਨੇ, ਮਹਿਮਾ ਪ੍ਰਕਾਸ਼ ਗ੍ਰੰਥ ਵਾਲਿਆਂ ਨੇ, ਹੋਰ ਗ੍ਰੰਥਕਾਰਾਂ ਨੇ, ਸੂਰਜ ਪ੍ਰਤਾਪ ਵਾਲਿਆਂ ਨੇ ਬਹੁਤ ਘਟਨਾਵਾਂ ਚੌਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਜੀਵਨ ਦੀਆਂ ਸਾਡੇ ਸਨਮੁਖ ਰੱਖੀਆਂ ਨੇ। ਪਰ ਇਹ ਉਹ ਜੀਵਨ ਹੈ, ਇਹ ਉਹ ਕਿਰਪਾ ਹੈ ਜਿਹਦੀ ਕਥਾ ਅਕਥ ਹੈ, ਜਿਹਦਾ ਜ਼ਿਕਰ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਸਾਡੇ ਸ਼ਬਦ ਅਧੂਰੇ ਹੁੰਦੇ ਨੇ। ਗੁਰੂ ਪੂਰਾ ਹੈ, ਗੁਰੂ ਦੀ ਕਲਾ ਪੂਰੀ ਹੈ, ਪੂਰਾ ਗੁਰੂ ਪੂਰੀ ਜਾ ਕੀ ਕਲਾ, ਗੁਰ ਕਾ ਸ਼ਬਦ ਸਦਾ ਸਦ ਅਟੱਲਾ। ਉਹਨੂੰ ਕਥਨ ਕਰਨਾ ਬੜਾ ਔਖਾ ਹੁੰਦਾ ਹੈ, ਪਰੰਤੂ ਫਿਰ ਵੀ ਆਪਾਂ ਇੱਕ ਯਤਨ ਕਰਨਾ ਗੁਰੂ ਚਰਨਾਂ ਦੇ ਵਿੱਚੋਂ ਅਸੀਸ ਲੈ ਕਰਕੇ, ਕਿਉਂਕਿ ਅੱਜ ਮਹਾਰਾਜ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਕੇ ਪਾਵਨ ਪਵਿੱਤਰ ਬਚਨ ਜਿਹੜੇ ਸਾਨੂੰ ਵਿਚਾਰ ਲਈ ਪ੍ਰਾਪਤ ਹੋਏ ਨੇ, ਉਹਦੇ ਵਿੱਚ ਵੀ ਰਹਾਉ ਕੀ ਟੇਕ ਇਹੀ ਹੈ, ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਹਾਂ ਜਿਹੜੇ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ। ਸਪਸ਼ਟ ਜਿਹੇ ਅਰਥ ਨੇ, ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ। ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਨਿਰਭਉ ਪੁਰਖ, ਗੁਰੂ ਦੀ ਮਾਤਰਾ ਹੀ ਉਸ ਦੇ ਗਿਆਨ ਨੂੰ ਆਪਣੇ ਅੰਦਰ ਵਸਾਇਆ ਜਾ ਸਕਦਾ। ਇਸ ਤੁਕ ਦੇ ਅਰਥ ਨੇ। ਹੁਣ ਜੇ ਇਹਨਾਂ ਅਰਥਾਂ ਨੂੰ ਵਿਸਥਾਰ ਸਹਿਤ ਵੇਖੀਏ ਨਾ, ਤੇ ਮੈਂ ਬੇਨਤੀ ਕਰਾਂਗਾ, ਜਿਸ ਤਰ੍ਹਾਂ ਦੀ ਭਗਤੀ ਸਾਨੂੰ ਗੁਰੂ ਰਾਮਦਾਸ ਚੌਥੇ ਸਤਿਗੁਰੂ ਜੀ ਕੇ ਜੀਵਨ ਵਿੱਚੋਂ ਮਿਲਦੀ ਪਈ ਹੈ। ਚਲੋ ਅੱਜ ਉਹਨਾਂ ਦਾ ਪੁਰਬ ਹੈ,
ਤੇ ਅਸੀਂ ਯਤਨ ਕਰਨਾ ਹੈ ਮਹਾਰਾਜ ਜੀ ਕੇ ਜੀਵਨ ਵਿੱਚੋਂ ਹੀ ਸਾਰੀ ਸਿਫਤ ਸੁਣਨ ਸਮਝਣ ਦਾ। ਜਿਸ ਤਰ੍ਹਾਂ ਦੀ ਭਗਤੀ, ਜਿਸ ਤਰ੍ਹਾਂ ਨਾਲ ਜਗਜੀਵਨ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਮਨ ਵਿੱਚ ਨਿਰਭਉ ਦਾਤੇ ਨੂੰ ਵਸਾਇਆ ਤੇ ਗੁਣਗਾਨ ਕਰ ਰਹੇ ਨੇ। ਫਿਰ ਨਿਰਭਉ ਦਾਤੇ ਨੂੰ, ਜਗਜੀਵਨ ਪੁਰਖ ਨੂੰ ਹਿਰਦੇ ਵਿੱਚ ਵਸਾ ਕਰਕੇ ਜਿਸ ਪਦਵੀ ਤੱਕ ਉਹ ਪਹੁੰਚੇ ਨੇ, ਉਹ ਸੱਚਮੁੱਚ ਉਹਨਾਂ ਦੇ ਜੀਵਨ ਦੀ ਇੱਕ ਵਿਲੱਖਣ ਘਟਨਾ, ਵਿਲੱਖਣ ਇਤਿਹਾਸ ਹੈ। ਸੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਜੀਵਨ ਦੀ ਮੈਂ ਫਿਰ ਕਵਾਂਗਾ ਅਕੱਥ ਕਥਾ ਹੈ। ਸਤਿਕਾਰਯੋਗ ਭੱਟ ਸਾਹਿਬ ਜੀ, ਉਹਨਾਂ ਨੇ ਮਹਾਰਾਜ ਸਾਹਿਬ ਜੀ ਕੇ ਜੀਵਨ, ਉਹਨਾਂ ਦੇ ਦਰਬਾਰ, ਮਹਾਰਾਜ ਸਾਹਿਬ ਜੀ ਕੇ ਪਾਵਨ ਮੁਖ ਤੋਂ ਉਚਾਰਨ ਹੋਣ ਵਾਲੀ ਬਾਣੀ ਦੀ ਸਿਫਤ ਆਪਣਿਆਂ ਪਾਵਨ ਲਫ਼ਜ਼ਾਂ ਵਿੱਚ ਅੰਕਿਤ ਕੀਤੀ। ਬਹੁਤ ਲੰਬੇਰੀ, ਕੋਈ 60 ਸਵਈਏ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੀ ਵਡਿਆਈ ਵਿੱਚ, ਉਸਤਤ ਵਿੱਚ, ਗੁਰੂ ਦਰਬਾਰ ਦੀ ਸ਼ੋਭਾ, ਗੁਰੂ ਕਾ ਬਾਣੀ, ਗੁਰੂ ਕੇ ਬਚਨਾਂ ਦੀ ਸ਼ੋਭਾ ਉਹਨਾਂ ਗਾਇਨ ਕੀਤੀ। ਹੁਣੇ ਵੀ ਮੈਂ ਇੱਕ ਬਚਨ ਪੜ੍ਹਿਆ, ਮੰਗਲ ਚਰਨ ਦੇ ਰੂਪ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਚਰਨਾਂ ਵਿੱਚ ਭੱਟ ਕੀਰਤ ਜੀਆਂ ਨੇ ਇੱਕ ਅਰਦਾਸ ਕੀਤੀ। ਬੇਨਤੀ ਕਰਦੇ ਨੇ, ਭੱਟ ਜੀ ਕਹਿੰਦੇ ਨੇ, ਦਾਤਾ ਜੀ ਸਾਡੀ ਜ਼ਿੰਦਗੀ 'ਚ ਗੁਣ ਕੋਈ ਨਹੀਂ ਹੈ, ਔਗਣਾਂ ਨਾਲ ਭਰੇ ਹੋਏ ਹਾਂ, ਸਾਡੇ ਕੋਲ ਕੋਈ ਦਸ਼ਾ ਨਹੀਂ, ਅਸੀਂ ਦਿਸ਼ਾਹੀਨ ਹਾਂ। ਹਮ ਔਗਣ ਪਰ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਬੇਖਾਈ। ਅਸੀਂ ਅੰਮ੍ਰਿਤ ਰੂਪ ਖੁਰਾਕ ਨੂੰ ਛੱਡ ਕਰਕੇ ਵਿਸ਼ਿਆਂ ਵਿਕਾਰਾਂ ਵਿੱਚ ਗ੍ਰਸੇ ਹੋਏ ਜੀਵ ਹਾਂ। ਪਰੰਤੂ ਹਾਂ, ਤੁਹਾਡੇ ਪਿਆਰ ਵਾਲੇ, ਤੁਹਾਡੇ ਸੂਝਵਾਨ ਗੁਰਸਿੱਖਾਂ ਪਾਸੋਂ ਤੁਹਾਡੇ ਦਰਬਾਰ ਦੀ ਇੱਕ ਸਿਫਤ ਸੁਣੀ ਹੈ ਕਿ ਕਿੰਨਾ ਵੀ ਕੋਈ ਜੀਵ ਵਿਸ਼ਿਆਂ 'ਚ ਕਿਉਂ ਨਾ ਗ੍ਰਸਿਆ ਹੋਵੇ, ਕਿੰਨਾ ਵੀ ਕੋਈ ਵਿਕਾਰਾਂ ਵਿੱਚ ਖਚਿਤ ਕਿਉਂ ਨਾ ਹੋਵੇ, ਜਿਸ ਦਿਨ ਤੁਹਾਡੇ ਦਰ 'ਤੇ ਆ ਕੇ ਅਰਦਾਸ ਕਰਦਾ ਹੈ, ਜਿਸ ਦਿਨ ਉਹ ਜੀਵ ਤੁਹਾਡੀ ਨਦਰ ਦਾ ਪਾਤਰ ਬਣਦਾ ਹੈ, ਤੁਸੀਂ ਉਹਦਾ ਉਦਾਰ ਕਰ ਲੈਂਦੇ ਹੋ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਜਮ ਤਰਾਸ ਦਾ ਭਾਵ ਜਮਾਂ ਦੀ ਜਿਹੜੀ ਪੀੜ, ਜਮਾਂ ਦਾ ਜਿਹੜਾ ਡਰ ਹੈ, ਮੁੱਕ ਗਿਆ। ਉੱਥੇ ਉਹ ਕਹਿੰਦੇ ਨੇ ਇੱਕ ਅਰਦਾਸ, ਇਹ ਉਹਨਾਂ ਦੀ ਬੜੀ ਪਿਆਰੀ ਬੇਨਤੀ ਹੈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਹੈ ਗਰੀਬ ਨਿਵਾਸ ਸਤਿਗੁਰੂ ਆਪ ਜੀ ਕੇ ਚਰਨਾਂ ਵਿੱਚ, ਇਹਨਾਂ ਸੇਵਕਾਂ ਨੂੰ ਆਪਣੀ ਸ਼ਰਨ ਵਿੱਚ ਰੱਖ ਲਿਓ। 60 ਸਵਈਏ ਨੇ ਗੁਰਬਾਣੀ ਵਿੱਚ, 60 ਜਿਹੜੇ ਕੋਈ 11 ਭੱਟ ਸਾਹਿਬਾਨਾਂ ਜੀਆਂ ਦੇ ਰਲ ਕੇ ਗੁਰੂ ਜੀਵਨ ਦੀ ਉਸਤਤ ਕੀਤੀ, ਜਿਹਦੇ ਵਿੱਚੋਂ ਕੁਝ ਭੱਟ ਜੀਆਂ ਨੇ ਕੇਵਲ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਜੀਵਨ ਦੀ ਗੱਲ ਕੀਤੀ। ਕੇਵਲ, ਚਲੋ ਅੱਜ ਪ੍ਰਕਾਸ਼ ਦਿਹਾੜਾ ਹੈ, ਥੋੜ੍ਹਾ ਜਿਹਾ ਪ੍ਰਕਾਸ਼ ਸੰਬੰਧੀ ਵੀ ਮੈਂ ਬੇਨਤੀ ਕਰਾਂਗਾ, ਪਰੰਤੂ ਪਹਿਲਾਂ ਭੂਮਿਕਾ ਰੂਪ ਵਿੱਚ ਥੋੜ੍ਹੀ ਜਿਹੀ ਸਿਫਤ ਕਰ ਲਈਏ, ਕਿਉਂਕਿ ਜਿੰਨੀ ਸਿਫਤ ਗੁਰੂ ਦੀ ਕੀਤੀ ਜਾਏ ਓਨਾ ਹੀ ਮਨੁੱਖਾ ਮਨ ਨੂੰ ਇੱਕ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ। ਭੱਟ ਜੀ ਕਹਿੰਦੇ ਨੇ ਇੱਕ ਅਰਦਾਸ ਹੈ ਗਰੀਬ ਨਿਵਾਜ ਆਪ ਜੀ ਕੇ ਚਰਨਾਂ ਅੰਦਰ, ਅਸੀਂ ਵੀ ਵਿਸ਼ਿਆਂ 'ਚ ਗ੍ਰਸੇ ਹੋਏ ਹਾਂ, ਵਿਕਾਰਾਂ 'ਚ ਲਪਟੇ ਹੋਏ ਹਾਂ, ਅੰਮ੍ਰਿਤ ਛੱਡ ਕੇ ਬਿਖ ਸੰਗ੍ਰਹਿ ਕਰਦੇ ਹਾਂ, ਪਰ ਸੁਣਿਆ ਤੁਹਾਡੇ ਦਰ 'ਤੇ ਆਇਆ ਹਰ ਬੰਦਾ ਬਖਸ਼ਿਆ ਜਾਂਦਾ ਹੈ, ਹਰ ਬੰਦਾ ਆਤਮਿਕ ਖੁਰਾਕ ਭੋਗਦਾ ਹੈ, ਸਾਨੂੰ ਵੀ ਸ਼ਰਨ ਰੱਖ ਲਿਓ। ਫਿਰ ਉਹਨਾਂ ਨੇ ਕਲਮ ਲਈ, ਕਾਗਜ਼ ਲਿਆ, ਗੁਰੂ ਦਰਬਾਰ ਦੀ ਸ਼ੋਭਾ ਤੱਕੀ, ਗੁਰੂ ਮੁਖ ਤੋਂ ਬਾਣੀ ਸੁਣੀ, ਗੁਰੂ ਦੇ ਘਰ ਦੀਆਂ ਬਖਸ਼ਿਸ਼ਾਂ ਤੱਕੀਆਂ, ਤੇ ਉਹਨਾਂ ਨੇ ਫਿਰ ਸਵਈਏ ਲਿਖਣੇ ਪ੍ਰਾਰੰਭ ਕਰ ਦਿੱਤੇ। ਬਹੁਤ ਪਿਆਰੀ ਬਾਣੀ ਉਹਨਾਂ ਅੰਕਿਤ ਕੀਤੀ ਹੈ, ਬਹੁਤ ਪਿਆਰੇ ਬਚਨ ਨੇ, ਕਿਉਂਕਿ ਭਾਵਨਾ ਵਾਲੇ ਗੁਰਸਿੱਖ ਮੈਂ ਵੇਖਿਆ ਰੋਜ਼ਾਨਾ ਨੇਮ ਬਣਾ ਕੇ ਇਸ ਬਾਣੀ ਦਾ ਵੀ ਪਾਠ ਕਰਦੇ ਨੇ। ਸਵਈਏ ਮਹੱਲੇ ਚੌਥੇ ਕੇ, ਉੱਥੇ ਉਹਨਾਂ ਨੇ ਵਚਨ ਲਿਖੇ ਨੇ, ਇੱਕ ਮਨ ਪੁਰਖ ਨਿਰੰਜਨ ਧਿਆਵੋ, ਗੁਰ ਪ੍ਰਸਾਦ ਹਰ ਗੁਣ ਸਦ ਗਾਵੋ। ਇੱਕ ਮਨ, ਇੱਕੋ ਮਨ ਇਕਾਗਰ ਹੋ ਕਰਕੇ ਮੈਂ ਉਸ ਕਾਲਖ ਤੋਂ ਰਹਿਤ ਨਿਰੰਜਨ ਪ੍ਰਮਾਤਮਾ ਨੂੰ ਧਿਆਉਣਾ। ਪਰੰਤੂ ਧਿਆਉਣਾ ਕਿਵੇਂ ਹਾਂ? ਗੁਰੂ ਦੀ ਕਿਰਪਾ ਦੇ ਨਾਲ। ਗੁਰ ਪ੍ਰਸਾਦ ਹਰ ਗੁਣ ਸਦ ਗਾਵੋ, ਗੁਰੂ ਦੀ ਕਿਰਪਾ ਨਾਲ ਰੱਬ ਜੀ ਤੁਹਾਡੇ ਗੁਣ ਗਾਉਣ ਲੱਗਾ, ਮੇਰੇ ਤੇ ਤਰਸ ਕਰਿਓ, ਮੈਨੂੰ ਗੁਣ ਗਾਉਣ ਦੀ ਜਾਚ ਆ ਜਾਏ।
ਮੇਰੇ ਤੇ ਕਿਰਪਾ ਕਰੋ ਮੈਂ ਗੁਣ ਗਾ ਸਕਾਂ। ਗੁਰ ਪ੍ਰਸਾਦ ਹਰ ਗੁਣ ਸਦ ਗਾਉ, ਗੁਣ ਗਾਵਤ ਮਨ ਹੋਏ ਬਿਗਾਸਾ। ਸਤਿਗੁਰ ਪੂਰ ਜਨਹਿ ਕੀ ਆਸਾ। ਕਿਉਂਕਿ ਅਸੀਂ ਕਹਾਂਗੇ ਗੁਣ ਗਾਇਆ ਕੀ ਮਿਲਦਾ। ਅੱਜ ਸਾਡਾ ਵੀ ਇਹ ਤਰਕ ਹੋ ਸਕਦਾ ਵੀ ਗੁਣ ਗਾਇਆ ਮਿਲਦਾ ਕੀ ਹੈ। ਚਲੋ ਮਹਾਰਾਜ ਸਾਹਿਬ ਜੀ ਕੀ ਬਾਣੀ ਤੇ ਸਾਨੂੰ ਹਰ ਰੋਜ਼ ਹੀ ਪ੍ਰੇਰਨਾ ਕਰਦੀ ਹੈ, ਆਪਣੇ ਰੱਬ ਜੀ ਦੇ ਗੁਣ ਗਾਓ, ਸਿਫਤ ਕਰੋ। ਕੀ ਮਿਲਦਾ ਸਿਫਤ ਕੀਤਿਆਂ? ਭੱਟ ਜੀ ਕਹਿੰਦੇ ਨੇ ਗੁਣ ਗਾਵਤ ਸਦ ਹੋਏ ਵਿਗਾਸਾ। ਵਿਗਾਸ ਹੁੰਦਾ ਹੈ, ਖੇੜਾ ਮਿਲਦਾ, ਆਨੰਦ ਆਉਂਦਾ ਹੈ। ਜਿਸ ਵਿਗਾਸ ਸਦਕਾ ਭਗਤਾਂ ਦਾ ਦੁੱਖ ਪਾਪ ਮੁੱਕਦਾ ਹੈ ਨਾ, ਇਹ ਉਹ ਵਿਗਾਸ ਹੈ। ਗੁਣ ਗਾਵਤ ਮਨ ਹੋਏ ਵਿਗਾਸਾ, ਸਤਿਗੁਰੂ ਪੂਰ ਜਨਹਿ ਕੀ ਆਸਾ। ਹੈ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਕੇ ਸੇਵਕ ਦਰ ਤੇ ਆਏ ਨੇ, ਇਹਨਾਂ ਦੀ ਆਸਾ ਪੂਰਨ ਕਰ ਦਿਓ। ਸਤਿਗੁਰੂ ਪੂਰ ਜਨਹਿ ਕੀ ਆਸਾ। ਅੱਗੇ ਉਹਨਾਂ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ। ਭੱਟ ਜੀ ਕਹਿੰਦੇ ਨੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੇਕਰ ਆਪ ਜੀ ਕੇ ਜੀਵਨ ਦੀ ਗੱਲ ਕਰੀਏ ਤੇ ਆਪ ਇਤਨੇ ਕੁ ਗੁਣਾਂ ਨਾਲ ਭਰਪੂਰ ਹੋ, ਇਤਨੀ ਕੁ ਵੱਡੀ ਬਖਸ਼ਿਸ਼ ਆਪਣਿਆਂ ਸੇਵਕਾਂ ਤੇ ਕਰਦੇ ਹੋ ਕਿ ਅਸੀਂ ਕਹਿ ਸਕਦੇ ਹਾਂ ਬਾਬਾ ਹਰਦਾਸ ਸਾਹਿਬ ਜੀ ਦੇ ਪੁੱਤਰ ਚੌਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਅੰਮ੍ਰਿਤ ਸਰੋਵਰ ਨਾਲ ਭਰੇ ਹੋਏ ਹੋ। ਉਹਨਾਂ ਨੇ ਬੜਾ ਪਿਆਰਾ ਬਚਨ ਅੱਗੇ ਲਿਖਿਆ। ਉਹ ਕਹਿੰਦੇ ਨੇ ਅਵਿਨਾਸੀ ਅਵਗਤ ਧਿਆਵੋ। ਅਵਿਨਾਸੀ ਅਕਾਲ ਪੁਰਖ ਪਰਮਾਤਮਾ, ਵਿਗਤ ਜਿਹਦੀਆਂ ਕੌਤਕਾਂ ਨੂੰ, ਜਿਹਦੀ ਗਤੀ ਨੂੰ ਲਖਿਆ ਨਹੀਂ ਜਾਂਦਾ ਉਹਦਾ। ਅੱਗੇ ਉਹ ਕਹਿੰਦੇ ਨੇ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਕਬ ਕਲ ਠਾਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਰ ਭਰੇ। ਹਰ ਨਾਮ ਰਸਿਕ। ਚਲੋ ਇਹ ਥੋੜ੍ਹੇ ਜਿਹੜੀਆਂ ਜ਼ਿਕਰ ਗੁਣ ਆ ਰਹੇ ਨੇ ਇਹਨਾਂ ਨੂੰ ਆਪਾਂ ਅੱਗੇ ਬਾਣੀ ਵਿੱਚੋਂ ਵੇਖਣਾ ਹੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪ੍ਰਕਾਸ਼ ਹੁੰਦਾ, ਕਿਹੜੇ ਪੁਰਖ ਨੇ? ਹਰ ਨਾਮ ਰਸਿਕ। ਨਾਮ ਰਸਿਕ ਜਿਨ੍ਹਾਂ ਦੀ ਸੁਰਤੀ ਹਰ ਵਕਤ ਅਕਾਲ ਪੁਰਖ ਪਰਮਾਤਮਾ ਦੇ ਨਾਮ ਵਿੱਚ ਭਿੱਜੀ ਰਹਿੰਦੀ ਹੈ। ਇਹਨਾਂ ਦਾ ਧਿਆਨ ਹਰ ਵਕਤ ਉਸ ਅਕਾਲ ਪੁਰਖ ਪਰਮਾਤਮਾ ਵਿੱਚ ਜੁੜਿਆ ਰਹਿੰਦਾ ਹੈ। ਸੁਬਾ ਭਾਈ ਸਾਹਿਬ ਜੀ ਆਸਾ ਦੀ ਵਾਰ ਪ੍ਰਾਰੰਭ ਕਰਦੇ ਨੇ, ਭਾਵੇਂ ਕਿ ਬਾਣੀ ਗੁਰੂ ਨਾਨਕ ਸਾਹਿਬ ਜੀ ਕੀ ਗਾਈ ਜਾਂਦੀ ਹੈ, ਪੌੜੀਆਂ ਮਹਾਰਾਜ ਸਾਹਿਬ, ਸ਼ਲੋਕ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੇ, ਪਰੰਤੂ ਸਭ ਤੋਂ ਪਹਿਲਾਂ ਛੰਤ ਗੁਰੂ ਰਾਮਦਾਸ ਸਾਹਿਬ ਜੀ ਕਾ ਹੀ ਪੜਿਆ ਜਾਂਦਾ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਮਨ ਰਾਮ ਕਸਵੱਟੀ ਲਾਇਆ, ਕੰਚਨ ਸੋ ਵਿੰਨਾ। ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨ ਭਿੰਨਾ। ਹਰ ਨਾਮ ਰਸਿਕ। ਅੱਗੇ ਲਿਖਦੇ ਨੇ ਗੋਬਿੰਦ ਗੁਣ ਗਾਹਕ। ਗੋਬਿੰਦ ਅਕਾਲ ਪੁਰਖ ਪਰਮਾਤਮਾ, ਉਹਨਾਂ ਦੇ ਗੁਣਾਂ ਦੇ ਗਾਹਕ। ਤੁਸੀਂ ਨਾਮ ਵਿੱਚ ਭਿੱਜੇ ਹੋਏ ਤੇ ਗੋਬਿੰਦ ਦੇ ਗੁਣਾਂ ਦੇ ਗਾਹਕ, ਸਾਂਝ ਪਾਉਣ ਵਾਲੇ, ਚਾਹਕ ਤਤ। ਰੱਬੀ ਨਾਮ ਦਾ ਜਿਹੜਾ ਤਤ ਅਨੁਭਵ ਹੈ ਉਸ ਦੇ ਪ੍ਰਾਪਤ ਕਰਤਾ। ਚਾਹਕ ਤਤ ਸਮਤ ਸਰੇ। ਸਮਦ੍ਰਿਸ਼ਟੀ ਵਿੱਚ ਵਰਤਣ ਵਾਲੇ, ਸਮਦ੍ਰਿਸ਼ਟਤਾ ਦੇ ਵਿੱਚ ਸਦਾ ਰਹਿਣ ਵਾਲੇ। ਸਮਤ ਸਰੇ ਆ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਅੱਗੇ ਕਹਿਣ ਲੱਗੇ ਅਸੀਂ ਕਹਿ ਸਕਦੇ ਹਾਂ ਕਬ ਕਲ ਠਾਕੁਰ ਹਰਦਾਸ ਤਨੇ। ਕੱਲ ਕਵੀ ਕਲ ਸਹਾਰ ਜੀ ਨੇ, ਠਾਕੁਰ ਹਰਦਾਸ ਸਤਿਕਾਰਯੋਗ ਬਾਬਾ ਹਰਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਕੇ ਪਿਤਾ ਜੀ। ਤਨੇ ਸੁਪੁੱਤਰ, ਤਨੁਜ ਇਹ ਸੰਸਕ੍ਰਿਤੀ ਦਾ ਲਫ਼ਜ਼ ਹੈ। ਤਨੁਜ ਉੱਥੋਂ ਇਹ ਲਫ਼ਜ਼ ਪੰਜਾਬੀ ਵਿੱਚ ਆਇਆ ਤਨੇ। ਠਾਕੁਰ ਹਰਦਾਸ ਤਨੇ, ਕਬ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ। ਸਰ ਦਾ ਮਤਲਬ ਸਰੋਵਰ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਉਹ ਸਰੋਵਰ ਹੋ ਜਿਹੜੇ ਅਭਰ ਭਰੇ, ਜਿਹੜੇ ਅੰਮ੍ਰਿਤ ਸਰੋਵਰ, ਅੰਮ੍ਰਿਤ ਨਾਮ ਦੇ ਨਾਲ ਸਦੀਵ ਭਰੇ ਹੋਏ ਹੋ, ਉਹ ਸਰੋਵਰ। ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੀ ਵੱਡੀ ਉਸਤਤ ਉਹਨਾਂ ਨੇ ਕੀਤੀ ਹੈ। ਹੋਰ ਵੀ ਸਵਈਆਂ ਦੇ ਵਿੱਚ ਬੇਅੰਤ ਵੱਡੀਆਂ ਵਡਿਆਈਆਂ ਗੁਰੂ ਕੇ ਜੀਵਨ ਦੀਆਂ ਉਹਨਾਂ ਨੇ ਕੀਤੀਆਂ ਹਨ, ਪਰੰਤੂ ਜੋ ਅੱਜ ਦਿਨ ਮਨਾਇਆ ਜਾ ਰਿਹਾ, ਥੋੜ੍ਹਾ ਜਿਹਾ ਅਸੀਂ ਉਸ ਦਿਨ 'ਤੇ ਵੀ ਝਾਤ ਮਾਰਨੀ ਹੈ। ਕਿਉਂਕਿ ਅੱਜ ਸਮੁੱਚੇ ਸੰਸਾਰ ਭਰ ਵਿੱਚ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਇਤਿਹਾਸਿਕ ਸਥਾਨ ਤੋਂ ਲੈ ਕਰਕੇ ਹਰ ਨਗਰ ਖੇੜੇ ਵਿੱਚ, ਸ਼ਹਿਰ ਵਿੱਚ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਬਾਣੀ ਪ੍ਰਕਾਸ਼ ਹੈ, ਉੱਥੇ ਅੱਜ ਬੜੇ ਭਾਵਨਾ ਸਹਿਤ ਸਿੱਖ ਸੰਗਤਾਂ ਮਹਾਰਾਜ ਸਾਹਿਬ ਜੀ को ਯਾਦ ਕਰ ਰਹੀਆਂ ਨੇ, ਉਹ ਦਿਨ ਮਨਾ ਰਹੀਆਂ ਨੇ। ਜਿਸ ਦਿਨ
ਗੁਰੂ ਕਾ ਅਵਤਾਰ ਹੁੰਦਾ ਹੈ, ਗੁਰੂ ਪ੍ਰਗਟ ਹੁੰਦਾ। ਚਲੋ ਗੁਰੂ ਦੇ ਪ੍ਰਗਟ ਹੋਣ ਸੰਬੰਧੀ ਜਿਹੜੀ ਘਟਨਾ ਸਾਖੀ ਹੈ ਉਹ ਵੀ ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ ਨੇ ਆਪ ਹੀ ਬਾਣੀ ਵਿੱਚ ਦਰਜ ਕੀਤੀ ਹੈ। ਮਹਾਰਾਜ ਸਾਹਿਬ ਜੀ ਕੀ ਲਿਖੀ ਬਾਣੀ ਗੌੜੀ ਕੀ ਵਾਰ, ਉਹਦੇ ਵਿੱਚ ਇੱਕ ਅਸੀਂ ਬਚਨ ਪੜ੍ਹਦੇ ਹਾਂ, ਉਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸਾਰਾ ਗੁਰੂ ਦੇ ਪ੍ਰਗਟ ਹੋਣ ਦਾ, ਸੰਸਾਰ ਵਿੱਚ ਆਉਣ ਦਾ ਤੇ ਮਾਤਾ ਪਿਤਾ ਕੁੱਲ ਸਾਰੀ ਚੀਜ਼ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਉਹ ਪਾਵਨ ਵਚਨ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਈ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨਾ ਡਿਠਾ ਤਿਨ ਲਏ ਛਡਾਏ। ਹਰ ਸਤਿਗੁਰੂ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਈ। ਇਹ ਗੁਰੂ ਰਾਮਦਾਸ ਸਾਹਿਬ ਜੀ ਕੇ ਬਚਨ ਨੇ ਗੁਰਮੁਖੋ। ਧਰਤੀ ਹਰਿਆਵਲੀ ਹੈ, ਹਰਿਆਵਲੀ ਤੋਂ ਭਾਵ ਖੇੜੇ ਵਾਲੀ, ਮਹਿਕ ਵਾਲੀ, ਆਨੰਦ ਵਾਲੀ, ਕਿਉਂਕਿ ਜਿਨ੍ਹਾਂ ਥਾਵਾਂ ਤੇ ਗੁਰੂ ਦੇ ਮੁਬਾਰਕ ਚਰਨ ਪਏ ਨੇ, ਤੁਸੀਂ ਵੇਖੋ ਭਾਵਾਂ ਸਦੀਆਂ ਬੀਤ ਗਈਆਂ ਨੇ ਸਰੀਰ ਕਾਲ ਵਿੱਚੋਂ ਗੁਰੂ ਨੂੰ ਰੁਖਸਤ ਹੋਇਆਂ ਸ਼ਬਦ ਵਿੱਚ ਆਇਆ, ਪਰੰਤੂ ਉਹ ਥਾਂ ਅੱਜ ਵੀ ਸਿੱਖਾਂ ਦੇ ਪੂਜਣ ਯੋਗ ਨੇ, ਜਿਨ੍ਹਾਂ ਥਾਵਾਂ ਤੇ ਗੁਰੂ ਦੇ ਮੁਬਾਰਕ ਚਰਨ ਪਏ, ਗੁਰੂ ਦੀ ਆਮਦ ਹੋਈ, ਗੁਰੂ ਆਪ ਬੈਠਾ। ਅੱਜ ਵੀ ਬਾਣੀ ਵਿੱਚ ਵੀ ਸਿਫਤ ਹੈ ਕਿ ਗੁਰਸਿੱਖਾਂ ਨੇ ਉਹ ਥਾਂ ਭਾਲੇ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਉਹ ਥਾਂ ਭਾਲੇ, ਫਿਰ ਭਾਲ ਕਰਕੇ ਤੇ ਉਹਨਾਂ ਥਾਵਾਂ ਤੇ ਜਾ ਕਰਕੇ ਗੁਰੂ ਕੇ ਯਾਦਗਾਰ ਸਥਾਨ ਬਣਾਏ ਤੇ ਬਹਿ ਕਰਕੇ ਘੰਟਿਆਂ ਵਧੀ ਆਪ ਸਿਮਰਨ ਕੀਤਾ ਤੇ ਜੀਵਨ ਵਧੀ ਉੱਥੇ ਸੇਵਾ ਕੀਤੀ, ਕਿਉਂਕਿ ਉਹਨਾਂ ਥਾਵਾਂ ਦਾ ਮਹਾਤਮ ਕਦੀ ਮੁੱਕ ਹੀ ਨਹੀਂ ਸਕਦਾ। ਉਹ ਥਾਂ ਸੱਚਮੁੱਚ ਐਸੇ ਥਾਂ ਨੇ ਜਿਨ੍ਹਾਂ ਥਾਵਾਂ ਤੇ ਗੁਰੂ ਕੇ ਸਰੀਰ ਧਾਰਨ, ਗੁਰੂ ਕੇ ਸਿਮਰਨ ਸਦਕਾ ਸਦਾ ਦੇ ਲਈ ਉੱਥੇ ਇੱਕ ਅਗੰਮੀ ਜੀਵਨ ਦੀ ਰੌ ਚੱਲ ਪਈ ਹੈ। ਸਦਾ ਦੇ ਲਈ ਉਹ ਥਾਂ ਸੁਰਜੀਤ ਹੋ ਗਏ। ਸੋ ਉਹ ਥਾਂ ਨੇ। ਅੱਜ ਜਿਹੜੇ ਥਾਂ ਦੀ ਗੱਲ ਹੋਵੇਗੀ ਆਪਾਂ ਕਰਦੇ ਪਏ ਹਾਂ, ਉਹ ਥਾਂ ਚੂਨੇ ਮੰਡੀ ਲਾਹੌਰ ਹੈ। ਇਹ ਲਾਹੌਰ ਸ਼ਹਿਰ ਦਾ ਜ਼ਿਕਰ ਵੈਸੇ ਗੁਰੂ ਨਾਨਕ ਸਾਹਿਬ ਜੀ ਹੋਰਾਂ ਨੇ ਬਾਣੀ ਵਿੱਚ ਕਰ ਦਿੱਤਾ ਸੀ। ਸੰਘਣਾ ਵਸਦਾ ਸ਼ਹਿਰ ਹੈ ਤੇ ਬੜੀ ਅਸੀਂ ਕਵਾਂਗੇ ਭਾਗਾਂ ਵਾਲੀ ਪਵਿੱਤਰ ਧਰਤੀ। ਚਲੋ ਜ਼ਹਿਰ ਕਹਿਰ ਦੀ ਗੱਲ ਵੀ ਆਈ, ਪਰੰਤੂ ਗੁਰਮੁਖਾਂ ਲਈ ਸਾਰੇ ਹੀ ਥਾਂ ਪਵਿੱਤਰ ਨੇ। ਗੁਰਮੁਖਾਂ ਦੀ ਜੇ ਗੱਲ ਕਰਾਂਗੇ ਤੇ ਜਿਸ ਥਾਂ ਨੂੰ ਲੋਕ ਨਿੰਦਦੇ ਨੇ, ਬਾਬਾ ਕਬੀਰ ਜੀਆਂ ਨੇ ਉਸ ਥਾਂ ਨੂੰ ਵੀ ਸਲਾਹਿਆ ਬਾਣੀ ਵਿੱਚ। ਚਲੋ ਇੱਕ ਵੱਖਰਾ ਵਿਸ਼ਾ ਹੈ, ਪਰ ਜਿੱਥੇ ਜਿੱਥੇ ਗੁਰਮੁਖ ਨੇ, ਜਿਹੜੇ ਜਿਹੜੇ ਥਾਵਾਂ ਤੇ ਗੁਰੂ ਕੀ ਕਿਰਪਾ ਹੈ, ਉਹ ਸਾਰੇ ਥਾਂ ਪਵਿੱਤਰ ਨੇ। ਲਾਹੌਰ ਸ਼ਹਿਰ, ਚੂਨੀ ਮੰਡੀ ਲਾਹੌਰ, ਉਸ ਥਾਂ ਤੇ ਇੱਕ ਪਰਿਵਾਰ ਵਸਦਾ ਹੈ। ਬਹੁਤਾ ਪਿਛੋਕੜ ਤੇ ਸਾਡੇ ਇਤਿਹਾਸਕਾਰਾਂ ਨੂੰ ਇਹਦਾ ਜਿਹੜਾ ਬਰੀਕੀ ਨਾਲ ਡਿਟੇਲ ਵਿੱਚ ਮਿਲਦਾ ਨਹੀਂ, ਪਰੰਤੂ ਜਿੰਨਾ ਕੁਝ ਸਮੇਂ ਦੇ ਸਰੋਤਾਂ ਵਿੱਚੋਂ ਹੱਥ ਆਉਂਦਾ ਹੈ, ਜਿਹੜਾ ਪਰਿਵਾਰ ਵਸਦਾ ਹੈ ਉੱਥੇ ਮਹਾਰਾਜ ਸਾਹਿਬ ਜੀ ਕੇ ਪਿਤਾ ਜੀ ਸਤਿਕਾਰਯੋਗ ਬਾਬਾ ਹਰਦਾਸ ਜੀ। हरदास जी का नाम बाबा हरदास जी की सिफत भट्ट जी होरां ने अपनी बाणी विच भी कीती है। तो मैं उन्हां दे जीवन संबंधी पुरातन स्रोतां विचों थोड़ा वेख रहा सी। एक विद्वान कहंदा वो केवल हरदास नाम दे ही नहीं सन, सचमुच उन्हां दा जीवन भी हरि दे दास वर्गा ही है। उन्हां दे जीवन दा एक वड्डा तप कर्म है, सेवा कर्म है। बड़े ही शांत सुभाअ दे टिके हुए, भावें कि महाराज साहब जी की आमद तो बाद वो बहुता समा शरीर रूप विच संसार विच बाबा हरदास जी नहीं रहे, परंतु जिन्हां दा नाम गुरमुखों बाणी विच दर्ज हो गया वो कदे गुरमुख संसार तो जाण वाले नहीं ने। क्योंकि जिथे असीं महाराज साहब जी की भगती, उन्हां दे जीवन दा सिमरन या उन्हां दी कमाई नूं सिजदा करदे हां, ਤੇ ਗੁਰਬਾਣੀ ਨੇ ਤੇ ਉਸ ਪਿਤਾ ਨੂੰ ਵੀ ਧੰਨ ਕਿਹਾ ਹੈ ਜਿਨ੍ਹਾਂ ਦੇ ਘਰ ਵਿੱਚ ਐਸਾ ਪੁੱਤਰ ਪ੍ਰਗਟ ਹੋ ਰਿਹਾ ਹੈ। ਬਿਨਾਂ ਕਮਾਈ ਤੋਂ, ਬਿਨਾਂ ਸਿਮਰਨ ਤੋਂ, ਬਿਨਾਂ ਗੁਰਮੁਖ ਦੀ ਘਾਲਣਾ ਤੋਂ ਕਦੇ ਕਿਸੇ ਵੀ ਮਾਂ ਪਿਓ ਦੇ ਕੁੱਲ ਅੰਦਰ ਐਸੀ ਵੱਡੀ ਔਲਾਦ ਨਹੀਂ ਪੈਦਾ ਹੋ ਸਕਦੀ। ਭਾਵੇਂ ਠੀਕ ਹੈ ਅਸੀਂ ਵੇਖਦੇ ਹਾਂ ਮਹਾਰਾਜ ਸਾਹਿਬ ਜੀ ਦਾ ਮੁੱਢਲਾ ਜੀਵਨ ਥੋੜਾ ਕਸ਼ਟ ਵਿੱਚ ਰਿਹਾ, ਪਰੰਤੂ ਜਿਸ ਦੇ ਦਰ ਤੇ ਅੱਜ ਕੁੱਲ ਦੁਨੀਆ ਝੁਕਦੀ ਹੈ, ਐਸਾ ਪੁਰਖ ਅਸੀਂ ਇਹ ਨਹੀਂ ਕਹਿ ਸਕਦੇ ਵੀ ਸੰਸਾਰਿਕ ਸੁਰਤੀ ਬਿਰਤੀ ਰੱਖਣ ਵਾਲੇ ਕਿਸੇ ਮਨੁੱਖ ਦੇ ਘਰ ਵਿੱਚ ਪੈਦੇ ਹੋ ਜਾਣਗੇ। ਕਿਉਂਕਿ ਅੱਜ ਵੀ ਚਲੋ ਮਾਂ ਪਿਓ ਰਲ ਕੇ ਔਲਾਦ ਨੂੰ ਜਨਮ ਦਿੰਦੇ ਨੇ,
ਫਿਰ ਅੱਗੇ ਔਲਾਦ ਦੇ ਕਰਤੱਵ ਵੀ ਆਪਾਂ ਸਭ ਵੇਖਦੇ ਹਾਂ। ਆਪਾਂ ਨੂੰ ਵੀ ਪਤਾ ਹੈ ਵੀ ਜਿੰਨੀ ਮਾਂ ਪਿਓ ਦੀ ਵੱਡੀ ਸੂਝਤਾ ਸਿਆਣਪ ਜਾਂ ਜਿੰਨਾ ਉਹਨਾਂ ਦਾ ਆਪਣਾ ਟਿਕਾਊ ਆ, ਸਾਰੇ ਦੇ ਸਾਰੇ ਗੁਣ ਔਲਾਦ ਵਿੱਚ ਆਉਂਦੇ ਨੇ। ਇਹ ਕੋਈ ਦੁਰਾਵਾ ਨਹੀਂ। ਅੱਜ ਚਲੋ ਅਸੀਂ ਕਹਿ ਦਿੰਦੇ ਹਾਂ ਜੀ ਵੇਖੋ ਅਸੀਂ ਤੇ ਕਦੇ ਕੋਈ ਮਾੜਾ ਕਰਮ ਨਹੀਂ ਕੀਤਾ, ਬੱਚੇ ਕੁਰਈਏ ਹੋ ਗਏ ਨੇ, ਪਤਿਤ ਹੋ ਗਏ ਨੇ, ਗੁਰਮਤ ਤੋਂ ਦੂਰ ਜਾ ਰਹੇ ਨੇ। ਪਰ ਕਿਤੇ ਨਾ ਕਿਤੇ ਬੜੇ ਸੂਖਸ਼ਮ ਰੂਪ ਵਿੱਚ ਦੋਸ਼ ਮਾਂ ਪਿਓ ਦਾ ਹੀ ਹੈ। ਕਿਉਂਕਿ ਗੁਰਮਤਿ ਪਾਂਦੀ ਵਿਦਵਾਨ ਕਹਿੰਦੇ ਨੇ ਬੱਚੇ ਦੇ ਅੰਦਰ 99% ਜਿਹੜਾ ਅਸਰ ਹੈ ਉਹ ਮਾਂ ਤੇ ਪਿਓ ਦੇ ਕਰਤੱਵ ਦਾ ਉਤਰਦਾ ਹੈ। ਤੇ ਖਾਸ ਕਰ ਜੇ ਕਿਤੇ ਉਹਨਾਂ ਨੇ ਜਨਮ ਦੇਣ ਤੋਂ ਪਹਿਲਾਂ ਹੀ ਬੰਦਗੀ ਕੀਤੀ ਹੋਵੇ, ਜਨਮ ਦੇਣ ਤੋਂ ਪਹਿਲਾਂ ਹੀ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਸਿਮਰਨ ਵਿੱਚ ਸਮਾਂ ਗੁਜ਼ਾਰਿਆ ਹੋਵੇ, ਫਿਰ ਸੱਚਮੁੱਚ ਹੀ ਕੋਈ ਨਾ ਕੋਈ ਵੱਡੀ ਰੂਹ ਆਤਮਾ ਉਸ ਗੁਰਮੁਖ ਦੇ ਗ੍ਰਹਿ ਵਿਖੇ ਪ੍ਰਵੇਸ਼ ਕਰਦੀ ਹੈ। ਬਾਬਾ ਹਰਦਾਸ ਸਾਹਿਬ ਜੀ, ਜਿਨ੍ਹਾਂ ਦਾ ਬੜਾ ਹੀ ਟਿਕਿਆ ਹੋਇਆ ਸ਼ਾਂਤ ਸੁਭਾਅ ਵਾਲਾ, ਜਾਂ ਇਉਂ ਕਹਿ ਲਈਏ ਜਿਵੇਂ ਗੁਰਬਾਣੀ ਨੇ ਇੱਕ ਸੱਚੇ ਸੁੱਚੇ ਗੁਰਮੁਖ ਦੀ ਵਿਆਖਿਆ ਕੀਤੀ ਨਾ, ਜਿਹੜਾ ਮਨ ਬਚ ਕਰਮਾਂ ਕਰਕੇ ਇੱਕੋ ਤੁਰਿਆ ਆਉਂਦਾ। ਜਿਹੜਾ ਮਨ ਕਰਕੇ ਸੱਚਾ ਹੈ, ਜਿਹੜਾ ਬੋਲ ਬਾਣੀ ਕਰਕੇ ਜਗਤ ਨਾਲ ਸੱਚਾ ਸੁੱਚਾ ਵਿਵਹਾਰ ਕਰਦਾ, ਤੇ ਜਿਹਦੇ ਕਰਮਾਂ ਵਿੱਚ ਕੋਈ ਠੱਗੀ ਧੋਖੇ ਵਾਲੀ ਗੱਲ ਨਹੀਂ ਹੈ। ਬਾਬਾ ਹਰਦਾਸ ਸਾਹਿਬ ਜੀ ਨਾਲ ਉਹਨਾਂ ਦਾ ਜਿਸ ਘਰ ਵਿਖੇ ਆਨੰਦ ਕਾਰਜ ਹੁੰਦਾ ਹੈ, ਸਤਿਕਾਰਯੋਗ ਮਾਤਾ ਦਇਆ ਕੌਰ ਜੀ। ਚਲੋ ਉਹ ਵੀ ਥੋੜ੍ਹਾ ਸਮਾਂ ਹੀ ਸੰਸਾਰ ਵਿੱਚ ਵਿਚਰੇ, ਕਿਉਂਕਿ ਸਾਡੇ ਸਾਰੇ ਇਤਿਹਾਸਕਾਰ ਇਸ ਗੱਲ ਦੀ ਪੁਸ਼ਟੀ ਕਰ ਰਹੇ ਨੇ ਕਿ ਮਹਾਰਾਜ ਸਾਹਿਬ ਜੀ ਕੇ ਆਮਦ ਤੋਂ ਕੋਈ 2 ਵਰ੍ਹਿਆਂ ਤੋਂ ਬਾਅਦ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਇਸ ਸੰਸਾਰ ਤੋਂ ਚਲਾਣਾ ਕਰ ਗਏ ਨੇ। ਪਰੰਤੂ ਜਿੱਥੇ ਬਾਬਾ ਹਰਦਾਸ ਸਾਹਿਬ ਜੀ ਦਾ ਨਾਮ ਗੁਰਬਾਣੀ ਵਿੱਚ ਦਰਜ ਹੈ, ਉੱਥੇ ਉਹ ਮਾਂ ਵੀ ਧੰਤਾ ਦੇ ਯੋਗ ਹੈ। ਤੇ ਜਿਵੇਂ ਮੈਂ ਬੇਨਤੀ ਕੀਤੀ ਵੀ ਉਹ ਇਕੱਲੇ ਹਰਦਾਸ ਜੀ ਹਰੀ ਦੇ ਦਾਸ ਨਾਮ ਕਰਕੇ ਨਹੀਂ ਨੇ, ਕਿਉਂਕਿ ਨਾਮ ਵਿੱਚ ਬਹੁਤ ਵੱਡਾ ਭੇਦ ਹੁੰਦਾ। ਉਹ ਇਕੱਲੇ ਨਾਮ ਕਰਕੇ ਹਰਦਾਸ ਨਹੀਂ ਨੇ, ਉਹਨਾਂ ਦੇ ਗੁਣ ਵਿੱਚ ਵੀ ਹਰੀ ਦੇ ਦਾਸ, ਜੀਵਨ ਵਿੱਚ ਵੀ ਹਰੀ ਦੇ ਦਾਸ ਵਾਲਾ ਗੁਣ ਹੈ। ਇਸੇ ਤਰ੍ਹਾਂ ਮਾਂ ਦਇਆ ਕੌਰ, ਉਹਨਾਂ ਦਾ ਨਾਮ ਹੀ ਸਾਨੂੰ ਦੱਸਦਾ ਪਿਆ ਵੀ ਉਹ ਸੁਰਤੀ ਬਿਰਤੀ, ਉਹ ਜੀਵਨ ਕੈਸਾ ਹੋਵੇਗਾ। ਭਾਵੇਂ ਠੀਕ ਹੈ ਵੀ ਉਹਨਾਂ ਨੂੰ ਆਪਣੇ ਸੁਪੁੱਤਰ ਦਾ ਸੰਗ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਬਚਪਨ ਦੀ ਜੋ ਸਾਖੀ ਸੁਣੀ ਦੀ ਹੈ, 2 ਵਰ੍ਹਿਆਂ ਦੀ ਆਯੂ ਵਿੱਚ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਤੇ 7 ਵਰ੍ਹਿਆਂ ਦੀ ਆਯੂ ਦੇ ਵਿੱਚ ਸਤਿਕਾਰਯੋਗ ਪਿਤਾ ਹਰਦਾਸ ਜੀ ਸੰਸਾਰ ਤੋਂ ਪਿਆਨਾ ਕਰ ਗਏ। ਉਦੋਂ ਬਾਅਦ ਜੀਵਨ ਤੇ ਥੋੜ੍ਹਾ ਕਠਿਨ ਹੈ, ਮੁਸ਼ਕਲ ਹੈ, ਪਰੰਤੂ ਫਿਰ ਉਹਨਾਂ ਨੇ ਜਿਹਨੂੰ ਆਪਣਾ ਮਾਂ ਪਿਓ ਮੰਨਿਆ ਹੈ, ਜਿਨ੍ਹਾਂ ਦਾ ਜ਼ਿਕਰ ਉਹਨਾਂ ਆਪ ਬਾਣੀ ਵਿੱਚ ਕੀਤਾ ਹੈ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ। ਫਿਰ ਉਹ ਨਾ ਮਾਂ ਪਿਓ ਮਰਨ ਵਾਲੇ ਸਨ, ਨਾ ਛੱਡਣ ਵਾਲੇ ਸਨ, ਫਿਰ ਉਹ ਤੇ ਸਤੀਵ ਕਾਲ ਲਈ ਸਥਿਰ ਸਨ। ਖੈਰ ਬਾਬਾ ਹਰਦਾਸ ਸਾਹਿਬ ਜੀ, ਸਤਿਕਾਰਯੋਗ ਮਾਤਾ ਦਇਆ ਕੌਰ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਸਾਡਾ ਇਤਿਹਾਸ ਕਹਿੰਦਾ ਕੋਈ 1534 ਈਸਵੀ ਨੂੰ ਤਾਰੀਖ, ਚਲੋ ਜੋ ਉਸ ਸਮੇਂ ਮਿਤੀ ਗਈ ਉਹਦੇ ਮੁਤਾਬਕ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਚੂਨੀ ਮੰਡੀ ਲਾਹੌਰ ਜਿਹੜਾ ਹੈ ਇਹ ਪ੍ਰਕਾਸ਼ ਹੁੰਦਾ ਹੈ। ਬਚਪਨ ਦਾ ਜੀਵਨ ਕੁਝ ਔਖਾ ਹੈ, ਕਿਉਂਕਿ ਛੋਟੀ ਆਯੂ ਦੇ ਵਿੱਚ ਹੀ ਮਾਂ ਦਾ ਚਲੇ ਜਾਣਾ ਇੱਕ ਬੱਚੇ ਲਈ ਜੀਵਨ ਦੀ ਬੜੀ ਹੀ ਦੁਖਦਾਈ ਘਟਨਾ ਹੁੰਦੀ ਹੈ। ਅੱਜ ਵੇਖਦੇ ਹਾਂ, ਭਾਵੇਂ ਆਪਾਂ ਤੁਸੀਂ ਕਦੇ ਮਹਿਸੂਸ ਕਰਕੇ ਵੇਖਿਓ, ਜਿਨ੍ਹਾਂ ਬੱਚਿਆਂ ਦੀਆਂ ਛੋਟੀ ਉਮਰ ਦੇ ਵਿੱਚ ਹੀ ਮਾਵਾਂ ਚਲੀਆਂ ਜਾਂਦੀਆਂ ਨੇ, ਸਿਰ ਤੋਂ ਹੱਥ ਚੁੱਕਿਆ ਜਾਂਦਾ ਹੈ। ਸੱਚ ਹੈ ਵੀ ਸਾਡੇ ਦੂਜੇ ਸੰਸਾਰਿਕ ਮਨੁੱਖਾਂ ਨਾਲੋਂ ਉਹਨਾਂ ਨੂੰ ਜੀਵਨ ਵਿੱਚ ਬਹੁਤ ਵੱਡੀ ਜੰਗ ਲੜਨੀ ਪੈਂਦੀ ਹੈ। ਬੜੀ ਵੱਡੀ ਮਸ਼ੱਕਤ ਉਹਨਾਂ ਬੱਚਿਆਂ ਨੂੰ ਕਰਨੀ ਪੈਂਦੀ ਹੈ ਸੰਸਾਰ ਦੇ ਬਰਾਬਰ ਆਉਣ ਦੇ ਲਈ, ਕਿਉਂਕਿ ਇੱਕ ਮਾਂ ਜਦੋਂ ਤੱਕ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖਦੀ ਹੈ, ਉਹਦੀ ਪਰਵਰਿਸ਼ ਕਰਦੀ ਹੈ, ਉਹ ਆਪਣੇ ਬੱਚੇ ਦੀ ਹਰ ਲੋੜ ਨੂੰ ਬੜੀ ਚੰਗੀ ਤਰ੍ਹਾਂ ਜਾਣਦੀ ਹੈ। ਭਾਵੇਂ ਠੀਕ ਹੈ ਪਿਤਾ ਵੀ ਹੁੰਦਾ, ਪਰ ਜਿਹੜਾ ਪਿਆਰ ਮਾਂ ਦੇ ਸਕਦੀ ਹੈ, ਉਹ ਕਦੇ ਪਿਤਾ ਵੀ ਉਸ ਤਰੀਕੇ ਦਾ ਪਿਆਰ ਆਪਣੇ ਬੱਚੇ ਨੂੰ ਨਹੀਂ ਦੇ ਸਕਦਾ ਹੈ। ਭਾਵੇਂ ਜਨਮ ਦੇਣ ਵਿੱਚ ਦੋਨੋਂ ਹੀ ਸਹਾਇਕ, ਦੋਵੇਂ ਹੀ ਬੜੇ ਪਿਆਰ ਦਿੰਦੇ ਨੇ ਆਪਣੀ ਔਲਾਦ ਨੂੰ, ਪਰ ਗੁਰਮਤਿ ਵਿੱਚ ਨਾ ਜਦੋਂ ਵੀ ਕਿਤੇ ਕੋਈ ਵੱਡੀ ਵੈਰਾਗ ਦੀ ਗੱਲ ਆਈ ਤੇ ਮਹਾਰਾਜ ਸਾਹਿਬ ਜੀਆਂ ਨੇ ਉੱਥੇ ਆਪਣੇ ਸ਼ਬਦਾਂ ਵਿੱਚ ਰੱਬ ਜੀ ਨੂੰ ਵੀ ਮਾਂ ਕਰਕੇ ਪੁਕਾਰਿਆ। ਹੁਣ ਇਹ ਕੋਈ ਗੱਲਾਂ ਆਮ ਨਹੀਂ ਨੇ, ਕਿਉਂਕਿ ਉਹ ਇੱਕ ਬੜਾ ਗਹਿਰਾ ਰਿਸ਼ਤਾ ਹੈ ਮਨੁੱਖ ਦੇ ਜੀਵਨ ਦਾ। ਤੇ ਹਰ ਬੱਚੇ ਦੀ ਜ਼ਿੰਦਗੀ ਵਿੱਚ 80% ਮਾਂ ਦੀ ਸਾਰੀ ਘਟਨਾ ਚੱਲਦੀ ਹੈ। ਜੇ ਮਾਂ ਉੱਚੇ ਸੁੱਚੇ ਅਖਲਾਕ ਵਾਲੀ ਹੈ, ਸਿਮਰਨ ਵਾਲੀ ਹੈ, ਗਿਆਨ ਵਾਲੀ ਹੈ, ਤੇ ਉਹਦੀ ਜਿਹੜੀ ਪਰਵਰਿਸ਼ ਹੈ
ਉਹ ਸੱਚਮੁੱਚ ਮਨੁੱਖ ਨੂੰ ਇੱਕ ਬਹੁਤ ਉੱਚੇ ਦਰਜੇ 'ਤੇ ਲੈ ਕੇ ਜਾਂਦੀ ਹੈ। ਖੈਰ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਤਿਹਾਸਕਾਰ ਕਹਿੰਦੇ ਨੇ 2 ਵਰ੍ਹਿਆਂ ਦੇ ਸਨ ਕੇਵਲ, ਪਰ 2 ਵਰ੍ਹਿਆਂ ਤੋਂ ਪਹਿਲਾਂ ਵੀ ਮੈਂ ਪੁਰਾਤਨ ਜਿਹੜੇ ਸਰੋਤ ਨੇ ਉਹਨਾਂ ਵਿੱਚੋਂ ਵੇਖਣ ਦਾ ਯਤਨ ਕੀਤਾ, ਕਿਉਂਕਿ ਹੁਣ ਸਮਾਂ ਬਹੁਤ ਹੋ ਚੁੱਕਾ ਅਤੇ ਇਤਿਹਾਸਕਾਰ ਜਿਵੇਂ ਜਿਵੇਂ ਸੋਧਾਂ ਕਰਦੇ ਨੇ ਉਹਦੇ ਵਿੱਚ ਕਈ ਸਾਰੀਆਂ ਤਬਦੀਲੀਆਂ ਵੀ ਹੁੰਦੀਆਂ ਰਹਿੰਦੀਆਂ ਨੇ। ਇਹ ਕੋਈ ਦੁਹਰਾਵਾ ਨਹੀਂ। ਹਰ ਬੰਦਾ ਆਪਣੀ ਮੱਤ ਨਾਲ ਅਤੇ ਆਪਣੇ ਅੰਦਰ ਦੇ ਫੁਰਨੇ ਰੂਪ ਭਾਵਨਾ ਨਾਲ ਉਸ ਘਟਨਾ ਨੂੰ ਖੋਲ੍ਹ ਕੇ ਅੱਗੇ ਲਿਆਉਂਦਾ ਹੁੰਦਾ। ਪੁਰਾਤਨ ਸਰੋਤਾਂ ਦੇ ਵਿੱਚੋਂ ਜਿਹੜਾ 2 ਵਰ੍ਹਿਆਂ ਦਾ ਜੀਵਨ ਮਹਾਰਾਜ ਸਾਹਿਬ ਜੀਆਂ ਨੇ ਮਾਣਿਆ ਹੈ, ਉਹ ਵੀ ਇੱਕ ਵੱਖਰਾ ਜੀਵਨ ਸੀ। ਚਲੋ ਠੀਕ ਹੈ, ਅਗਲੇ ਸਮੇਂ ਵਿੱਚ ਉਹਨਾਂ ਨੂੰ ਬੜੀਆਂ ਔਖਿਆਈਆਂ ਆਈਆਂ, ਲੇਕਿਨ ਉਸ 2 ਵਰ੍ਹਿਆਂ ਦੇ ਜੀਵਨ ਵਿੱਚ ਵੀ ਨਾ ਮਾਂ ਨੇ ਆਪਣੇ ਬੱਚੇ ਨੂੰ ਬੜੇ ਹੀ ਲਾਡ ਪਿਆਰ ਨਾਲ ਪਾਲਿਆ, ਬੜੇ ਹੀ ਚਾਅ ਨਾਲ ਪਾਲਿਆ, ਸੰਸਾਰਿਕ ਭਾਣਾ ਵਰਤਿਆ। ਸਤਿਕਾਰਯੋਗ ਮਾਤਾ ਦਇਆ ਕੌਰ ਜੀ ਕੋਈ 1536 ਈਸਵੀ ਦੇ ਲਾਗੇ ਸੰਸਾਰ ਤੋਂ ਚਲਾਣਾ ਕਰ ਗਏ। ਅਜੇ ਕੋਈ ਬਹੁਤਾ ਸਮਾਂ ਨਹੀਂ ਹੋਇਆ ਸੀ। 1541 ਦੇ ਲਗਭਗ ਦਾ ਜ਼ਿਕਰ ਸਾਨੂੰ ਮਿਲਦਾ ਹੈ। ਬਾਬਾ ਹਰਦਾਸ ਜੀ ਹੋਰਾਂ ਨੇ ਆਪਣੇ ਬੱਚੇ ਦੀ ਪਰਵਰਿਸ਼ ਕੀਤੀ ਅਤੇ ਉਹ ਥੋੜ੍ਹੇ ਸਮੇਂ ਬਾਅਦ ਉਹ ਵੀ ਸੰਸਾਰ ਤੋਂ ਕੂਚ ਕਰ ਗਏ। ਹੁਣ ਕਾਰਨ ਕੀ, ਚਲੋ ਇਹਦਾ ਕੋਈ ਵੱਡਾ ਜ਼ਿਕਰ ਨਹੀਂ ਕੀਤਾ ਵਿਦਵਾਨਾਂ ਨੇ, ਪਰੰਤੂ ਪਿੱਛੇ ਜਿਹੜੀ ਔਲਾਦ ਬਚੀ ਹੈ ਉਸ ਨੂੰ ਸਾਂਭਣ ਵਾਲਾ, ਸਿਰ 'ਤੇ ਹੱਥ ਰੱਖਣ ਵਾਲਾ ਹੋਰ ਕੋਈ ਨਹੀਂ ਹੈ। ਕੋਈ ਨਹੀਂ, ਕਿਉਂ ਨਹੀਂ? ਚਲੋ ਪਰਿਵਾਰ ਸੀ, ਤਾਇਆ ਜੀ ਸਨ ਸਿਹਾਰੀ ਮੱਲ ਜੀ, ਹੋਰ ਪਰਿਵਾਰ ਬਥੇਰਾ ਵੱਡਾ ਸੀ, ਲੇਕਿਨ ਜਦੋਂ ਕਿਤੇ ਬੰਦੇ ਦੇ ਜੀਵਨ ਵਿੱਚ ਕਿਤੇ ਕੋਈ ਐਸੀ ਘਟਨਾ ਵਰਤ ਜਾਏ, ਫਿਰ ਦੁੱਖ ਵਿੱਚ ਕੋਈ ਸਹਾਈ ਨਹੀਂ ਹੈ। ਗੁਰਬਾਣੀ ਸਾਨੂੰ ਵਾਰ-ਵਾਰ ਕਹਿੰਦੀ ਹੈ, ਸੁਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਕਹੋ ਨਾਨਕ ਹਰਿ ਭਜੁ ਮਨਾ ਅੰਤ ਸਹਾਈ ਹੋਏ। ਸੁੱਖ ਵੇਲੇ ਤੇ ਬਹੁਤ ਮਿੱਤਰ ਨੇ ਬੰਦੇ ਦੇ, ਪਰੰਤੂ ਜਿਸ ਦਿਨ ਜ਼ਿੰਦਗੀ ਵਿੱਚ ਦੁੱਖ ਆਇਆ, ਫਿਰ ਇਹਦੇ ਨਾਲ ਖੜਨ ਵਾਲਾ, ਇਹਦੀ ਬਾਂਹ ਫੜਨ ਵਾਲਾ ਕੋਈ ਨਹੀਂ। ਹੁਣ ਇੱਕ ਬੱਚਾ ਹੈ, ਆਯੂ ਕੋਈ 6-7 ਵਰ੍ਹਿਆਂ ਦੀ ਹੈ, ਅਤੇ ਐਡੀ ਆਯੂ ਦੇ ਵਿੱਚ ਸਾਨੂੰ ਵੀ ਪਤਾ ਹੈ ਵੀ ਕੋਈ ਬੱਚੇ ਨੂੰ ਆਪਣੀ ਵੱਡੀ ਸੰਭਾਲਾ ਨਹੀਂ ਹੁੰਦੀ। ਫਿਰ ਉਸ ਵਕਤ ਜਿਸ ਰੂਹ ਆਤਮਾ ਨੇ ਸੰਭਾਲਿਆ ਹੈ, ਕਿਉਂਕਿ ਅਸੀਂ ਮਹਾਰਾਜ ਸਾਹਿਬ ਜੀ ਕੇ ਜੀਵਨ ਦੀ ਗੱਲ ਕਰਦੇ ਹਾਂ, ਮਹਾਰਾਜ ਸਾਹਿਬ ਜੀ ਕੇ ਪਿਤਾ ਦੀ ਸਿਫਤ ਭੱਟ ਜੀ ਹੋਰਾਂ ਨੇ ਬੜਾ ਜੀ ਲਾ ਕੇ ਕੀਤੀ। ਬਾਬਾ ਹਰਦਾਸ ਸਾਹਿਬ ਜੀਆਂ ਨੂੰ ਬਹੁਤ ਵਾਰ ਉਹਨਾਂ ਨਮਸਕਾਰਾਂ ਕੀਤੀਆਂ, ਮਾਂ ਦਇਆ ਕੌਰ ਜੀ ਨੂੰ ਬੜੀਆਂ ਨਮਸਕਾਰਾਂ ਹੋਈਆਂ, ਪਰ ਇਹਦੇ ਨਾਲ ਨਾਲ ਉਹ ਰੂਹ ਆਤਮਾ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਇੱਕ ਛੋਟੇ ਜਿਹੇ ਬੱਚੇ ਨੂੰ ਆਪਣੀ ਹਜ਼ੂਰੀ ਵਿੱਚ ਬਿਠਾਇਆ, ਰੱਖਿਆ, ਮਾਂ ਵਰਗਾ ਪਿਆਰ ਦਿੱਤਾ, ਤੇ ਸਭ ਤੋਂ ਵੱਡਾ ਜਿਹੜਾ ਉਹਨਾਂ ਪੁੰਨ ਕਰਮ, ਉਪਕਾਰ ਕਰਮ ਕੀਤਾ ਵੀ ਉਸ ਯਤੀਮ ਬੱਚੇ ਨੂੰ, ਅਸੀਂ ਸ਼ਬਦ ਵਰਤਦੇ ਹਾਂ ਅਕਸਰ ਸਾਡੇ ਇਤਿਹਾਸਕਾਰ, ਅਨਾਥ ਬੱਚਾ ਜਿਹਨੂੰ ਕਿਹਾ ਜਾਂਦਾ, ਉਹਨੂੰ ਸਦਾ ਦੇ ਲਈ ਮਾਂ ਪਿਓ ਵਾਲਾ ਸੁਭਾਗ ਵਾਲਾ ਕਰ ਦਿੱਤਾ। ਕਿਉਂਕਿ ਗੁਰਮਤਿ ਅਸੀਂ ਪੜ੍ਹਦੇ ਹਾਂ, ਰੋਜ਼ਾਨਾ ਗੁਰਬਾਣੀ ਦੇ ਸ਼ਬਦਾਂ ਦੀ ਕਥਾ ਹੁੰਦੀ ਹੈ। ਮਹਾਰਾਜ ਸਾਹਿਬ ਅਨੇਕਾਂ ਵਾਰ ਆਪਣੀਆਂ ਸ਼ਬਦਾਂ ਵਿੱਚ ਸਿੱਖਾਂ ਨੂੰ ਇਹ ਪ੍ਰੇਰਨਾ ਕਰਦੇ ਨੇ ਕਿ ਸਿੱਖੋ ਗੁਰਮੁਖਾਂ ਦੀ ਸੰਗਤ ਕਰਿਓ। ਸਿੱਖੋ ਜੇ ਕੋਈ ਦੁੱਖ ਤਕਲੀਫ ਹੈ, ਕਿਸੇ ਗੁਰਮੁਖ ਦਾ ਸੰਗ ਕਰਿਓ, ਗੁਰੂ ਦਾ ਸੰਗ ਕਰਿਓ, ਸਾਧੂ ਦਾ ਸੰਗ ਕਰਿਓ, ਮਹਿਮਾ ਬੜੀ ਵੱਡੀ ਹੈ। ਜਦੋਂ ਕਿਤੇ ਉਹ ਤਰੁੱਠਦੇ ਨੇ, ਜਦੋਂ ਕੋਈ ਐਸੀ ਰੂਹ ਆਤਮਾ, ਪਵਿੱਤਰ ਆਤਮਾ ਜਿਹਦਾ ਸੰਗ ਮਨੁੱਖ ਨੂੰ ਹੁੰਦਾ ਹੈ, ਫਿਰ ਕਈ ਵਾਰ ਸੱਚਮੁੱਚ ਉਹ ਮਨੁੱਖ ਜਿਹੜੇ ਨੇ ਉਹ ਜ਼ਿੰਦਗੀ ਦੀ ਦਸ਼ਾ ਤਬਦੀਲ ਕਰਕੇ ਰੱਖ ਦਿੰਦੇ ਨੇ, ਦਿਸ਼ਾ ਬਦਲ ਦਿੰਦੇ ਨੇ। ਠੀਕ ਹੈ, ਅਸੀਂ ਮੰਨਦੇ ਹਾਂ ਸੰਸਾਰ ਵਿੱਚ ਹੋਰ ਵੀ ਬੜੇ ਬੱਚੇ ਯਤੀਮ ਹੁੰਦੇ ਨੇ, ਮਾਂ ਪਿਓ ਚਲੇ ਜਾਂਦੇ ਨੇ, ਕਈਆਂ ਦੇ ਜੰਮਦੇ ਹੀ ਛੋਟੀ ਉਮਰ ਵਿੱਚ ਪਿਓ ਹੁੰਦਾ ਨਹੀਂ, ਮਾਂ ਜਨਮ ਦੇ ਕੇ ਚਲੀ ਜਾਂਦੀ ਹੈ, ਬੜੀ ਘਟਨਾ ਵਰਤਦੀ ਹੈ ਸੰਸਾਰ ਵਿੱਚ। ਪਰੰਤੂ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕਿਸੇ ਗੁਰਮੁਖ ਦਾ ਸੰਗ ਮਿਲ ਜਾਣਾ, ਚਲੋ ਮਹਾਰਾਜ ਸਾਹਿਬ ਜੀ ਕੀ ਬਾਣੀ 30 ਰਾਗਾਂ ਵਿੱਚ ਹੈ, ਤੇ ਮੈਂ ਬੇਨਤੀ ਕਰਾਂਗਾ ਜੇ ਕਿਤੇ ਗੁਰਮੁਖ ਇੱਕ ਵਾਰ ਕੇਵਲ ਗੁਰੂ ਰਾਮਦਾਸ ਸਾਹਿਬ ਜੀ ਕੀ ਬਾਣੀ ਦਾ ਪਾਠ ਕਰੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੇ ਅੰਦਰੋਂ ਸ਼੍ਰੀ ਰਾਗ ਤੋਂ ਲੈ ਕਰਕੇ ਤੇ ਰਾਗ ਪ੍ਰਭਾਤੀ 30 ਰਾਗਾਂ ਤੱਕ ਇੱਕ ਵਾਰ ਗੁਰਮੁਖ ਕੇਵਲ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ का ਬਾਣੀ का ਪਾਠ ਕਰੇ, ਤੇ ਇੰਨੇ ਕੁ ਸ਼ਬਦ ਸਾਹਮਣੇ ਆਉਂਦੇ ਜਿਹਦੇ ਵਿੱਚ ਮਹਾਰਾਜ ਸਾਹਿਬ ਜੀ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਕਿ ਤੂੰ ਗੁਰਮੁਖਾਂ ਨਾਲ ਲਾ ਕੇ ਸਾਨੂੰ ਵੀ ਨਿਵਾਜ ਦਿੱਤਾ। ਆਪ ਕਰਦੇ ਆ, ਆਪ ਕਹਿੰਦੇ ਨੇ, ਕਿਉਂਕਿ ਬੜੇ ਸ਼ਬਦ ਨੇ ਉਹਨਾਂ ਦੇ ਬਾਣੀ ਵਿੱਚ। ਉਹ ਆਪ ਕਦੇ ਤਾਂ ਉਹ ਕਹਿ ਦਿੰਦੇ ਨੇ ਵੀ ਅਸੀਂ ਰੁਲਦੇ ਫਿਰਦੇ,
ਕਦੇ ਕਹਿੰਦੇ ਨੇ ਹਰ ਜੀ ਤੁਸੀਂ ਨਿਮਾਣੇ ਸੀ, ਅਸੀਂ ਨਿਮਾਣੇ ਸੀ ਤੁਸੀਂ ਮਾਨ ਦਿੱਤਾ, ਹਰ ਜੀ ਅਸੀਂ ਅਬੁੱਧ ਸੀ ਤੁਸੀਂ ਬੁੱਧੀ ਬਖਸ਼ੀ। ਸੋ ਇਹ ਹੁੰਦਾ ਕਿਵੇਂ ਹੈ? ਫਿਰ ਮਹਾਰਾਜ ਆਪ ਹੀ ਕਹਿੰਦੇ ਨੇ ਇਹ ਗੁਰਮੁਖਾਂ ਦੀ ਸੰਗਤ ਨਾਲ ਹੁੰਦਾ ਹੈ, ਇਹ ਵੱਡੀਆਂ ਰੂਹ ਆਤਮਾ ਦੀ ਕਿਰਪਾ ਨਾਲ ਹੁੰਦਾ ਹੈ। ਚਲੋ ਸਾਡਾ ਇੱਕ ਪੱਖ ਤੇ ਇਤਿਹਾਸ ਇਹ ਕਹਿੰਦਾ ਕਿ ਨਾਨੀ ਜੀਆਂ ਨੇ ਸਿਰ ਤੇ ਹੱਥ ਰੱਖਿਆ, ਜਿਨ੍ਹਾਂ ਦੀ ਅੰਸ਼ ਹੈ, ਜਿਨ੍ਹਾਂ ਦੇ ਘਰ ਦੇ ਕੁਲ ਦੇ ਵਿੱਚ ਇਹ ਪੁੱਤਰ ਪੈਦਾ ਹੋਇਆ, ਉਸ ਮਾਂ ਨੇ ਇਹ ਤਰਸ ਕੀਤਾ। ਫਿਰ ਉਹਨਾਂ ਨੇ ਕੇਵਲ ਇਹ ਨਹੀਂ ਵੀ ਸੰਸਾਰਿਕ ਪੱਖ ਤੇ ਪਰਵਰਿਸ਼ ਕੀਤੀ, ਚਲੋ ਆਰਥਿਕ ਹਾਲਾਤਾਂ ਦੀ ਵੀ ਜੇ ਗੱਲ ਕਰਾਂਗੇ ਤੇ ਥੋੜਾ ਜਿਹਾ ਸਮਾਂ ਔਖਾ ਸੀ। ਸਤਿਕਾਰਯੋਗ ਨਾਨਾ ਜੀ, ਉਹਨਾਂ ਦਾ ਜ਼ਿਕਰ ਨਹੀਂ ਆਇਆ ਕੋਈ ਵੱਡਾ ਇਤਿਹਾਸ ਵਿੱਚ, ਸਰੀਰ ਕਰਕੇ ਜਾ ਚੁੱਕੇ, ਬਜ਼ੁਰਗ ਮਾਤਾ, ਤੇ ਘਰ ਦੀ ਹਾਲਾਤ ਵੀ ਬੜੀ ਮੁਸ਼ਕਲ ਨਾਜ਼ੁਕ ਜਿਹੀ ਹੈ, ਕਿਉਂਕਿ 7 ਵਰਿਆਂ ਦੇ ਬੱਚੇ ਨੂੰ ਮਾਂ ਲੈ ਕੇ ਆਉਂਦੀ ਹੈ। ਚਲੋ ਹੁਣ ਸ਼ਬਦ ਅਸੀਂ ਮਾਂ ਹੀ ਵਰਤਾਂਗੇ। ਤੇ ਜਿਸ ਧੰਦੇ ਵਿੱਚ ਉਹਨਾਂ ਨੂੰ ਲਾਇਆ ਜਾਂਦਾ ਹੈ, ਘੁੰਗੜੀਆਂ ਵੇਚਣੀਆਂ, ਇੱਕ ਆਮ ਜੀ ਕਿਰਤ ਹੈ ਉਹਨਾਂ ਵੇਲਿਆਂ ਦੇ ਵਿੱਚ, ਤੇ ਉੱਥੇ ਛਾਬਾ ਦੇ ਕੇ ਮਾਉਣਾ ਜਿੱਥੇ ਗੁਰਮੁਖ ਸੰਗਤਾਂ ਦੀ ਆਵਾਜਾਈ ਹੈ। ਹੁਣ ਜਦੋਂ ਇੱਕ ਛੋਟੇ ਜਿਹੇ ਬੱਚੇ ਨੂੰ ਜ਼ਿੰਦਗੀ ਵਿੱਚ ਐਡੀ ਭਾਰੀ ਕਿਰਤ ਕਰਨੀ ਪਵੇ, ਤੁਸੀਂ ਵੇਖੋ ਅੱਜ ਭਾਵਾਂ ਨਾ ਹਰ ਗੁਰੂ ਅਸਥਾਨ ਤੇ ਭੱਟ ਰਬਾਬੀ ਜੀ ਹੋਰਾਂ ਦਾ ਲਿਖਿਆ ਹੋਇਆ ਇਹ ਸ਼ਬਦ ਪੜ੍ਹਿਆ ਜਾਣਾ। ਕੱਲ ਤੋਂ ਕੀ ਪਿਛਲੇ ਲਗਭਗ 1 ਹਫ਼ਤੇ ਤੋਂ ਮੈਂ ਸੁਣਦਾ ਆ ਰਿਹਾ, ਦਰਬਾਰ ਸਾਹਿਬ ਮਹਾਰਾਜ ਸਾਹਿਬ ਜੀ ਕੇ ਪਾਵਨ ਪਵਿੱਤਰ ਸਥਾਨਾਂ ਤੇ ਰਬਾਬੀ ਕੀਰਤਨ ਕਰ ਰਹੇ ਨੇ। ਜਿਹੜਾ ਵੀ ਕੋਈ ਗੁਰੂ ਕਾ ਪਿਆਰਾ ਉੱਥੇ ਬਹਿੰਦਾ ਹੈ, ਸਾਜ਼ ਲੈ ਕਰਕੇ ਕੀਰਤਨ ਕਰਨ। ਹਰ ਜਥਾ ਲਗਭਗ ਇਹ ਸੁਣਿਆ ਜਾਂਦਾ, ਹਰ ਜਥਾ ਇਹ ਸ਼ਬਦ ਪੜ੍ਹ ਰਿਹਾ, ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਤੇ ਜਿੱਥੇ ਕਰਾਮਾਤ ਦੀ ਗੱਲ ਸਾਨੂੰ ਸੁਣਾ ਰਿਹਾ ਗੁਰੂ ਕੀ ਬਾਣੀ ਦਾ ਸ਼ਬਦ, ਉਹ ਰਬਾਬੀ ਸਾਨੂੰ ਸੁਣਾ ਰਿਹਾ, ਉੱਥੇ ਨਾਲ ਹੱਥ ਜੋੜ ਜੋੜ ਕੇ 100 ਵਾਰ ਸਿਜਦਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਚਰਨਾਂ ਵਿੱਚ ਕਰ ਰਿਹਾ ਹੈ। ਧੰਨ ਧੰਨ ਰਾਮਦਾਸ ਗੁਰ। ਵਾਰ-ਵਾਰ ਇਹ ਸਥਾਈ ਚੱਲ ਰਿਹਾ ਹੈ, ਵਾਰ-ਵਾਰ ਇਹ ਵਚਨ ਸੁਣਾਏ ਜਾ ਰਹੇ ਨੇ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਜਿਨੇ ਸਿਰਿਆ ਤੋਂ ਭਾਵ ਜਿਹਨੇ ਪੈਦਾ ਕੀਤਾ, ਉਹਨੇ ਆਪਣੀ ਨਦਰ ਕੀਤੀ, ਗੁਰਮੁਖਾਂ ਦੀ ਗੁਰੂ ਦੀ ਸੰਗਤ ਦਿੱਤੀ ਤੇ ਸਵਾਰ ਦਿੱਤਾ। ਤੇ ਐਸਾ ਸਵਾਰਿਆ, ਸਰੀਰ ਕਰਕੇ ਭਾਵੇਂ ਉਹ ਸੰਸਾਰ ਵਿੱਚ ਨਹੀਂ ਨੇ, ਪਰ ਸ਼ਬਦ ਕਰਕੇ ਅੱਜ ਵੀ ਲੱਖਾਂ ਲੋਕਾਈ ਗਿਣਤੀ ਸੰਸਾਰ ਉਹਨਾਂ ਦੇ ਦਰ ਤੇ ਆ ਕੇ ਅਰਦਾਸਾਂ ਬੇਨਤੀਆਂ ਕਰਦਾ, ਜੋਦਰੀਆਂ ਕਰਦਾ, ਮੰਗਾਂ ਮੰਗਦਾ। ਅੱਜ ਵੀ ਭਾਈ ਗੁਰਦਾਸ ਵਰਗੇ ਮਹਾਂਪੁਰਖ ਕਹਿੰਦੇ ਨੇ, ਬੈਠਾ ਸੋਢੀ ਪਾਤਸ਼ਾਹ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਇਹ ਬੜੀ ਵੱਡੀ ਕਿਰਪਾ ਸਵਾਰਿਆ। ਜਿਹੜੀ ਬੇਨਤੀ ਮੈਂ ਕਰ ਰਿਹਾ ਸੀ ਨਾ ਗੁਰਮੁਖੋ, ਮਹਾਰਾਜ ਸਾਹਿਬ ਜੀ ਕੇ ਜੀਵਨ ਵਿੱਚ ਕਦੇ ਝਾਤ ਮਾਰ ਕੇ ਵੇਖੀਏ। ਉਹ ਸਮਾਂ ਜਦੋਂ ਹਰ ਸੰਸਾਰ ਦਾ ਮਾਂ ਪਿਓ ਆਪਣੀ ਔਲਾਦ ਨੂੰ ਇਹ ਯਤਨ ਕਰਦਾ ਵੀ ਮੈਂ ਚੰਗੇ ਤੋਂ ਚੰਗੇ ਕਿਸੇ ਵਿਦਿਆਲਿਆ ਦੇ ਵਿੱਚ, ਚੰਗੇ ਤੋਂ ਚੰਗੇ ਕਿਸੇ ਸਥਾਨ ਤੇ ਕੋਈ ਵੱਡੀ ਉੱਚ ਦਰਜੇ ਦੀ ਸਿੱਖਿਆ ਦੇਵਾਂ, ਕੋਈ ਵੱਡਾ ਗਿਆਨ ਜਿਹੜਾ ਹੈ ਉਸ ਨੂੰ ਪ੍ਰਾਪਤ ਹੋਵੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਕਿਉਂਕਿ ਇਹ ਕੇਵਲ ਕਹਿ ਦੇਣਾ ਗੁਰਮੁਖੋ ਬੜਾ ਸੌਖਾ ਹੈ। ਜਿਨ੍ਹਾਂ ਦੇ ਜੀਵਨ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਨਾ, ਮੈਂ ਆਰੰਭ 'ਚ ਬੇਨਤੀ ਕੀਤੀ ਸੀ, ਇਹ ਤੇ ਅਕਥ ਕਥਾ ਹੈ। ਇਹਦਾ ਜੇ ਇੱਕ ਗੁਰਮੁਖ ਇਹ ਕਥਾ ਦਾ ਅਨੁਭਵ ਕਰੇ ਨਾ, ਚਲੋ ਠੀਕ ਹੈ, ਆਪਾਂ ਬਹਿ ਕੇ ਗੱਲ ਕਰ ਰਹੇ ਹਾਂ, ਤੁਸੀਂ ਸਰਵਣ ਕਰ ਰਹੇ ਹੋ, ਮੈਂ ਵਕਤਾ ਬੋਲ ਰਿਹਾ, ਤੁਸੀਂ ਸਰੋਤੇ ਸੁਣ ਰਹੇ ਹੋ, ਪਰ ਜੇ ਕਿਤੇ ਆਪਣੀ ਜ਼ਿੰਦਗੀ ਵਿੱਚ ਬਹਿ ਕੇ ਅਸੀਂ ਅਨੁਭਵ ਕਰੀਏ ਜੋ ਜੋ ਗੱਲਾਂ ਉਸ ਸਮੇਂ ਦੇ ਵਿੱਚ ਵਰਤ ਰਹੀਆਂ ਨੇ, ਸੱਚ ਜਾਣੋ ਦੁਨੀਆ ਦਾ ਕੋਈ ਐਸਾ ਮਨੁੱਖ ਨਹੀਂ ਹੋਵੇਗਾ ਜਿਹਦਾ ਪਿਆਰ ਨਾਲ ਹਿਰਦਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਚਰਨਾਂ ਵਿੱਚ ਝੁਕੇਗਾ ਨਹੀਂ। ਭੱਟ ਜੀ ਐਵੇਂ ਥੋੜਾ ਕਹਿੰਦੇ ਨੇ ਇੱਕ ਅਰਦਾਸ, ਇਹ ਕੋਈ ਆਮ ਬੋਲ ਥੋੜਾ ਨੇ, ਲਿਖਤੀ ਗੱਲਾਂ ਥੋੜਾ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਫਿਰ ਗੁਣਾ, ਓਹੋ ਮਹਾਰਾਜ ਸਾਹਿਬ ਜੀ ਕੇ ਗੁਣ ਇੱਕ ਬੰਦਾ ਸਾਰੀ ਉਮਰ ਇੱਕ ਸ਼ਬਦ ਲੈ ਕੇ ਵੀ ਬੋਲੇ ਨਾ, ਤਾਂ ਵੀ ਉਹਦੀ ਜੇਵਾ ਮਹਾਰਾਜ ਸਾਹਿਬ ਜੀ ਕੇ ਗੁਣਾਂ ਨੂੰ ਕਥਨ ਨਹੀਂ ਕਰ ਸਕਦੀ।
ਉਹ ਬਖਸ਼ਿਸ਼ ਹੈ ਚੌਥੇ ਪਾਤਸ਼ਾਹ ਜੀ ਕੇ ਜੀਵਨ ਵਿੱਚ। ਚਲੋ ਅੱਜ ਸ਼ਬਦ ਵਿੱਚੋਂ ਵੀ ਸਾਨੂੰ ਇਹ ਟੇਕ ਮਿਲ ਗਈ ਆ। ਗੁਰਮੁਖ ਜਿਹੜੇ ਨੇ ਉਹ ਵਰਤਦੇ ਹੀ ਇੱਦਾਂ ਨੇ, ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ, ਉਹ ਵਰਤਦੇ ਹੀ ਇੱਦਾਂ ਨੇ। ਮੈਂ ਬੇਨਤੀ ਕਰ ਰਿਹਾ ਸੀ, ਜਿਹੜੀ ਛੋਟੀ ਜੀ ਉਮਰ ਪੜ੍ਹਨ ਲਿਖਣ ਦੀ ਉਮਰ ਤੇ ਨਾਨੀ ਮਾਂ ਨੇ ਸੰਸਾਰ ਕਿਰਤ ਵਿੱਚ ਲਾ ਦਿੱਤਾ। ਇਹਦੇ ਨਾਲ ਨਾਲ ਜੋ ਸਾਡੇ ਇਤਿਹਾਸਕਾਰਾਂ ਨੇ ਜ਼ਿਕਰ ਕਰਦੇ ਨੇ, ਜਾਂ ਜਿਵੇਂ ਮੈਂ ਬੇਨਤੀ ਕੀਤੀ ਵੀ ਸਭ ਤੋਂ ਵੱਡਾ ਉਪਕਾਰ ਨਾਨੀ ਮਾਂ ਉਸ ਰੂਹ ਆਤਮਾ ਦਾ ਇਹ ਹੈ ਜਿਹਨੂੰ ਇਸ ਗੱਲ ਦਾ ਭੇਤ ਹੈ ਵੀ ਹੁਣ ਇਹਦੇ ਸਿਰ ਦਾ ਸਾਈਂ ਇੱਕ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਾਂ ਉਹਦਾ ਰੂਪ ਗੁਰੂ ਹੀ ਬਣ ਸਕਦਾ ਹੈ। ਕੁਝ ਇਤਿਹਾਸਕਾਰਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਸ ਦਿਨ ਨਾਨੀ ਮਾਂ ਲਾਹੌਰ ਦੀ ਧਰਤੀ ਤੋਂ ਲੈ ਕਰਕੇ ਆਪਣੇ ਨਗਰ ਬਾਸਰਕੇ ਵੱਲ ਆਉਂਦੀ ਹੈ, ਤੇ ਜਿਵੇਂ ਇੱਕ ਸੰਸਾਰਿਕ ਵਿਧਾਨ ਹੁੰਦਾ ਹੈ, ਹਰ ਦੁੱਖ ਸੁੱਖ ਵੇਲੇ ਅਸੀਂ ਮਨੁੱਖ ਜਿਹੜੇ ਆ ਉਹ ਉਸ ਬੰਦੇ ਦੇ ਘਰ ਜਾ ਕਰਕੇ, ਉਸ ਮਨੁੱਖ ਦੇ ਪਾਸ ਜਾ ਕਰਕੇ ਇੱਕ ਦੁੱਖ ਸਾਂਝਾ ਕਰਦੇ ਹਾਂ। ਇੱਕ ਦੁੱਖ ਸਾਂਝਾ ਕਰਦੇ ਹਾਂ ਵੀ ਮਾੜੀ ਹੋਇਆ ਆਪ ਜੀ ਕੇ ਜਿਹੜੇ ਬੱਚੇ ਜਾਂ ਕੁੱਲ ਵਿੱਚੋਂ ਧੀ ਸੀ, ਜਵਾਈ ਸਨ, ਸੰਸਾਰ ਤੋਂ ਚਲੇ ਗਏ ਨੇ। ਗੁਰੂ ਅਮਰਦਾਸ ਸਾਹਿਬ ਜੀ ਵੀ ਗਏ। ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਜਾ ਕਰਕੇ ਇਹ ਜਿਹੜੀ ਗੱਲ ਹੈ ਮਾਤਾ ਜੀ ਹੋਰਾਂ ਨਾਲੇ ਦੁੱਖ ਪ੍ਰਗਟਾਵਾ ਕੀਤਾ ਤੇ ਆਪਣਾ ਮੁਬਾਰਕ ਹੱਥ ਜਿਹੜਾ ਹੈ ਉਸ ਬੱਚੇ ਦੇ ਸਿਰ ਤੇ ਰੱਖਿਆ। ਕਈ ਵਿਦਵਾਨ ਤਾਂ ਇਹ ਕਹਿੰਦੇ ਨੇ ਵੀ ਮਹਾਰਾਜ ਨੇ ਕਿਹਾ ਸਾਡੇ ਘਰ ਵਿੱਚ ਆਓ, ਸੇਵਾ ਕਰੋ, ਪਰ ਜੇ ਤਾਰੀਖੀ ਹਵਾਲਿਆਂ ਮੁਤਾਬਕ ਥੋੜ੍ਹਾ ਜਿਹਾ ਅਸੀਂ ਵੇਖਾਂਗੇ ਨਾ ਤੇ ਕੁਝ ਥਿੱਤਾਂ ਦੇ ਵੀ ਤਰੀਕਾਂ ਦੇ ਵੀ ਭੇਦ ਰਹਿ ਜਾਂਦੇ ਨੇ। ਉਸ ਵਕਤ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਵੀ ਇੱਕ ਵੱਡੀ ਘਾਲਣਾ ਵਿੱਚ ਆਉਂਦੇ ਨੇ। ਸੋ ਇਤਿਹਾਸ ਕਹਿੰਦਾ ਹੈ ਕੁਝ ਸਮਾਂ ਤਕਰੀਬਨ ਇਤਿਹਾਸਕਾਰਾਂ ਨੇ 6-7 ਸਾਲਾਂ ਦਾ ਖਾਸ ਜ਼ਿਕਰ ਕੀਤਾ ਜਿਹੜਾ ਨਾਨੀ ਮਾਂ ਦੇ ਪਾਸ ਗੁਜ਼ਰਿਆ ਹੈ। ਇੱਥੋਂ ਹੀ ਉਹਨਾਂ ਨੂੰ ਗੁਰੂ ਕੀ ਸੰਗਤ ਨਸੀਬ ਹੋਈ। ਇੱਥੋਂ ਹੀ ਗੁਰੂ ਨਾਨਕ ਸਾਹਿਬ ਜੀ ਕੇ ਘਰ ਦੀ ਮਹਿਮਾ ਪਤਾ ਲੱਗੀ। ਇੱਥੋਂ ਹੀ ਸੰਗਤ ਦੀ ਸੇਵਾ ਦਾ ਇੱਕ ਵੱਡਾ ਮਹਾਤਮ ਪਤਾ ਲੱਗਾ। ਇੱਥੋਂ ਹੀ ਗੁਰੂ ਕੀ ਕਿਰਪਾ ਸਦਕਾ ਸੁਰਤ ਜਿਹੜੀ ਆ ਰੱਬੀ ਸ਼ੁਕਰਾਨੇ ਵੱਲ ਨੂੰ ਤੁਰੀ। ਕਿਉਂਕਿ ਮੈਂ ਬੇਨਤੀ ਕਰਾਂ, ਸੰਸਾਰ ਦੇ ਸੁੱਖ ਬੜੇ ਹੋਣ ਤੇ ਕਿਸੇ ਮਨੁੱਖ ਨੂੰ ਕਹੋ ਤੁਸੀਂ ਸਿਮਰਨ ਕਰ ਲੈ, ਬੜੀ ਔਖੀ ਗੱਲ ਜੇ। ਬਾਬਾ ਜੀ ਨੇ ਬਾਣੀ ਵਿੱਚ ਵੀ ਕਹਿ ਦਿੱਤਾ, ਦੁੱਖ ਦਾਰੂ ਸੁੱਖ ਰੋਗ ਪਿਆ। ਅੱਜ ਜਿੰਨੇ ਸਾਡੇ ਕੋਲ ਵੱਧ ਸੁੱਖ ਨੇ ਨਾ ਗੁਰਮੁਖੋ, ਓਨਾ ਹੀ ਸਾਨੂੰ 10 ਮਿੰਟ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਔਖਾ ਹੈ। ਜਿੰਨੇ ਵੱਧ ਇੱਥੇ ਹੀ ਕਿਤੇ ਨਾ ਕੋਈ ਦੁੱਖ ਦੀ ਮਾਰ ਬੰਦੇ ਨੂੰ ਪਈ ਹੋਵੇ ਨਾ, ਸੱਚ ਜਾਣੋ ਜਿਹੜਾ ਸਿਮਰਨ ਕਰਨ ਦਾ ਆਨੰਦ ਆਉਂਦਾ। ਇਹ ਮੈਂ ਨਹੀਂ ਕਹਿੰਦਾ ਵੀ ਸਾਨੂੰ ਦੁੱਖ ਮਿਲੇ, ਪਰ ਕੁਦਰਤ ਦੇ ਨੇਮ ਵਿੱਚ ਜਦੋਂ ਇਹ ਕਿਤੇ ਘਟਨਾ ਸਾਡੇ ਜੀਵਨ ਵਿੱਚ ਜਾਂ ਕਿਸੇ ਦੇ ਜੀਵਨ ਵਿੱਚ ਵੀ ਅਸੀਂ ਵਰਤਦੀ ਵੇਖਦੇ ਹਾਂ, ਸੁੱਖ ਵਿੱਚ ਬੰਦਾ ਕਦੀ ਵੀ ਉਹ ਸਿਮਰਨ ਨਹੀਂ ਕਰ ਸਕਦਾ ਜਿਹੜਾ ਦੁੱਖ ਵਿੱਚ ਉਹਦੇ ਮੂੰਹੋਂ ਵਾਹਿਗੁਰੂ ਨਿਕਲਦਾ ਹੈ। ਇਸ ਗੱਲ ਨੂੰ ਖਿਆਲ ਵਿੱਚ ਰੱਖਿਓ। ਅੱਜ ਪੂਰੀ ਕਰਾਮਾਤ ਐਵੇਂ ਨਹੀਂ, ਜਿੰਨਾ ਕੁ ਉਸ ਮੁਸ਼ਕਲ ਸਮੇਂ ਵਿੱਚ ਬੰਦਾ ਆਪਣੇ ਰੱਬ ਨੂੰ ਇਕਾਗਰ ਹੋ ਕੇ ਧਿਆਉਂਦਾ ਹੈ, ਸੱਚ ਜਾਣੋ ਰਾਜ ਭਾਗ ਤੇ ਬਹਿਣ ਵਾਲਾ ਕਦੀ ਉੱਦਾਂ ਦੀ ਸੁਰਤੀ ਤਿਆਰ ਨਹੀਂ ਜੇ ਕਰ ਸਕਦਾ, ਕਦੀ ਉੱਦਾਂ ਦੀ ਖੇਡ ਨਹੀਂ ਬਣ ਸਕਦੀ। ਚਲੋ ਜੇ ਪ੍ਰਮਾਤਮਾ ਨੇ ਦੁੱਖ ਵੀ ਦਿੱਤਾ ਨਾ, ਤੇ ਉਹਦੇ ਮਗਰ ਦਾਤ ਵੀ ਬੜੀ ਵੱਡੀ ਹੈ। ਤੇ ਗੁਰਬਾਣੀ ਵਿੱਚ ਕੁਛ ਇਸੇ ਢੰਗ ਨਾਲ ਹੀ ਆਪਣੇ ਰੱਬ ਨੂੰ ਸਲਾਹਿਆ ਵੀ ਗਿਆ। ਆ ਰੋਜ਼ ਆਪਾਂ ਅੰਮ੍ਰਿਤ ਬਾਣੀ ਦਾ ਨਿਤਨੇਮ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਜੀ ਕੀ ਲਿਖੀ ਮੁੱਢਲੀ ਬਾਣੀ ਜਪ ਬਾਣੀ, ਹਰ ਗੁਰੂ ਕਾ ਪਿਆਰ ਵਾਲਾ ਸਿੱਖ ਅੰਮ੍ਰਿਤ ਵੇਲੇ ਪਾਠ ਕਰੇਗਾ। ਬਾਬੇ ਨੇ 2 ਤੁਕਾਂ ਵਿੱਚ ਬਚਨ ਲਿਖੇ। ਮਹਾਰਾਜ ਸਾਹਿਬ ਕਹਿਣ ਲੱਗੇ, ਕੇਤਿਆ ਦੁਖ ਭੂਖ ਸਦ ਮਾਰ। ਬੜੇ ਦੁਨੀਆ ਦੇ ਲੋਕ ਐਸੇ ਨੇ ਸੰਸਾਰ ਵਿੱਚ ਜਿਨ੍ਹਾਂ ਨੂੰ ਇਹ ਮਾਰਾਂ ਪੈ ਰਹੀਆਂ ਨੇ, ਦੁੱਖ ਪੈ ਰਿਹਾ, ਭੁੱਖ ਪੈ ਰਹੀ ਹੈ। ਭੁੱਖ ਤੋਂ ਭਾਵ ਵੀ ਗੁਜ਼ਾਰਾ ਕਰਨ ਲਈ ਕੁਝ ਨਹੀਂ ਹੈ ਪੱਲੇ। ਸਦ ਮਾਰ, ਸਮੇਂ ਦੀ ਮਾਰ ਐਸੀ ਵੱਜ ਰਹੀ ਹੈ ਵੀ ਕੁਝ ਵੀ ਨਹੀਂ ਹੈ। ਪਰ ਮਹਾਰਾਜ ਸਾਹਿਬ ਨਾਲ ਏਡੀ ਗੱਲ ਕੀਤੀ ਸੰਸਾਰ ਦੀ, ਤੇ ਅੱਗੇ ਆਪਣੇ ਰੱਬ ਜੀ ਦੇ ਸ਼ੁਕਰ ਵਿੱਚ ਆ ਗਏ। ਇਹ ਭੇ ਦਾਤ ਤੇਰੀ ਦਾਤਾਰ, ਜੇ ਤੂੰ ਇਹਨਾਂ ਜੀਵਾਂ ਨੂੰ ਦੁੱਖ ਦੇ ਰਿਹਾ ਨਾ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਸਮਝਦਾ ਵੀ ਤੂੰ ਲਾਜ਼ਮੀ ਇਹਨਾਂ ਦਾ ਭਲਾ ਕਰਨਾ ਚਾਹੁੰਦਾ ਹੈ। ਇਹ ਐਵੇਂ ਨਹੀਂ ਪੰਕਤੀਆਂ ਲਿਖੀਆਂ, ਤੂੰ ਲਾਜ਼ਮੀ ਇਹਨਾਂ ਨੂੰ ਕਿਸੇ ਨਾ ਕਿਸੇ ਚੰਗੇ ਰਸਤੇ ਤੇ ਤੋਰਨਾ ਚਾਹੁੰਦਾ, ਕਿਉਂਕਿ ਵੱਡੇ ਦੁੱਖ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ 'ਚ ਕੋਈ ਵੱਡੀ ਪ੍ਰਾਪਤੀ ਵੀ ਨਹੀਂ ਜੇ। ਇੱਕ ਦੁੱਖ ਹੀ ਹੈ। ਚਲੋ ਇਹ ਗੁਰੂ ਕਿਰਪਾ ਕਰੇ ਉੱਦਾਂ ਕਿਸੇ ਨੂੰ ਜ਼ਿੰਦਗੀ 'ਚ ਸਿਮਰਨ ਦੀ ਲਾਗ ਲੱਗ ਜਾਏ, ਚੰਗੀ ਗੱਲ, ਪਰ ਕਈ ਵਾਰ ਜੀਵਨ ਦੇ ਵਿੱਚ ਇਹ ਘਟਨਾਵਾਂ ਵੀ ਲਾਜ਼ਮੀ ਨੇ ਜਿਹੜੀਆਂ ਮੋੜ ਕੇ ਬੰਦੇ ਦੀ ਸੁਰਤ ਨੂੰ ਅਸਲ ਸੱਚ ਵੱਲ ਲੈ ਕੇ ਆਉਂਦੀਆਂ। ਹੁਣ ਠੀਕ ਹੈ, ਅਸੀਂ ਗੱਲ ਤੇ ਕਰ ਰਹੇ ਹਾਂ ਮਹਾਰਾਜ ਸਾਹਿਬ ਜੀ ਕੇ ਜੀਵਨ ਦੀ,
ਅੱਜ ਸਾਰੀ ਦੁਨੀਆ ਵਿੱਚ ਉਹਨਾਂ ਦਾ ਪ੍ਰਕਾਸ਼ ਪੁਰਬ ਸਿੱਖ ਭਾਵਨਾ ਨਾਲ ਕਹਿ ਵੀ ਰਿਹਾ ਧੰਨ ਗੁਰੂ ਰਾਮਦਾਸ, ਪਰੰਤੂ ਉਹ ਜਿਹੜਾ ਜੀਵਨ ਦਾ ਮੁੱਢਲਾ ਸਮਾਂ ਗੁਰੂ ਨੇ ਹੰਢਾਇਆ ਹੈ, ਮੈਂ ਕਹਿੰਦਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਸਾਨੂੰ ਜ਼ਿੰਦਗੀ 'ਚ ਕਦੇ ਕਿਸੇ ਨੂੰ ਇਹ ਦਿਨ ਵੇਖਣ ਨੂੰ ਨਾ ਮਿਲੇ। ਬਿਨਾਂ ਮਾਂ ਪਿਓ ਤੋਂ ਛੋਟੀ ਉਮਰ ਵਿੱਚ ਕਿਰਤ ਕਰਨੀ, ਤੁਸੀਂ ਕਦੇ ਗੌਰ ਕਰਿਓ। ਅੱਜ ਇਸ ਸੰਸਾਰ ਵਿੱਚ ਆਪਾਂ ਰਹਿੰਦੇ ਹਾਂ, ਬੜੀਆਂ ਅਣਮਿੱਥੀਆਂ ਘਟਨਾਵਾਂ ਬੰਦੇ ਦੀ ਜ਼ਿੰਦਗੀ ਵਿੱਚ ਉੱਦਾਂ ਵਰਤ ਜਾਂਦੀਆਂ ਨੇ, ਬੜੇ ਇੱਦਾਂ ਦੇ ਵਾਕਿਆਤ ਹੁੰਦੇ ਨੇ। ਵੇਖੀਏ ਕਈ ਵਾਰ ਗੱਲ ਕੁਝ ਹੋਰ ਹੁੰਦੀ ਹੈ, ਧਿਆਨ ਕਿਤੇ ਹੋਰ ਲੱਗਾ ਹੁੰਦਾ, ਸਾਹਮਣੇ ਜਦੋਂ ਕੁਝ ਆਉਂਦਾ ਤੇ ਫਿਰ ਖਿਆਲ ਕਿਸੇ ਹੋਰ ਪਾਸੇ ਚਲਾ ਜਾਂਦਾ। ਕਈ ਵਾਰ ਇੱਦਾਂ ਵਿਚਰਦਿਆਂ ਇਹ ਗੱਲਾਂ ਸਾਹਮਣੇ ਆ ਜਾਂਦੀਆਂ ਨੇ। ਚਲੋ ਮੈਂ ਬੇਨਤੀ ਕਰ ਦੇਣਾ, ਰੱਬ ਜੀ ਨੇ ਸਾਨੂੰ ਜਨਮ ਤੋਂ ਸੁੱਖ ਦਿੱਤਾ ਹੈ, ਜਨਮ ਤੋਂ ਸਾਨੂੰ ਸੋਹਣੇ ਘਰਾਂ ਵਿੱਚ, ਸੋਹਣੇ ਥਾਵਾਂ ਤੇ ਸੋਹਣਾ ਪਹਿਨਣ ਨੂੰ, ਸੋਹਣਾ ਖਾਣ ਨੂੰ, ਸੋਹਣੇ ਥਾਵਾਂ ਤੇ ਵਿੱਦਿਆ ਦੇ ਇੰਤਜ਼ਾਮ ਬੜਾ। ਮੈਂ ਕਹਿੰਦਾ ਜਿੰਨਾ ਰੱਬ ਦਾ ਸ਼ੁਕਰ ਕਰੀਏ, ਜਿੰਨਾ ਉਹਦੇ ਚਰਨਾਂ 'ਚ ਹੱਥ ਜੋੜੀਏ, ਮਹਾਰਾਜ ਸਾਹਿਬ ਕਹਿੰਦੇ ਨੇ ਘੱਟ ਨਹੀਂ। ਉਹਦੀ ਦਾਤ ਦਾ ਮੁੱਲ ਨਹੀਂ ਪਾ ਸਕਦੇ ਅਸੀਂ, ਬੜਾ ਸੁੱਖ। ਤੁਸੀਂ ਕਦੇ ਗੌਰ ਕਰਿਓ, ਆ ਸਾਡੇ ਹੀ ਸਮਾਜ ਵਿੱਚੋਂ ਬੜੇ ਛੋਟੇ ਛੋਟੇ ਬੱਚੇ ਇਹੋ ਜਿਹੇ ਨੇ ਜਿਹੜੇ ਜਨਮ ਤੋਂ ਹੀ ਕੋਈ ਕਿਸੇ ਹੋਟਲ ਤੇ ਭਾਂਡੇ ਮਾਂਜ ਰਿਹਾ, ਕੋਈ ਕਿਸੇ ਦੁਕਾਨ ਤੇ ਸੌਦਾ ਤੋਲ ਰਿਹਾ, ਉਮਰ ਕੁਝ ਵੀ ਨਹੀਂ, ਅਜੇ ਕੀ ਉਮਰ ਹੈ ਉਹਨਾਂ ਦੀ, ਕੀ ਤਜਰਬਾ ਹੈ, ਕੀ ਗਿਆਨ ਹੈ, ਲੇਕਿਨ ਇੰਨੀ ਛੋਟੀ ਉਮਰ ਵਿੱਚ ਐਡਾ ਵਕਤ ਵਾਲਾ ਕਿਰਤ ਕੰਮ ਕਰਨਾ ਪੈ ਗਿਆ। ਨਿਸ਼ਚੇ ਹੀ ਜ਼ਿੰਦਗੀ 'ਚ ਕਿਸੇ ਨਾ ਕਿਸੇ ਮਜਬੂਰੀ ਦੀ, ਕੋਈ ਦੁੱਖ ਦੀ ਸੱਟ ਵੱਜੀ ਹੋਈ ਹੈ, ਨਿਸ਼ਚੇ ਹੀ। ਚਲੋ ਕਈ ਵਾਰ ਮਾਂ ਪਿਓ ਸਲਾਮਤ ਵੀ ਹੁੰਦੇ ਜੇ, ਮੈਂ ਵੀ ਵੇਖਿਆ ਜਗਤ ਵਿੱਚ ਫਿਰਦਿਆਂ ਤੁਰਦਿਆਂ ਜਿੰਨਾ ਕੁ ਸਾਹਮਣੇ ਆ ਜਾਂਦਾ, ਪਰ ਗੱਲ ਕੀ ਵੀ ਉਹ ਇੰਨੇ ਕੁ ਔਗੜਾਂ ਨਾਲ ਭਰੇ ਹੁੰਦੇ ਨੇ, ਸ਼ਰਾਬੀ ਕੁਆਬੀ ਵੀ ਵਿਚਾਰੀ ਔਲਾਦ ਨੂੰ ਉੱਥੇ ਵੀ ਦੁੱਖ ਝੱਲਣੇ ਪੈ ਜਾਂਦੇ ਨੇ। ਚਲੋ ਉਹਨਾਂ ਦੀ ਗੱਲ ਛੱਡੋ, ਜੇ ਇੱਕ ਬੱਚਾ ਬੜੀ ਛੋਟੀ ਉਮਰ ਵਿੱਚ ਦੁੱਖ ਭੋਗਦਾ ਤੇ ਮੈਂ ਕਹਿੰਦਾ ਇੱਥੋਂ ਤੇ ਸਾਨੂੰ ਮਹਾਰਾਜ ਸਾਹਿਬ ਜੀ ਕੇ ਜੀਵਨ ਦੀ ਸਾਰੀ ਸਾਖੀ ਮਿਲ ਜਾਂਦੀ ਹੈ, ਇੱਥੋਂ ਤੇ ਸਾਡੇ ਅੱਗੇ ਸਾਰਾ ਇਤਿਹਾਸ ਹੀ ਆ ਜਾਂਦਾ। ਸ਼ੁਕਰ ਹੈ ਰੱਬ ਨੇ ਸਾਨੂੰ ਇਸ ਪਾਸੇ ਨਹੀਂ, ਇਹ ਦੁੱਖ ਨਹੀਂ ਮਿਲਿਆ। ਪਰ ਜਿੱਥੋਂ ਮਹਾਰਾਜ ਸਾਹਿਬ ਜੀ ਨੇ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ, 3 ਪੜਾਅ ਲਿਖੇ ਮਹਾਰਾਜ ਸਾਹਿਬ ਜੀ ਕੇ ਜੀਵਨ ਦੇ ਸਾਡੇ ਵਿਦਵਾਨਾਂ ਨੇ। ਇੱਕ ਪਹਿਲਾ, ਇਹ ਅਤਿਅੰਤ ਦੁਖਦਾਈ, ਕੁਝ ਸਮਾਂ ਮਾਂ ਪਿਓ ਦਾ ਸਾਥ ਮਿਲਿਆ, ਫਿਰ ਉਹ ਚਲੇ ਗਿਆ। ਜਦੋਂ ਤੱਕ ਮਿਲਿਆ ਅਚਨਚੇਤ ਅਵਸਥਾ, 2-7 ਸਾਲ ਦੀ ਉਮਰ, ਕੋਈ ਵੱਡਾ ਗਿਆਨ ਨਹੀਂ ਮਨੁੱਖ ਪਾਸ। ਫਿਰ ਉਸ ਤੋਂ ਅੱਗੇ ਕੋਈ 21 ਵਰ੍ਹੇ ਗੋਬਿੰਦਵਾਲ ਸਾਹਿਬ ਦੀ ਧਰਤੀ ਦੀ ਸੇਵਾ ਜੀ। ਸੱਚ ਜਾਣੋ ਉਹ ਵਾਲਾ ਇਤਿਹਾਸ ਤੇ ਕਿਤੇ ਮਨੁੱਖ ਫਰੋਲ ਦੇਵੇ ਜਾਂ ਉਹਨੂੰ ਵੇਖੀਏ ਅੰਦਰ ਵੜ ਕੇ, ਦੁਨੀਆ ਤੇ ਕੋਈ ਐਸੀ ਮਿਸਾਲ ਨਹੀਂ ਜਿਹਨੇ ਏਡੀ ਵੱਡੀ ਘਾਲਣਾ ਘਾਲੀ ਹੋਵੇ। ਮੈਂ ਕਹਿੰਦਾ ਐਵੇਂ ਨਹੀਂ ਭੱਟ ਜੀ ਹੋਰਾਂ ਨੇ 60 ਸਵਈਏ ਮਹਾਰਾਜ ਸਾਹਿਬ ਜੀ ਕੇ ਜੀਵਨ ਤੇ ਲਿਖੇ, ਤੇ ਉਹਨਾਂ ਨੇ ਸਿਫਤ ਕਰਦਿਆਂ ਕਰਦਿਆਂ ਇੱਥੋਂ ਤੱਕ ਲਿਖ ਦਿੱਤਾ, ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਸੇ ਜਸ ਗਾਵਤ ਹੈ, ਧਰਮ ਪੰਥ ਧਰਿਓ ਧਰਨੀ ਧਰ ਆਪ ਲਿਵਤਾਰ ਨਏ ਨਾ ਧਾਵਤ ਹੈ। ਜਮ ਉਹ ਕਹਿੰਦੇ ਨੇ ਮਥੁਰਾ ਪਨ ਭਾਗ ਭਲੇ ਉਨਕੇ ਜੋ ਚਰਨ ਗੁਰੂ ਚਿਤ ਲਾਵਤ ਹੈ, ਜਮ ਕੇ ਸੁਤ ਕੋ ਤਿਨ ਤਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ। ਇਹ ਕਿੱਥੇ ਜਾ ਕੇ ਗੱਲ ਕਰ ਰਹੇ ਨੇ ਭੱਟ ਜੀ। ਜੇ ਵੇਖਾਂਗੇ ਨਾ ਮਹਾਰਾਜ ਸਾਹਿਬ ਜੀ ਕੇ ਜੀਵਨ ਵਿੱਚੋਂ, ਸੱਚਮੁੱਚ ਬਹੁਤ ਵੱਡੀ ਘਾਲਣਾ ਹੈ, ਬਹੁਤ ਵੱਡੀ ਘਾਲਣਾ ਹੈ। 21 ਵਰ੍ਹਿਆਂ ਦਾ ਤਪ ਕਵਾਂਗਾ ਮੈਂ, 21 ਵਰ੍ਹਿਆਂ ਦੀ ਸੇਵਾ, ਤੇ ਸੇਵਾ ਕਰਦਿਆਂ ਕਰਦਿਆਂ ਕਦੀ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਨਾ ਤੇ ਕੋਈ ਮੰਗ ਮੰਗੀ ਹੈ ਤੇ ਨਾ ਕਿਤੇ ਕੋਈ ਆਪਾ ਜਨਾਇਆ। ਆਪਾ ਜਨਾਉਣ ਤੋਂ ਭਾਵ ਆ ਬਾਣੀ ਪੜ੍ਹਾਂਗੇ ਨਾ, ਮੈਂ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਰਾਮਦਾਸ ਸਾਹਿਬ ਜੀ ਕੇ ਕਿਤੇ ਬੋਲ ਸਿੱਖ ਭਾਵਨਾ ਨਾਲ ਪੜ੍ਹ ਲਵੇ। ਚਲੋ ਜਦੋਂ ਲੜੀਵਾਰ ਪਾਠ ਕਰੀਦੇ ਨੇ, ਬਾਣੀ ਦੇ ਸਾਹਮਣੇ ਆਉਂਦੀ, ਬਾਣੀ ਸਾਰੇ ਬਚਨ ਆਉਂਦੇ। ਆਪਾ ਜਨਾਉਣ ਦੀ ਵੀ ਜੇ ਆਪਾਂ ਗੱਲ ਵੇਖਾਂਗੇ ਨਾ, ਤੇ ਮਹਾਰਾਜ ਬਾਣੀ ਲਿਖਦੇ ਗੌੜੀ ਰਾਗ ਵਿੱਚ ਹੀ ਚਲੋ ਉਹਨਾਂ ਦਾ ਇੱਕ ਬਚਨ ਆਉਂਦਾ, ਮੇਰੇ ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ। ਹੁਣ ਆਯੂ ਤੇ ਵੱਡੀ ਹੋ ਚੁੱਕੀ ਹੈ, ਤੇ ਸੱਚ ਜਾਣੋ ਜਿਹਨੂੰ ਜ਼ਿੰਦਗੀ 'ਚ ਐਡੀ ਵੱਡੀ ਦੁੱਖ ਦੀ ਮਾਰ ਪਈ ਹੋਵੇ, ਉਹ ਕਿਹੜੇ ਪਾਸੋਂ ਆਣਾ ਰਹਿ ਸਕਦਾ ਹੈ। ਇਹ ਠੀਕ ਹੈ, ਜੇ ਬਹੁਤਾ ਸੁੱਖ ਵਿੱਚ ਬੰਦਾ ਪੜ੍ਹਿਆ ਲਿਖਿਆ ਪਲਿਆ, ਸੁੱਖ ਸਹੂਲਤਾਂ, ਉਹਨੂੰ ਤੇ ਮੰਨਾਂਗੇ ਵੀ ਉਹ ਬੁੱਢਾ ਹੋ ਕੇ ਵੀ ਆਣਾ ਹੀ ਹੋਵੇਗਾ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬਹੁਤਾਤ ਆ, ਕਿਉਂਕਿ ਉਹ ਗੱਲ ਨੂੰ ਨਹੀਂ ਸਮਝ ਸਕੇਗਾ ਜਿਹੜੀ ਦੁੱਖ ਦੀ ਮਾਰ ਤੇ ਸੰਸਾਰ ਦਾ ਵਰਤਾਰਾ ਹੈ। ਸੁੱਖ ਮਿਲਿਆ, ਬਹੁਤ ਸੁੱਖ ਮਿਲਿਆ,
ਪਰੰਤੂ ਜਿਹਨੂੰ ਬਚਪਨ ਤੋਂ ਹੀ ਏਡਾ ਭਿਅੰਕਰ ਦੁੱਖ ਉਹਦਾ ਸਾਹਮਣਾ ਕਰਨਾ, ਉਹ ਕਿਹੜੇ ਪਾਸੋਂ ਆਣਾ ਹੋ ਸਕਦਾ? ਉਹਨੂੰ ਤੇ ਉਹ ਕਵਾਂਗੇ ਬਈ ਸੰਸਾਰਿਕ 60 ਸਾਲ ਦੇ ਸੁਖੀ ਬਜ਼ੁਰਗ ਤੋਂ ਵੱਡਾ ਦੁੱਖ, ਉਹ ਵੱਡਾ ਗਿਆਨ ਉਹਨਾਂ ਬਚਪਨ ਵਿੱਚ ਪ੍ਰਾਪਤ ਕਰ ਲਿਆ। ਪਰ ਆਪਾ ਜਨਾਉਣ ਦੀ ਗੱਲ ਹੈ ਨਾ, ਉੱਥੇ ਅਰਦਾਸ ਹੈ ਮਹਾਰਾਜ ਸਾਹਿਬ ਜੀ ਕੀ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ, ਧੰਨ ਧੰਨ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਸ਼ ਦੇ ਕੀਏ ਹਮ ਸਿਆਣੇ। ਇਹ ਤੇ ਧੰਤਾ ਦੇ ਯੋਗ ਹੈ ਉਹ ਪੁਰਖ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਪਾਵਨ ਮੁਖ ਤੋਂ ਰੱਬੀ ਉਪਦੇਸ਼ ਦੇ ਕੇ, ਗਿਆਨ ਸੁਣਾ ਕੇ, ਆਪਣੀ ਮੱਤ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ ਹੈ। ਇਹ ਉਹਨਾਂ ਦੀ ਵਡਿਆਈ ਹੈ। ਭੱਟ ਜੀਆਂ ਨੇ ਐਵੇਂ ਥੋੜ੍ਹਾ ਲਿਖਿਆ, ਨਾਨਕ ਤੂੰ ਲੈਣਾ ਤੂੰ ਹੀ ਗੁਰੇ ਅੰਮ੍ਰਿਤ ਤੋਂ ਵਿਚਾਰਿਆ। ਸੋ ਇਹ ਮੈਂ ਬੇਨਤੀ ਕਰਾਂ, ਉਹਨਾਂ ਦੇ ਜੀਵਨ ਦਾ ਇੱਕ ਵੱਡਾ ਤਪ ਹੈ ਗੁਰਮੁਖੋ। ਇਹ ਵੀ ਇੱਕ ਅਕੱਤ ਕਥਾ ਹੈ। ਮਹਾਰਾਜ ਸਾਹਿਬ ਜੀ ਨੇ 21 ਵਰ੍ਹੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਕਰਕੇ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਪਾਈਆਂ, ਬਹੁਤ ਵੱਡੀ ਵਡਿਆਈ ਪ੍ਰਾਪਤ ਕੀਤੀ ਤੋਂ ਭਾਵੇਂ ਵੀ ਸੇਵਾ ਕੀਤੀ, ਸਿਮਰਨ ਕੀਤਾ, ਤੇ ਉਸ ਸਿਮਰਨ ਦੀ ਬਦੌਲਤ ਹੀ, ਉਸ ਸੇਵਾ ਤਪ ਕਰਮ ਦਾ ਫਲ ਹੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਉਸ ਆਪਣੇ ਸੇਵਕ ਨੂੰ ਗਲਵੱਕੜੀ ਵਿੱਚ ਲੈ ਕਰਕੇ ਤੇ ਇਸ ਸਿੰਘਾਸਨ ਤੇ ਇਸ ਗੱਦੀ ਤੇ ਬਿਠਾ ਦਿੱਤਾ ਸੀ। ਜੇ ਕਿਤੇ ਆਪਣੇ ਇਤਿਹਾਸ ਵਿੱਚ ਵੇਖਿਆ ਜਾਂ ਸੁਣਿਆ ਹੋਵੇ ਨਾ ਗੁਰਮੁਖੋ, ਤੇ ਸੱਚਮੁੱਚ ਇਹ ਘਟਨਾ ਵੀ ਬੜੀ ਅਹਿਮ ਹੈ, ਬੜੀ ਭਾਵਪੂਰਵਕ ਹੈ। ਆ ਇੱਕ ਸ਼ਬਦ ਅਸੀਂ ਬਾਣੀ ਵਿੱਚ ਮਹਾਰਾਜ ਸਾਹਿਬ ਜੀ ਦਾ ਲਿਖਿਆ ਪੜ੍ਹਦੇ ਹਾਂ। ਉੱਥੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਬੜੇ ਸੁਖਾਲੇ ਬਚਨ ਤੇ ਸੌਖੇ ਨੇ, ਪਰ ਆਪ ਅੰਕਿਤ ਕੀਤੇ ਨੇ, ਤੇ ਉਹਦੇ ਵਿੱਚ ਲਿਖਦੇ ਨੇ ਮਹਾਰਾਜ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਬਿਸਮ ਹੋਏ ਜਾਏ। ਜਿਵੇਂ ਅੱਜ ਵੀ ਗੱਲ ਹੈ ਨਾ, ਜਗਜੀਵਨ ਮਨ ਵਸਾਵਣੇ, ਤੇਰੇ ਗੁਣ ਮੈਂ ਕਿਵੇਂ ਆਪਣੀ ਜ਼ੁਬਾਨ ਨਾਲ ਬਿਆਨ ਕਰਾਂ ਸਤਿਗੁਰਾ, ਕਿਉਂਕਿ ਮੈਂ ਤੇ ਇੱਕ ਵਾਰ ਆਪਣੇ ਮੁਖ ਤੋਂ ਕਹਿ ਦੇਵਾਂ ਧੰਨ ਸਤਿਗੁਰੂ, ਤੇ ਮੇਰੀ ਜੇਬਾ ਖੜ ਜਾਂਦੀ ਹੈ। ਇਹਦੇ ਅਰਥ ਕਰਾਂਗੇ ਨਾ, ਇਹ ਹੀ ਆਉਣਗੇ। ਹੋਰ ਭਾਵੇਂ ਜਿੰਨਾ ਮਰਜ਼ੀ ਉਰਾਂ ਪਰਾਂ ਨਿਕਲ ਜਾਈਏ, ਪਰ ਅਨੁਭਵੀ ਅਰਥਾਂ ਵੱਲ ਜਾਵਾਂਗੇ ਤੇ ਇਹੀ ਗੱਲ ਆਵੇਗੀ ਵੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਇਸ ਜੇਵਾ ਨਾਲ ਮੈਂ ਤੈਨੂੰ ਕਿਵੇਂ ਤੇਰਾ ਸ਼ੁਕਰ ਕਰਾਂ, ਕਿਵੇਂ ਤੈਨੂੰ ਕਵਾਂ ਕਿ ਧੰਨ ਹੈ ਤੂੰ, ਕਿਉਂਕਿ ਮੇਰਾ ਤਾਂ ਇੱਕ ਵਾਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਆ ਜੇਵਾ ਰੁਕ ਜਾਂਦੀ ਹੈ। ਰੁਕਣ ਤੋਂ ਭਾਵ ਹੈ ਕਿ ਜਦੋਂ ਬੋਲੀ ਦਾ ਨਾ ਧੰਨ ਗੁਰੂ ਅਮਰਦਾਸ ਜੀ, ਮੁਖ ਬੰਦ ਹੋ ਜਾਂਦਾ ਤੇ ਅੰਦਰੋਂ ਸ਼ੁਕਰ ਵਿੱਚ ਸੁਰਤ ਤੇਰੇ ਚਰਨਾਂ ਵਿੱਚ ਲੱਗ ਜਾਂਦੀ ਹੈ। ਇਹ ਇਸ ਪੰਕਤੀ ਦੇ ਅਰਥ ਇਹ ਨੇ ਵੀ ਅੰਦਰੋਂ ਧਿਆਨ ਤੇਰੇ ਚਰਨਾਂ ਵਿੱਚ ਆ ਕੇ ਟੇਕੀ ਜਾਂਦਾ ਹੈ, ਵਿਸਮਾਦ ਵਿੱਚ ਸੁਰਤ ਚਲੀ ਜਾਂਦੀ ਹੈ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਬਿਸਮ ਹੋਏ ਜਾਏ। ਬਿਸਮ ਤੋਂ ਭਾਵ ਵਿਸਮਾਦ ਵਾਲੀ ਬਿਰਤੀ ਆ ਜਾਂਦੀ ਹੈ, ਅਸਚਰਜਤਾ ਛਾ ਜਾਂਦੀ ਹੈ, ਅੰਦਰ ਵਾਹ ਵਾਹ ਦੀ ਧੁਨੀ ਆ ਜਾਂਦੀ ਹੈ। ਮਹਾਰਾਜ ਸਾਹਿਬ ਕਹਿੰਦੇ ਤੂੰ ਗੁਰ ਪਿਤਾ, ਤੂੰ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਉਹ ਪਾਵਨ ਵਚਨ ਮਹਾਰਾਜ ਜੀ ਨੇ ਦਰਜ ਕੀਤਾ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰੂ ਰਾਖ ਲੀਏ ਛਡਾਏ। ਅਪਰਾਧੀ, ਚਲੋ ਵੈਸੇ ਸਾਡੇ ਸੰਸਾਰਿਕ ਅਰਥਾਂ ਵਿੱਚ ਨਾ ਅਪਰਾਧੀ ਉਹ ਜਿਹੜਾ ਸੰਸਾਰਿਕ ਪੱਧਰ ਤੇ ਜ਼ੁਰਮ ਕਰਦਾ ਹੈ। ਜਿਵੇਂ ਜਿਹਨੂੰ ਆ ਪੁਲਿਸ ਫੜ ਲਵੇ, ਇੱਕ ਕਾਨੂੰਨ ਸਜ਼ਾ ਦੇਵੇ, ਉਹਨੂੰ ਅਪਰਾਧੀ ਮੰਨਿਆ ਜਾਂਦਾ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਆਪਣੀ ਜ਼ਿੰਦਗੀ ਵਿੱਚ ਐਸਾ ਅਵਗੁਣ ਕੋਈ ਨਹੀਂ ਜੇ ਕੀਤਾ, ਨਾ ਹੀ ਕਿਤੇ ਵੇਖਣ ਨੂੰ ਮਿਲਣਾ ਹੈ, ਕਿਉਂਕਿ ਉਹ ਬੜੀ ਪਵਿੱਤਰ ਰੂਹ ਆਤਮਾ, ਸਾਖਸ਼ਾਤ ਪਾਰਬ੍ਰਹਮ ਪਰਮੇਸ਼ਵਰ ਆਪ ਉਸ ਘਰ ਵਿੱਚ ਪ੍ਰਕਾਸ਼ ਹੋ ਰਹੇ ਨੇ। ਫਿਰ ਵੀ ਇੱਕ ਨਿਮਰਤਾ ਅਧੀਨ ਉਹ ਬੇਨਤੀ ਕਰਦੇ ਨੇ, ਹਮ ਜੈਸੇ ਅਪਰਾਧੀ, ਸਾਡੇ ਵਰਗੇ ਮੁਜਰਮ, ਸਾਡੇ ਵਰਗੇ ਦੋਸ਼ੀ। ਚਲੋ ਜੇ ਮੈਂ ਆਪਣੇ ਵੀ ਜੀਵਨ ਦੀ ਗੱਲ ਕਰਾਂਗਾ ਨਾ, ਸੱਚ ਜਾਣੋ ਤੁਹਾਨੂੰ ਨਹੀਂ ਵੀ ਪਤਾ, ਮੈਂ ਵੀ ਅਪਰਾਧ ਕੀਤੇ ਹੋਣਗੇ। ਬੰਦਾ ਨਹੀਂ ਰਹਿ ਸਕਦਾ ਇਹਨਾਂ ਗੱਲਾਂ ਤੋਂ, ਸੰਸਾਰਿਕ ਬਿਰਤੀ ਨਹੀਂ ਛੁੱਟ ਸਕਦੀ, ਹੋ ਜਾਂਦੇ ਨੇ ਕੁਦਰਤੀ। ਜਿੰਨਾ ਮਰਜ਼ੀ ਕੋਈ ਸਾਧ ਸੰਤ ਹੋਵੇ, ਕਿਤੇ ਨਾ ਕਿਤੇ ਹੋ ਹੀ ਜਾਂਦੀ ਹੈ ਗੱਲ। ਮਹਾਰਾਜ ਸਾਹਿਬ ਕਹਿੰਦੇ ਨੇ ਦਾਤਾ ਜੀ, ਸਾਡੇ ਵਰਗੇ ਮੁਜਰਮ, ਸਾਡੇ ਵਰਗੇ ਉਹ ਜਿਨ੍ਹਾਂ ਨੂੰ ਕੋਈ ਫੜਦਾ ਨਹੀਂ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ। ਕਿੰਨੇ ਰੱਖਣਾ ਸੀ ਆਪਣੇ ਦਰ ਤੇ? ਸੱਚ ਜਾਣੋ, ਤੁਸੀਂ ਕਦੇ ਜ਼ਿੰਦਗੀ 'ਚ ਪ੍ਰੈਕਟੀਕਲ ਕਰਕੇ ਵੇਖ ਲਿਓ ਗੁਰਮੁਖੋ, ਕਿਸੇ ਰਾਜੇ ਨੂੰ ਕਹਿ ਦਿਓ ਵੀ ਇੰਨੇ ਬੱਚੇ ਸਮਾਜ ਵਿੱਚ ਯਤੀਮ ਫਿਰਦੇ ਨੇ, ਮਾਂ ਪਿਓ ਸਿਰ ਤੇ ਨਹੀਂ, ਇਹਨਾਂ ਲਈ ਕੋਈ ਉੱਦਮ ਕਰ ਦਿਓ, ਇਹਨਾਂ ਦੀ ਪੜ੍ਹਾਈ ਦਾ ਕੋਈ ਇੰਤਜ਼ਾਮ ਕਰ ਦਿਓ।
ਇਹਨਾਂ ਦੇ ਰਹਿਣ ਲਈ ਕੋਈ ਰਹਿਣ ਬਸੇਰਾ, ਕੋਈ 2-4 ਮਨੁੱਖ ਐਸੇ ਤਨਖਾਹਦਾਰ ਲਾ ਦਿਓ ਜਿਹੜੇ ਇਹਨਾਂ ਨੂੰ ਸੋਹਣੇ ਸਮੇਂ ਰੋਟੀ ਖਵਾ ਸਕਣ, ਵਸਤਰ। ਰਾਜਾ ਵੀ ਨਹੀਂ ਕਰ ਸਕਦਾ, ਔਖਾ ਹੈ ਨਾ। ਕਿਉਂਕਿ ਜੇ ਚਲੋ ਮੈਂ ਬੇਨਤੀ ਕਰਾਂ ਇੱਦਾਂ ਦਾ ਸਿਸਟਮ ਵੀ ਹੋ ਜੇ ਨਾ ਸਾਡੇ ਸਮਾਜ ਵਿੱਚ, ਆਪ ਚਲੋ ਸਾਰੇ ਸਿਆਣੇ ਗੁਰਮੁਖ ਬੈਠੇ ਹੋ, ਤਾਂ ਵੀ ਸਮਾਜ ਦੀ ਦਸ਼ਾ ਬਦਲ ਜਾਏਗੀ। ਸਮਾਜ ਵਿੱਚ ਜਿਹੜੀ ਬਾਲ ਮਜ਼ਦੂਰੀ ਚੱਲਦੀ ਹੈ, ਛੋਟੀ ਛੋਟੀ ਉਮਰ ਵਿੱਚ ਜਿਨ੍ਹਾਂ ਨੂੰ ਵੱਡੇ ਕਸ਼ਟ ਝੱਲਣੇ ਪੈਂਦੇ ਨੇ, ਛੋਟੀ ਛੋਟੀ ਉਮਰ ਵਿੱਚ ਜਿਹੜੇ ਮੁਸ਼ਕਲਾਂ ਨਾਲ ਮਾਰੇ ਜਾਂਦੇ ਨੇ, ਫਿਰ ਉਹ ਸਾਰੀ ਉਮਰ ਉਹ ਜੀਵਨ ਬੜੇ ਦੁੱਖਾਂ ਵਿੱਚ ਬੀਤਦਾ ਹੈ। ਸਮਾਜ ਇੱਕ ਵੱਡਾ ਰਾਜਾ ਵੀ ਨਹੀਂ ਇਹ ਕੁਝ ਕਰ ਸਕਦਾ। ਮਹਾਰਾਜ ਸਾਹਿਬ ਕਹਿਣ ਲੱਗੇ, ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਸਾਨੂੰ ਰੱਖਿਆ, ਤੇ ਬੜੇ ਪਿਆਰ ਨਾਲ ਰੱਖਿਆ। ਗੁਰਮੁਖੋ, ਸਾਖੀ ਵਿੱਚ ਮੈਂ ਵੇਖਿਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੇ ਨਾ ਸਾਰਾ ਦਿਨ ਗੋਇੰਦਵਾਲ ਸਾਹਿਬ ਸੇਵਾ ਕਰਵਾਉਣੀ, ਸਰੋਵਰ ਦੀ ਸੇਵਾ ਚੱਲਣੀ, ਸ਼ਾਮਾਂ ਪੈਣੀਆਂ, ਸਾਰੀ ਸੰਗਤ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਜੁੜਨਾ। ਬੌਲੀ ਸਾਹਿਬ ਦੀ ਸੇਵਾ ਮਹਾਰਾਜ ਸਾਹਿਬ ਜੀ ਨੇ ਕਿਹਾ, ਬਿਰਾਸਾ ਦਰਿਆ ਦੇ ਕਿਨਾਰੇ ਤੇ ਤੀਰਥ ਉਸਾਰਿਆ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਬਿਪਾਸ ਬਣਾਇਓ। ਸੰਧਿਆ ਵੇਲਾ ਹੋਣਾ, ਮਹਾਰਾਜ ਸਾਹਿਬ ਜੀ ਨੇ ਸੰਗਤਾਂ ਨੂੰ ਕਹਿਣਾ, ਭਾਈ ਹੱਥ ਮੂੰਹ ਸਾਫ਼ ਕਰ ਲਓ, 5 ਇਸ਼ਨਾਨਾਂ ਇਸ਼ਨਾਨ ਕਰ ਲਓ, ਗੁਰੂ ਕੀ ਸੰਗਤ ਸੰਧਿਆ ਵੇਲੇ ਦਾ ਨਿਤਨੇਮ ਹੋਵੇਗਾ। ਸਾਰੀ ਸੰਗਤ ਨੇ ਆਪਣੇ ਕਾਰਜ ਸਮੇਟ ਕੇ ਤੇ ਉੱਤੇ ਆ ਜਾਣਾ। ਇਤਿਹਾਸ ਕਹਿੰਦਾ ਹੈ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵਿਸ਼ੇਸ਼ ਕਰਕੇ ਇਸ ਭਾਈ, ਚਲੋ ਕੁਝ ਇਤਿਹਾਸਕਾਰਾਂ ਨੇ ਨਾਮ ਜੇਠਾ ਲਿਖਿਆ, ਵੈਸੇ ਅਸੀਂ ਗੁਰੂ ਰਾਮਦਾਸ ਸਾਹਿਬ ਹੀ ਮਹਾਰਾਜ ਵਰਤਦੇ ਆ, ਕਿਉਂਕਿ ਸਾਡੇ ਸਾਰੇ ਸਰੋਤਾਂ ਵਿੱਚ ਰਾਮਦਾਸ ਸ਼ਬਦ ਹੀ ਹੈ, ਜੇਠਾ ਸ਼ਬਦ ਕਿਤੇ ਨਹੀਂ। ਉਹਨਾਂ ਨੇ ਬੜੇ ਪਿਆਰ ਨਾਲ ਆਵਾਜ਼ ਮਾਰਨੀ, ਕਹਿਣ ਲੱਗੇ, ਪੁੱਤਰ ਤੂੰ ਇੱਥੇ ਸਾਡੇ ਪਾਸ ਆ ਕੇ ਬਹਿ ਜਾ। ਤੇ ਇਤਿਹਾਸ ਕਹਿੰਦਾ ਇੱਕ ਪਾਸੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਸਿੰਘਾਸਣ ਹੋਣਾ, ਸੰਧਿਆ ਦਾ ਨਿਤਨੇਮ ਹੋਣਾ, ਰਬਾਬੀਆਂ ਨੇ ਕੀਰਤਨ ਗਾਉਣਾ, ਸੋਦਰ ਪੜ੍ਹਨੀ। ਉਸ ਤੋਂ ਬਾਅਦ ਜੋ ਗੁਰੂ ਘਰ ਦਾ ਨਿਤਨੇਮ ਹੈ, ਮਹਾਰਾਜ ਸਾਹਿਬ ਜੀ ਨੇ ਬਚਨ ਆਪਣੇ ਮੁਖ ਤੋਂ ਪ੍ਰਕਾਸ਼ ਕਰਨੇ, ਬੋਲਣੇ ਤੇ ਸੰਗਤ ਨੇ ਸੁਣਨੇ। ਪਰ ਸਾਰਾ ਦਿਨ ਸੇਵਾ ਕਰਨ ਤੋਂ ਬਾਅਦ ਇਹ ਛੋਟਾ ਬੱਚਾ, ਛੋਟੀ ਉਮਰ, ਕਿਉਂਕਿ ਆਯੂ ਛੋਟੀ ਹੈ ਨਾ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਮਾਧੀ ਸਥਿਤ ਹੋ ਕੇ ਨੇਤਰ ਬੰਦ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਰਹਿੰਦੇ ਨੇ। ਰੰਚਕ ਮਾਤਰ ਵੀ ਹਰਕਤ ਨਹੀਂ ਹੁੰਦੀ ਤਨ ਵਿੱਚ, ਕਿਉਂਕਿ ਐਵੇਂ ਥੋੜ੍ਹਾ ਗੁਰਮੁਖੋ ਏਡੀਆਂ ਏਡੀਆਂ ਪਦਵੀਆਂ ਮਿਲਦੀਆਂ ਗੁਰੂ ਨਾਨਕ ਦੇ ਘਰੋਂ, ਏਡੀਆਂ ਏਡੀਆਂ ਅਰਦਾਸਾਂ। ਚਲੋ ਬਚਨ ਆਪਾਂ ਪੜ੍ਹ ਰਹੇ, ਹਮ ਜੈਸੇ ਅਪਰਾਧੀ। ਹੁਣ ਆਪਾਂ ਅਪਰਾਧੀ ਹਾਂ, ਮੈਂ ਖੁਦ ਕਹਿੰਦਾ ਬਹੁਤ ਦੋਸ਼ ਨੇ ਸਾਡੀ ਜ਼ਿੰਦਗੀ ਵਿੱਚ, ਬੜੇ ਬੋਲ ਕਬੋਲ ਅਸੀਂ ਬੋਲਦੇ ਹਾਂ, ਬੜੇ ਥਾਵਾਂ ਤੇ ਸਾਡੀ ਹਉਮੈ ਅੱਗੇ ਆ ਕਰਕੇ ਬੋਲਦੀ ਹੈ। ਪਰੰਤੂ ਜੇਕਰ ਇੱਦਾਂ ਬਖਸ਼ਿਆ ਜਾਣਾ, ਆਪਣੇ ਆਪ ਨੂੰ ਬਖਸ਼ਾਉਣਾ, ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਚਰਨਾਂ ਵਿੱਚ 20 ਮਿੰਟਾਂ ਲਈ ਨੇਤਰ ਬੰਦ ਕਰਕੇ ਤੇ ਗੁਰੂ ਨਾਨਕ ਨੂੰ ਯਾਦ ਕਰਕੇ ਅਰਦਾਸ ਕਰੀਏ, ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੀਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ। ਫਿਰ ਜਿਸ ਪੱਧਰ ਤੋਂ ਜੀਵਨ ਸ਼ੁਰੂਆਤ ਹੋ ਰਹੀ ਹੈ, ਮੈਂ ਬੇਨਤੀ ਕੀਤੀ, ਅਸੀਂ ਤੇ ਬੜੇ ਸੁੱਖਾਂ ਵਿੱਚ ਜੰਮੇ ਪਲੇ ਹਾਂ, ਸਾਨੂੰ ਕੀ ਪਤਾ ਉਹਨਾਂ ਘਟਨਾਵਾਂ ਦਾ। ਜਿਸ ਪੱਧਰ ਤੋਂ ਜੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਾਂਹ ਨਹੀਂ ਫੜਦੇ, ਇੱਕ ਯਤੀਮ ਬੱਚੇ ਦੀ, ਅਨਾਥ ਬੱਚੇ ਦੀ ਕੈਸੀ ਜ਼ਿੰਦਗੀ ਹੁੰਦੀ ਹੈ। ਤੁਸੀਂ ਸਾਰੇ ਸਿਆਣੇ ਗ੍ਰਸਤੀ ਗੁਰਮੁਖ ਬੈਠੇ ਹੋ, ਮੈਨੂੰ ਬਹੁਤਾ ਕਹਿਣ ਦੀ ਲੋੜ ਨਹੀਂ। ਇੱਕ ਉਸ ਬੱਚੇ ਦੀ ਜਿਹਦੇ ਜਨਮ ਤੋਂ ਮਾਂ ਪਿਓ ਗਏ, ਨਾਨੀ ਗਈ, ਮਹਾਰਾਜ ਕਹਿਣ ਲੱਗੇ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰੂ ਰਾਖ ਲਿਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ। ਠੀਕ ਹੈ, 7 ਸਾਲਾਂ ਵਿੱਚ ਬਾਬਾ ਹਰਦਾਸ ਸਾਹਿਬ ਜੀ ਚਲੇ ਗਏ, 2 ਸਾਲਾਂ 'ਚ ਮਾਂ ਦਇਆ ਕੌਰ ਜੀ ਚਲੀ ਗਈ, ਬਾਕੀ ਕੁਟੁੰਬ ਕਿਸੇ ਨੇ ਸਾਂਭਿਆ ਨਹੀਂ, ਬਾਕੀ ਕੋਈ ਨੇੜੇ। ਠੀਕ ਹੈ, ਤਾਇਆ ਸਿਹਾਰੀ ਮਲ ਦਾ ਜ਼ਿਕਰ ਹੈ, ਉਹਦਾ ਵੱਡਾ ਕਾਰੋਬਾਰ ਗਿਣਿਆ ਜਾਂਦਾ, ਲਾਹੌਰ ਵਿੱਚ ਚੰਗਾ ਲੈਣ ਦੇਣ ਹੈ, ਹੋਰ ਬਾਕੀ ਸ਼ਰੀਕਾ ਕਬੀਲਾ ਪਰਿਵਾਰ ਸਾਰਾ। ਪਰ ਉਹ ਵੀ ਉਸ ਦਿਨ ਆਇਆ ਜਿਸ ਦਿਨ ਗੁਰੂ ਨਾਨਕ ਦੇ ਘਰੋਂ ਕੋਈ ਕਿਰਪਾ ਮਿਲ ਗਈ। ਉਦੋਂ ਉਹਨਾਂ ਨੇ ਆ ਕੇ ਪੁੱਛਿਆ, ਉਦੋਂ ਉਹਨਾਂ ਸੁਨੇਹੇ ਦਿੱਤੇ ਵੀ ਸਾਡੇ ਵੀ ਪੁੱਤਰ ਦਾ ਵਿਆਹ ਹੈ, ਬੱਚਾ ਤੂੰ ਵੀ ਆ ਜਾਈਂ, ਪਰਿਵਾਰ ਨੂੰ ਲੈ ਆਵੀਂ। ਉਦੋਂ ਪਹਿਲਾਂ ਕੋਈ ਜ਼ਿਕਰ ਨਹੀਂ ਮਿਲਦਾ ਇਤਿਹਾਸ ਵਿੱਚ। ਇੱਕ ਵਾਰ ਮਿਲਦਾ, ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਤੇ ਬੜੇ ਸਾਰੇ ਉਧਰ ਲਾਹੌਰ ਤੋਂ ਸੰਗਤ ਇਕੱਠੀ ਹੋਈ ਤੇ ਸੋਢੀ ਵੰਸ਼ੀ ਹੋਰ ਕਈ ਇਕੱਤਰ ਹੋਏ ਤੇ ਉਹ ਲੈ ਕੇ ਆਏ। ਇੱਧਰੋਂ ਲੰਘ ਰਹੇ ਸਨ ਗੋਇੰਦਵਾਲ ਦੇ ਪਾਸ ਤੋਂ, ਤੇ ਮਨ ਵਿੱਚ ਆਇਆ ਵੀ ਚਲੋ ਗੁਰੂ ਨਾਨਕ ਦੇ ਘਰ ਦਰਸ਼ਨ ਕੀਤੀ ਚੱਲਦੇ ਹਾਂ। ਸਰੋਵਰ ਦੀ ਸੇਵਾ ਚੱਲ ਰਹੀ ਸੀ ਤੇ ਸੋਢੀ ਵੰਸ਼ੀ ਬੜੇ ਆਪਣੇ ਆਪ ਨੂੰ ਉੱਚੇ ਖਵਾਉਂਦੇ ਸਨ ਬੜਾ, ਕਿਉਂਕਿ ਅੱਜ ਵੀ ਤੁਸੀਂ ਵੇਖੋ ਸਾਡੇ ਸਮਾਜ ਭਾਵੇਂ ਠੀਕ ਹੈ, ਮਹਾਰਾਜ ਸਾਹਿਬ ਜੀ ਨੇ ਸਮਦ੍ਰਿਸ਼ਟਤਾ ਦੀ ਗੱਲ ਕੀਤੀ, ਪਰ ਜਾਤ ਪਾਤ ਦੇ ਬੰਧਨ 'ਚ ਆਪਾਂ ਅੱਜ ਵੀ ਫਸੇ। ਫਲਾਨਾ ਕਹਿੰਦਾ ਸਾਡੀ ਤਾਂ ਇਹ ਜਾਤ ਹੈ, ਆਹ ਕੰਮ ਕਰਦੇ ਸੋਭਦੇ ਆ। ਗੁਰੂ ਘਰ ਨਹੀਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਖੈਰ, ਉਹ ਜਿਸ ਵਕਤ ਆਏ ਗੁਰੂ ਘਰ ਵਿੱਚ ਦਰਸ਼ਨ ਕੀਤੇ, ਬੌਲੀ ਦੀ ਸੇਵਾ ਚੱਲ ਰਹੀ ਸੀ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਟੋਕਰੀ ਚੁੱਕ ਕੇ ਸੇਵਾ ਕਰ ਰਹੇ ਸਨ। ਤਨ ਸਾਰਾ
ਉਹ ਮ੍ਰਿਤਕਾ ਮਿੱਟੀ ਦੇ ਨਾਲ ਵਸਤਰ ਸਾਰੇ ਲਿਬੜੇ ਹੋਏ ਸਨ, ਕਿਉਂਕਿ ਸੇਵਾ ਦੇ ਦਰਮਿਆਨ ਆਪਾਂ ਨੂੰ ਵੀ ਪਤਾ ਹੈ ਕਿ ਲੀੜੇ ਮੈਲੇ ਹੋ ਜਾਂਦੇ ਨੇ। ਜਿਸ ਵਕਤ ਉਹਨਾਂ ਨੇ ਵੇਖਿਆ ਵੀ ਇਹ ਤੇ ਸਾਡੇ ਸੋਢੀ ਕੁਲਵੰਸ਼ੀ ਹਰਦਾਸ ਦਾ ਪੁੱਤਰ ਹੈ, ਤੇ ਨਿਗਾਹ ਮਾਰੀ ਪਿੰਡੇ ਦੇ ਤੇ ਵੇਖਿਆ ਵੀ ਇਹ ਮਜ਼ਦੂਰੀ ਨਹੀਂ ਲੱਗਾ ਹੋਇਆ ਇੱਥੇ, ਬੜੇ ਤਲਖੀ ਵਿੱਚ ਆਏ, ਬੜੇ ਗੁੱਸੇ ਵਿੱਚ ਆਏ। ਇਤਿਹਾਸ ਕਹਿੰਦਾ ਉਹਨਾਂ ਵਿੱਚ ਇੱਕ ਬਜ਼ੁਰਗ ਸੀ, ਭਾਵੇਂ ਨਾਮ ਨਹੀਂ ਦਰਜ ਕੀਤਾ ਇਤਿਹਾਸ ਨੇ, ਇੱਕ ਬਜ਼ੁਰਗ ਸੀ ਤੇ ਹੈ ਬੜੇ ਤਿੱਖੇ ਸੁਭਾਅ ਦਾ ਸੀ। ਉਸੇ ਵਕਤ ਟੋਕਰੀ ਹੱਥੋਂ ਰਖਵਾ ਦਿੱਤੀ ਤੇ ਬਾਂਹ ਫੜੀ ਲਿਆਏ, ਜਿਵੇਂ ਕੋਈ ਤਰੂ ਕੇ ਲਿਆਉਂਦਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕੇ ਅੱਗੇ ਲੈ ਆਉਂਦਾ। ਕਹਿਣ ਲੱਗਾ ਸੁਣਿਆ ਤੁਹਾਡੇ ਘਰ ਵਿੱਚ ਰਹਿੰਦੇ ਸੀ, ਹੈ ਸੋਢੀ ਵੰਸ਼ੀ ਸਾਡੀ ਕੁੱਲ ਵਿੱਚੋਂ, ਤੇ ਸੁਣਿਆ ਵੀ ਤੁਸੀਂ ਇਹਨਾਂ ਨੂੰ ਆਪਣੀ ਬੱਚੀ ਦਾ ਰਿਸ਼ਤਾ ਵੀ ਸਾਕ ਵੀ ਜੋੜਿਆ, ਪਰ ਆਪਣੇ ਬੱਚੇ ਦੀ ਕੋਈ ਆਹ ਹਾਲਾਤ ਕਰਦਾ। ਤੁਹਾਨੂੰ ਇਸ ਗੱਲੋਂ ਇੰਨੀ ਵੀ ਸਮਝ ਨਹੀਂ ਹੈਗੀ ਵੀ ਕੀ ਨਾਤਾ ਕੀ ਥਾਂ ਕਿਹੜਾ, ਥੋੜ੍ਹੀ ਇਹਦੀ ਹਾਲਾਤ ਤਾਂ ਵੇਖੋ। ਫਿਰ ਇਹ ਜਿਹੜੀ ਵੰਸ਼ ਵਿੱਚ ਹੈ ਤੁਹਾਨੂੰ ਇਹਦਾ ਹੀ ਕੋਈ ਖਿਆਲ ਕਰਨਾ ਚਾਹੀਦਾ। ਐਡੀ ਉੱਚੀ ਕੁੱਲ ਵਿੱਚ ਹੋਏ ਪੁਰਖ ਤੇ ਤੁਸੀਂ ਧੰਦੇ ਕਿਹੜੇ ਲਾ ਛੱਡੇ। ਤੁਹਾਡੇ ਆਮ ਸਿੱਖ ਸਫੈਦ ਵਸਤਰ ਪਾ ਕੇ ਫਿਰਦੇ ਨੇ, ਕਿਉਂਕਿ ਸਾਰੇ ਹੀ ਸਨ ਜੀ ਗੁਰੂ ਘਰ ਵਿੱਚ। ਜਿਵੇਂ ਅੱਜ ਵੀ ਆਪਾਂ ਵੇਖਦੇ ਹਾਂ ਬਹੁਤੇ ਸੇਵਾ ਪੰਥੀ ਹੁੰਦੇ ਨੇ, ਬਹੁਤੇ ਸਾਡੇ ਵਰਗੇ ਚਿੱਟੇ ਚੋਲਿਆਂ ਵਾਲੇ ਉਵੇਂ ਹੀ ਹੁਕਮ ਕਰਦੇ ਫਿਰਦੇ ਨੇ। ਕਹਿਣ ਲੱਗੇ ਵੇਖੋ ਤੁਹਾਡੇ ਵਾਲੇ ਤੇ ਇਹਨਾਂ ਦੀ ਹਾਲਾਤ ਵੇਖੋ, ਤੁਸੀਂ ਇਹ ਕੀ ਕਰ ਛੱਡਿਆ ਹੈ। ਬੜੀ ਤਲਖੀ ਵਿੱਚ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਉਹਨੇ ਬੋਲੇ। ਮਹਾਰਾਜ ਸਾਹਿਬ ਜੀ ਸੁਣ ਰਹੇ ਸਨ। ਅਜੇ ਗੁਰੂ ਅਮਰਦਾਸ ਸਾਹਿਬ ਬੋਲੇ ਨਹੀਂ। ਤਵਾਰੀਖੀ ਇਤਿਹਾਸ ਕਹਿੰਦਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹੱਥ ਜੋੜ ਕੇ ਚਰਨਾਂ ਵਿੱਚ ਬਹਿ ਗਏ। ਨਾ ਤੇ ਉਹਨਾਂ ਨੇ ਉਸ ਬਜ਼ੁਰਗ ਨੂੰ ਕੁਝ ਕਿਹਾ, ਨਾ ਉਹਨਾਂ ਨੇ ਆਪ ਕਿਸੇ ਗੱਲ ਦਾ ਕੋਈ ਗੁੱਸਾ ਕੀਤਾ, ਨਾ ਕੋਈ ਹੋਰ ਭਾਵ ਮੁੱਖ ਤੇ ਆਉਣ ਦਿੱਤਾ। ਬਸ ਇੰਨੀ ਅਰਦਾਸ ਗੁਰੂ ਅਮਰਦਾਸ ਸਾਹਿਬ ਜੀ ਕੇ ਚਰਨਾਂ ਵਿੱਚ ਕੀਤੀ। ਕਹਿਣ ਲੱਗੇ ਗਰੀਬ ਨਿਵਾਜ ਅਲਪੱਗ ਨੇ ਤੁਹਾਡੇ ਘਰ ਦੀ ਬਰਕਤ ਨੂੰ ਇਹ ਨਹੀਂ ਜਾਣਦੇ, ਮਾਫ ਕਰ ਦਿਓ। ਇਹ ਵੀ ਗੁਰਮੁਖ ਦੇ ਜੀਵਨ ਦਾ ਗੁਣ ਜੇ। ਇਹ ਵੀ ਚਲੋ ਗੁਰੂ ਨੇ ਫਿਰ ਉਹਨਾਂ ਨਾਲ ਵਿਚਾਰ ਕੀਤੀ, ਅੱਗੇ ਇਤਿਹਾਸਕਾਰਾਂ ਦਰਜ ਕੀਤੀ। ਉਹਨਾਂ ਨੇ ਕਿਹਾ ਵੀ ਸਾਡੀ ਕੁੱਲ ਨੂੰ ਤੁਸੀਂ ਲਾਜ ਲਾ ਦਿੱਤੀ, ਸਾਡਾ ਸੋਢੀ ਵੰਸ਼ੀ ਆਪਣੇ ਘਰ ਮਜ਼ਦੂਰ ਬਣਾ ਕੇ ਰੱਖਿਆ। ਮਹਾਰਾਜ ਸਾਹਿਬ ਕਹਿਣ ਲੱਗੇ ਸੋਢੀ ਵੰਸ਼ ਨੂੰ ਲਾਜ ਨਹੀਂ ਲੱਗੀ, ਸੱਚ ਪੁੱਛੋਗੇ ਤੇ ਤੁਹਾਡਾ ਸੋਢੀ ਵੰਸ਼ ਬਚਿਆ ਹੀ ਇਸ ਕਰਕੇ ਹੈ। ਉਹ ਬਚਨ ਵੀ ਲਿਖੇ ਭਾਈ ਸੰਤੋਖ ਸਿੰਘ ਸਾਹਿਬ ਹੋਰਾਂ ਨੇ ਆਪਣੀ ਲਿਖਤ ਵਿੱਚ, ਜੇ ਤੁਮਰੇ ਕੁਲ ਜਨਮ ਨਾ ਤਾਰੈ ਨਰਕ ਕੂਪ ਮੈਂ ਪਿੱਤਰ ਤੁਮਾਰੈ। ਜੇ ਤੁਹਾਡੀ ਕੁੱਲ ਵਿੱਚ ਇਹਦਾ ਜਨਮ ਨਾ ਹੋਇਆ ਹੁੰਦਾ ਤੇ ਤੁਹਾਡੀ ਕੁੱਲ ਮਿਟ ਜਾਣੀ ਸੀ। ਅੱਜ ਸੋਢੀ ਕੁੱਲ ਨੂੰ ਸਾਰਾ ਜਗਤ ਨਮਸਕਾਰਾਂ ਕਰਦਾ ਜੇ। ਭਾਈ ਗੁਰਦਾਸ ਜੀ ਕੇ ਬੋਲ ਬੈਠਾ ਸੋਢੀ ਪਾਤਸ਼ਾਹ ਆਪਾਂ ਪੜ੍ਹਦੇ ਸੁਣਦੇ ਹਾਂ। ਸੋ ਇੱਦਾਂ ਦੀਆਂ ਘਟਨਾਵਾਂ ਹੋਈਆਂ। ਮਹਾਰਾਜ ਸਾਹਿਬ ਜੀ ਅਰਦਾਸਾਂ ਕਰਦੇ ਨੇ, ਗੁਰੂ ਚਰਨਾਂ ਦਾ ਧਿਆਨ ਧਰਦੇ ਨੇ, ਗੁਰੂ ਕੇ ਚਰਨਾਂ ਵਿੱਚ ਟਿਕਦੇ ਨੇ, ਵਾਰ-ਵਾਰ ਇਹ ਬੇਨਤੀਆਂ ਕਰਦੇ ਨੇ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ। ਇੱਥੇ ਮੈਂ ਇੱਕ ਫਿਰ ਬੇਨਤੀ ਕਰ ਦਿੰਦਾ ਬਾਣੀ ਵਿੱਚੋਂ। ਚਲੋ ਅੱਜ ਮਹਾਰਾਜ ਜੀ ਕੇ ਜੀਵਨ 'ਚ ਵੀ ਆਪਾਂ ਮੰਨਣਾ ਹੈ, ਸੰਸਾਰ ਦਾ ਪਿਤਾ ਇੱਕ ਦਿਨ ਸਾਥ ਛੱਡ ਜਾਏਗਾ। ਬਹੁਤੇ ਵੇਖੋ ਜਿਹੜੇ ਆਪਾਂ ਉਮਰ ਦਰਾਜ ਹੋ ਚੁੱਕੇ ਨੇ, ਜਿਹੜੇ ਗੁਰਮੁਖ ਪਿਆਰੇ, ਸੰਸਾਰ ਦੇ ਨਾਤੇ ਟੁੱਟ ਗਏ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ। ਚਲੋ ਕਿਸੇ ਦਾ ਬਚਪਨ ਵਿੱਚ ਚਲਾ ਜਾਂਦਾ, ਕਿਸੇ ਦਾ ਥੋੜ੍ਹਾ ਵਡੇਰੀ ਉਮਰ ਵਿੱਚ ਚਲਾ ਜਾਂਦਾ। ਸੰਸਾਰ ਦੀ ਮਾਂ ਵੀ ਚਲੀ ਜਾਂਦੀ ਹੈ ਤੇ ਪਿਤਾ ਵੀ ਚਲਾ ਜਾਂਦਾ ਹੈ। ਪਰ ਜਿਸ ਗੁਰਮੁਖ ਨੇ ਗੁਰੂ ਨੂੰ ਮਾਂ ਪਿਓ ਵਾਲਾ ਦਰਜਾ ਦੇ ਦਿੱਤਾ, ਜਿਹਨੇ ਗੁਰੂ ਨੂੰ ਕਹਿ ਦਿੱਤਾ ਤੂੰ ਹੀ ਮੇਰਾ ਪਿਤਾ ਤੇ ਤੂੰ ਹੀ ਮੇਰੀ ਮਾਂ, ਸੱਚ ਜਾਣੋ ਫਿਰ ਬੰਦਾ ਆਪ ਭਾਵੇਂ ਸਰੀਰ ਕਰਕੇ ਚਲਾ ਜਾਵੇ, ਗੁਰੂ ਪਿਤਾ ਜਾਣ ਵਾਲਾ ਨਹੀਂ ਹੈ। ਗੁਰੂ ਮਾਂ ਫਿਰ ਸਦਾ ਉਹਦੀ ਮਾਂ ਫੜਦੀ ਹੈ। ਗੁਰੂ ਰੂਪ ਮਾਂ ਨਾ ਸਦਾ ਉਹਦੀ ਬਾਂਹ ਫੜਦਾ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਅੱਗੇ ਲਿਖ ਦਿੱਤਾ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਨੋ ਆਪੇ। ਜੋ ਸਾਡੀ ਵਿਦ ਦੇ ਇੱਥੇ ਲਫ਼ਜ਼ੀ ਅਰਥ ਕਰਨੇ ਹਾਲਾਤ। ਵੈਸੇ ਇਹਦੇ ਲਫ਼ਜ਼ੀ ਅਰਥ ਇੱਕ ਤਰੀਕਾ ਵੀ ਹੁੰਦੇ ਨੇ, ਵਿਦ ਤਰੀਕਾ ਢੰਗ। ਇੱਥੇ ਦੇ ਅਰਥ ਨੇ ਹਾਲਾਤ। ਵਿਦ ਕੀ ਵਿਦ ਹੈ ਜੀ, ਕਿਵੇਂ ਦੀ ਹਾਲਾਤ ਹੈ। ਪੁਰਾਣੇ ਸਮਿਆਂ 'ਚ ਲਫ਼ਜ਼ ਸਾਡੇ ਬਜ਼ੁਰਗ ਬਹੁਤਾ ਬੋਲਦੇ ਹੁੰਦੇ ਸਨ ਠੇਠ ਪੰਜਾਬੀ 'ਚ। ਕੀ ਵਿਦ, ਕਿਸ ਵਿਦ ਆਏ ਹੋ, ਇਹ ਵਰਤ ਆਪਾਂ ਸ਼ਬਦ ਵਰਤ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਜੋ ਸਾਡੀ ਹਾਲਾਤ ਸੀ ਸਤਿਗੁਰਾ, ਸਾ ਵਿਦ ਤੁਮ ਹਰ ਜਾਨੋ ਆਪੇ। ਸਾਡੀ ਹਾਲਾਤ ਤੇ ਗਰੀਬ ਨਵਾਜ ਆਪ ਜਾਣਦੇ ਸੋ। ਆਪ ਜੀਆਂ ਨੂੰ ਪਤਾ ਸੀ। ਤੁਮ ਹਰ, ਤੁਸੀਂ ਜਾਣੀ ਜਾਣ ਸਤਿਗੁਰੂ ਆਪ ਜਾਣਦੇ ਸੀ। ਤੇ ਇਤਿਹਾਸਕਾਰ ਕਹਿੰਦੇ ਨੇ ਇਹ ਬਚਨ ਮਹਾਰਾਜ ਸਾਹਿਬ ਜੀ ਉਸ ਵਕਤ ਗਾ ਰਹੇ ਸਨ ਜਿਸ ਵਕਤ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਭਰੀ ਸੰਗਤ ਵਿੱਚ ਹੌਕਾ ਦੇ ਕੇ ਕਿਹਾ, ਸੰਗਤ ਜੀ ਚੌਥੇ ਥਾਂ ਤੇ ਗੁਰੂ ਨਾਨਕ ਜੀ ਜੋਤ ਸਾਡੇ ਇਸ ਅਨੰਨ ਪਿਆਰੇ ਸੇਵਕ ਸਿੱਖ ਸਾਡੇ ਨਾਤੇਦਾਰ ਬਾਬਾ ਗੁਰੂ ਰਾਮਦਾਸ ਜੀ ਕੇ ਹਿਰਦੇ ਵਿੱਚ ਟਿਕ ਰਹੀ ਹੈ। ਹੁਣ ਇੱਕ ਦਿਨ ਉਹ, ਇੱਕ ਦਿਨ ਇਹ। ਚਲੋ ਅੱਜ ਹੈ ਪ੍ਰਕਾਸ਼ ਪੁਰਬ, ਪਰ ਗੱਲ ਸਮੁੱਚੇ ਜੀਵਨ ਦੀ ਹੁੰਦੀ ਹੈ ਗੁਰੂ ਦੇ।
ਉਹ ਬਚਨ ਤੇ ਇਤਿਹਾਸਕਾਰ ਕਹਿੰਦੇ ਨੇ ਸੰਗਤ ਮੱਥੇ ਟੇਕ ਰਹੀ ਸੀ, ਕਿਉਂਕਿ ਗੋਇੰਦਵਾਲ ਸਾਹਿਬ ਦੀ ਇਹ ਘਟਨਾ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਜੇ ਭਾਵ ਵਿੱਚ ਆ ਕੇ ਇਤਿਹਾਸ ਦੇ ਦਰਸ਼ਨ ਕਰਾਂਗੇ ਨਾ ਗੁਰਮੁਖੋ, ਬਹੁਤ ਆਨੰਦ, ਬੜੀ ਬਰਕਤ ਹੈ, ਬੜਾ ਕੁਝ ਲੱਭਦਾ ਹੈ। ਸਾਡੇ ਇਤਿਹਾਸਕਾਰ ਕਹਿੰਦੇ ਨੇ ਸੰਗਤਾਂ ਗੁਰੂ ਹੁਕਮ ਗੁਰੂ ਅਮਰਦਾਸ ਸਾਹਿਬ ਜੀ ਕੇ ਬਚਨ ਮੰਨ ਕੇ ਮੱਥੇ ਟੇਕ ਰਹੀਆਂ ਸਨ। ਗੁਰੂ ਪਰਿਵਾਰ ਬਾਬਾ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਪੈਰੀ ਪਾਏ ਜੀ, ਬਾਬਾ ਸੁੰਦਰ ਜੀਆਂ ਨੇ ਲਿਖਿਆ। ਸੋ ਸੰਗਤਾਂ ਮਸਤਕ ਟੇਕ ਰਹੀਆਂ ਸਨ, ਗੁਰੂ ਜਾਣ ਕੇ ਨਮਸਕਾਰਾਂ ਕਰ ਰਹੀਆਂ ਸਨ, ਤੇ ਗਰੀਬ ਨਿਵਾਜ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤਖਤ ਤੇ ਬੈਠੇ, ਨੇਤਰ ਬੰਦ ਨੇ, ਜਿਹੜੇ ਅਥਰੂ ਨੇ ਨੇਤਰਾਂ ਦੇ ਵਿੱਚੋਂ ਵੈਰਾਗ ਦਾ ਜਲ ਚੱਲ ਰਿਹਾ ਹੈ, ਕਿਉਂਕਿ ਵੈਰਾਗ ਮਹਾਰਾਜ ਸਾਹਿਬ ਜੀ ਦੇ ਅੰਦਰ ਬੜਾ ਭਰਿਆ ਹੋਇਆ। ਅੱਜ ਵੀ ਜਦੋਂ ਕਿਤੇ ਉਹਨਾਂ ਦੀ ਬਾਣੀ ਸਾਹਮਣੇ ਆਉਂਦੀ ਹੈ ਨਾ, ਬਚਨ ਆਪਾਂ ਪੜ੍ਹਦੇ ਹਾਂ, ਸੁਨ ਗੁਰ ਬਚਨ ਮਨ ਤੀਰ ਲਗਈਆ, ਇਹ ਨਿਰੇ ਵੈਰਾਗ ਭਰਪੂਰ ਬਚਨ ਨੇ। ਮੇਰੇ ਰਾਮ ਹਮ ਬਾਰ ਘਰ ਪ੍ਰਭ ਕਹਿ ਰਹੇ ਨੇ, ਜਾਂ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤ੍ਰਿਪਤ ਹੈ, ਜੋ ਤ੍ਰਿਖਾਵੰਤ ਮੈਨ ਨੀਰ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ। ਬਹੁਤ ਬੋਲ ਨੇ ਗੁਰਬਾਣੀ। ਮਨ ਵੈਰਾਗ ਵਿੱਚ ਟਿਕਿਆ ਹੋਇਆ, ਨੇਤਰਾਂ ਵਿੱਚੋਂ ਵੈਰਾਗ ਦਾ ਜਲ ਆ ਰਿਹਾ। ਸੰਗਤਾਂ ਗੁਰੂ ਚਰਨਾਂ ਵਿੱਚ ਨਮਸਕਾਰਾਂ ਕਰ ਰਹੀਆਂ ਨੇ, ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਪ ਅਕਾਲ ਪੁਰਖ ਪਰਮਾਤਮਾ ਤੇ ਪੂਰੇ ਪੁਰਖ ਗੁਰੂ ਅਮਰਦਾਸ ਸਾਹਿਬ ਜੀ ਕੀ ਹਜ਼ੂਰੀ ਵਿੱਚ ਬੈਠ ਕਰਕੇ ਇਹ ਅਰਦਾਸਾਂ ਪੈ ਕਰਦੇ ਨੇ, ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰੂ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਉਹ ਨੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਮੈਂ ਬੇਨਤੀ ਕਰਾਂ, ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ, ਤੇ ਦੂਸਰਾ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੀ ਜਿਹੜੀ ਬਰਕਤ ਹੈ, ਅੱਜ ਵੀ ਉਹ ਪਵਿੱਤਰ ਸਥਾਨ, ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਬੜੇ ਦਿਨਾਂ ਤੋਂ ਮਹਾਰਾਜ ਸਾਹਿਬ ਜੀ ਕੇ ਘਰ ਨਮਸਕਾਰਾਂ ਕਰਨ ਲਈ ਪੁੱਜ ਰਹੀਆਂ ਨੇ, ਦਰਸ਼ਨ ਕਰਨ ਲਈ ਜਾ ਰਹੀਆਂ। ਤੇ ਐਵੇਂ ਨਹੀਂ, ਗੁਰੂ ਕਾ ਦਰਸ਼ਨ, ਖਾਸ ਕਰ ਚੌਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਾ ਦਰਸ਼ਨ। ਤੇ ਦੂਜੀ ਗੱਲ ਜਿਹੜੀ ਭੱਟ ਜੀਆਂ ਨੇ ਬਾਣੀ ਵਿੱਚ ਲਿਖੀ, ਗੁਰੂ ਰਾਮਦਾਸ ਸਾਹਿਬ ਜੀ ਕਾ ਸਿਮਰਨ। ਸਿਮਰਨ ਕਿਵੇਂ? ਗੁਰੂ ਰਾਮਦਾਸ ਸਾਹਿਬ ਜੀ ਕੋ ਧੰਨ ਕਹਿਣਾ। ਜਿਵੇਂ ਗੁਰੂ ਅਮਰਦਾਸ ਜੀ ਕੀ ਸਿਫਤ, ਗੁਰੂ ਨਾਨਕ ਸਾਹਿਬ ਜੀ ਕੀ ਸਿਫਤ ਵਿੱਚ ਵੀ ਆਪਾਂ ਕਈ ਵਾਰ ਮਨੁੱਖ ਵਾਹਿਗੁਰੂ ਮੰਤਰ ਦਾ ਜੇ ਜਾਪ ਨਹੀਂ ਚੱਲਦਾ ਤੇ ਕਈ ਵਾਰ ਧੰਨ ਗੁਰੂ ਨਾਨਕ ਕਹਿ ਦਿੰਦਾ ਹੈ। ਉਹ ਇੱਦਾਂ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਧੰਨ ਕਹਿਣਾ। ਉਹਨਾਂ ਦੇ ਜੀ ਭੱਟ ਜੀ ਕਹਿੰਦੇ ਨੇ, ਸੱਚਮੁੱਚ ਜੀਵਨ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆ ਜਾਂਦੀ ਹੈ, ਇੱਕ ਨਵੀਂ ਰੋਹ ਉੱਠ ਪੈਂਦੀ ਹੈ, ਇੱਕ ਨਵਾਂ ਹੜ ਆ ਜਾਂਦਾ ਹੈ ਨਾਮ ਬਾਣੀ ਦਾ। ਉਹਨਾਂ ਇੱਕ ਸਵਈਆ ਲਿਖਿਆ, ਕਿਉਂਕਿ ਜਿਹੜੀ ਮੇਨ ਗੱਲ ਹੈ ਨਾ, ਜਿਹੜੀ ਵੱਡੀ ਸਿਫਤ ਹੈ ਗੁਰੂ ਰਾਮਦਾਸ ਤੇ ਉਹਨਾਂ ਦੇ ਦਰਬਾਰ ਦੀ ਤੇ ਉਹਨਾਂ ਦੀ ਬਾਣੀ ਦੀ, ਉਹ ਸਾਰੀ ਦੀ ਸਾਰੀ ਸਾਨੂੰ ਗੁਰਬਾਣੀ ਵਿੱਚੋਂ ਹੀ ਮਿਲਦੀ ਹੈ। ਜਿਵੇਂ ਇੱਕ ਤੇ ਪੌੜੀ ਰਬਾਬੀਆਂ ਦੀ ਲਿਖੀ ਹੋਈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਨੇ, ਸੰਗਤ ਨੇ ਮਹਾਰਾਜ ਸਾਹਿਬ ਜੀ ਕੋ ਸਾਖਸ਼ਾਤ ਪਾਰ ਬ੍ਰਹਮ ਦਾ ਰੂਪ ਜਾਣ ਕਰਕੇ, ਸਾਖਸ਼ਾਤ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਵੇਖ ਕਰਕੇ ਨਮਸਕਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਤੇ ਸਿੱਖ ਹੱਥ ਜੋੜ ਕੇ ਕਹਿੰਦੇ ਨੇ, ਅਟਲ ਅਥਾਹ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਅਟਲ ਜਿਹੜਾ ਕਦੇ ਹਿੱਲਦਾ ਨਹੀਂ, ਅਥਾਹ ਜਿਹਦਾ ਕਿਸੇ ਪਾਸੋਂ ਕੋਈ ਅੰਤ ਨਹੀਂ ਲੱਭੇਗਾ ਹੁਣ, ਅਤੋਲ ਜਿਹਦੀਆਂ ਬਖਸ਼ਿਸ਼ਾਂ ਨੂੰ ਕੋਈ ਤੋਲ ਕੇ ਦੱਸ ਨਹੀਂ ਸਕਦਾ ਵੀ ਇੰਨੀ ਦਾਤ ਗੁਰੂ ਦੇ ਘਰੋਂ ਸਾਨੂੰ ਮਿਲਦੀ ਹੈ। ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਤੇ ਅੱਗੇ ਉਹ ਲਿਖਦੇ ਨੇ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ। ਧੰਤਾ ਦੇ ਯੋਗ ਹੈ ਤੇਰੀ ਉਹ ਥਾਂ, ਜਾਂ ਧੰਤਾ ਦੇ ਯੋਗ ਹੈ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਪ ਜੀ ਕਾ ਸਿੰਘਾਸਣ, ਤੇ ਧੰਤਾ ਦੇ ਯੋਗ ਹੈ ਉਸ ਸਿੰਘਾਸਣ ਦੀ ਵਡਿਆਈ, ਪੈਸ਼ਕਾਰਾ, ਉਹਦਾ ਦ੍ਰਿਸ਼। ਅੱਜ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਸੀਸ ਤੇ ਜਿਹੜੇ ਚੰਦੋਏ ਲੱਗਦੇ ਨੇ ਨਾ, ਲੱਖਾਂ ਰੁਪਈਆਂ ਦੀ ਜਿਹੜੀ ਉਹ ਵਸਤੂ ਹੈ, ਸੰਗਤਾਂ ਉਸ ਸਥਾਨ ਤੇ ਭੇਟਾ ਰੂਪ ਵਿੱਚ ਉਹ ਸੇਵਾ ਕਰਦੀਆਂ ਨੇ। ਸੱਚ ਤੇਰਾ ਪੈਸ਼ਕਾਰਿਆ। ਫਿਰ ਜਿਨ੍ਹਾਂ ਤੇ ਗੁਰੂ ਕੀ ਨਜ਼ਰ ਹੋਈ, ਜਿਵੇਂ ਮੈਂ ਬੇਨਤੀ ਕੀਤੀ, ਧੰਨ ਕਹਿਣਾ, ਜਿਨ੍ਹਾਂ ਤੇ ਗੁਰੂ ਕੀ ਨਜ਼ਰ ਹੋਈ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਜਿਨ੍ਹਾਂ ਤੇ ਤੁਸੀਂ ਮਿਹਰ ਦੀ ਦ੍ਰਿਸ਼ਟੀ ਕੀਤੀ ਨਾ, ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਉਹਨਾਂ ਦੇ ਅੰਦਰੋਂ ਲੱਭ ਮੁਕਾ ਦਿੱਤਾ, ਲਾਲਚ ਖਤਮ ਕਰ ਦਿੱਤਾ, ਲੋਭ ਖਤਮ ਕਰ ਦਿੱਤਾ, ਮੋਹ ਮੁਕਾ ਦਿੱਤਾ, ਕਾਮ ਕ੍ਰੋਧ ਵਰਗੇ ਦੁਸ਼ਟ ਰਾਖਸ਼ ਤੁਸੀਂ ਮੁਕਾ ਕੇ ਪਰਾਂ ਕਰ ਦਿੱਤੇ। ਮਾਰ ਕੱਢੇ ਤੁਧ ਸਭ ਪਰਵਾਰਿਆ, ਉਹ ਸਾਰਿਆਂ ਨੂੰ ਤੁਸੀਂ ਅੰਦਰੋਂ ਨਾਸ਼ ਕਰ ਦਿੱਤਾ।
ਅੱਗੇ ਰਬਾਬੀ ਸਾਹਿਬ ਜੀ ਲਿਖਦੇ ਨੇ, ਮਹਾਰਾਜ ਸਾਹਿਬ ਜੀ, ਇਹ ਤੁਹਾਡੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਨਾਨਕ ਤੂੰ ਲੈਣਾ ਤੂੰ ਹੈ, ਗੁਰੇ ਅੰਮ੍ਰਿਤ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸੁਧਾਰਿਆ। ਮਨ ਸੁਧਾਰਿਆ ਤੋਂ ਭਾਵ ਮਹਾਰਾਜ ਤੁਹਾਡੇ ਦਰਸ਼ਨ ਕੀਤੇ ਨਾ, ਸੱਚਮੁੱਚ ਇਸ ਮਨ ਨੂੰ ਤਸੱਲੀ ਆ ਗਈ। ਤੇ ਮੈਂ ਬੇਨਤੀ ਕਰਾਂਗਾ, ਅੱਜ ਦੇ ਦਿਨ ਸਿਮਰਨ ਕਰਕੇ ਜਿਹੜੇ ਦਰਸ਼ਨ ਹੋਣੇ ਨੇ ਨਾ, ਚਲੋ ਠੀਕ ਹੈ, ਸਿੱਖ ਨੇ ਤੇ ਰੋਜ਼ ਹੀ ਗੁਰੂ ਦੇ ਦਰਸ਼ਨ ਕਰਨੇ, ਪਰ ਜਿਸ ਦਿਨ ਗੁਰੂ ਕਾ ਪੁਰਬ ਹੋਵੇ, ਜਿਸ ਦਿਨ ਗੁਰੂ ਕਾ ਕੋਈ ਵਿਸ਼ੇਸ਼ ਦਿਹਾੜਾ ਹੋਵੇ, ਤੇ ਸਿੱਖ ਟਿਕ ਕੇ ਨਿੱਠ ਕੇ ਬਹਿ ਕੇ ਆਪਣੇ ਗੁਰੂ ਨੂੰ ਯਾਦ ਕਰੇ, ਜਪੇ, ਗੁਰੂ ਗੁਰੂ ਕਰੇ, ਗੁਰੂ ਦੀ ਯਾਦ ਵਿੱਚ ਬਾਣੀ ਪੜ੍ਹੇ, ਫੇਰ ਜਿਹੜਾ ਉਹਦੇ ਅੰਦਰ ਨੂੰ ਰਸ ਬਣਦਾ। ਭੱਟ ਜੀ ਕਹਿੰਦੇ ਨੇ, ਗੁਰ ਡਿੱਠਾ ਤਾਂ ਮਨ ਸੁਧਾਰਿਆ। ਤੇ ਕਿੱਡੀਆਂ ਵੱਡੀਆਂ ਬਰਕਤਾਂ ਨੇ ਨਹੀਂ ਮਹਾਰਾਜ ਜੀ ਕੇ ਦਰਸ਼ਨਾਂ ਵਿੱਚ, ਮਹਾਰਾਜ ਜੀ ਕੀ ਬਾਣੀ ਵਿੱਚ। ਇੱਕ ਸਵਈਆ ਲਿਖਿਆ ਭੱਟ ਜੀ ਹੋਰਾਂ ਨੇ, ਚਲੋ ਹੈ ਬਰਕਤ ਤੇ ਬੜੀ ਵੱਡੀ, 60 ਸਵਈਏ, ਉਹਨਾਂ ਦੀ ਜਿੱਡੀ ਵੱਡੀ ਕਥਾ, ਜੇ ਕਿਤੇ ਨਿੱਠ ਕੇ ਗੁਰਮੁਖ ਇੱਕ ਵਾਰ ਪੜ੍ਹ ਸੁਣ ਲਵੇ ਨਾ, ਮੈਂ ਕਹਿੰਦਾ ਮਨ ਨੇ ਕਿਸੇ ਦੂਜੇ ਪਾਸੇ ਵੇਖਣਾ ਹੀ ਨਹੀਂ। ਆ ਜਿਹੜਾ ਹੁਣ ਭਟਕਦਾ ਹੈ ਨਾ ਸੰਸਾਰ, ਇਹ ਦੁਖਾਂਤ ਇਹ ਹੈ ਵੀ ਅਸੀਂ ਅਜੇ ਮੁੱਖ ਗੁਰੂ ਵੱਲ ਕੀਤਾ ਹੀ ਨਹੀਂ, ਗੁਰਬਾਣੀ ਵੱਲ ਆਏ ਹੀ ਨਹੀਂ। ਇੱਕ ਵਾਰ ਵੀ ਕਿਤੇ ਸਵਈਏ ਮਹਾਰਾਜ ਸਾਹਿਬ ਜੀ ਕੀ ਬਾਣੀ ਕੇ ਦਰਸ਼ਨ ਇੱਕ ਵਾਰ ਪੜ੍ਹ ਲਈਏ, ਵਿਚਾਰ ਨਾਲ ਜੁੜ ਜਾਈਏ, ਮਜਾਲ ਕੀ ਮਨ ਕਿਸੇ ਦੂਜੇ ਪਾਸੇ ਚਲੇ ਤਾਂ ਦਿਨੇ ਰਾਤ ਉੱਠਦਾ ਬਹਿੰਦਾ ਸੁੱਤਾ ਇੱਕੋ ਹੀ, ਜਾਂ ਤੇ ਵਾਹਿਗੁਰੂ ਕਰੇਗਾ ਤੇ ਜਾਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਚਨ ਆਉਣਗੇ। ਇਹ ਵੱਡੀ ਬਰਕਤ ਹੈ। ਭੱਟ ਜੀ ਕਹਿੰਦੇ ਨੇ, ਜਿਹ ਸਤਿਗੁਰੂ ਸਿਮਰੰਤ ਨੈਣ ਕੇ ਤਿਮਰ ਮਿਟੈ ਖੇਣਾ। ਇਹ ਬਚਨ ਨੇ ਬਾਣੀ ਦੇ। ਜੇ ਸਤਿਗੁਰੂ ਨੂੰ ਯਾਦ ਕੀਤਾ, ਸਿਮਰੰਤ ਸਿਮਰਨ ਚੇਤਾ ਕੀਤਾ, ਨੈਣ ਕੇ ਤਿਮਰ, ਆ ਨੇਤਰ ਨੇ, ਨੈਣ ਤਿਮਰ ਇਹਦੇ ਲਫ਼ਜ਼ੀ ਅਰਥ ਨੇ ਹਨੇਰਾ। ਚਲੋ ਉੱਦਾਂ ਤੇ ਕੋਈ ਹਨੇਰਾ ਨਹੀਂ ਹੈ ਨੇਤਰਾਂ ਵਿੱਚ, ਸਾਡੇ ਸਾਰਿਆਂ ਦੇ ਅੰਦਰ ਸੁੱਤੇ ਸਿੱਧ ਰੱਬ ਦੀ ਜੋਤ ਪ੍ਰਕਾਸ਼ ਹੈ, ਆਪਾਂ ਸੰਸਾਰ ਵੇਖ ਰਹੇ ਹਾਂ, ਪਰੰਤੂ ਅਗਿਆਨਤਾ ਵਾਲਾ ਹਨੇਰਾ ਇਹਨਾਂ ਵਿੱਚ ਅਜੇ ਵਿਰਾਜਮਾਨ ਹੈ। ਜੀਵਨ ਨੂੰ ਪਰਖਣ ਵਾਲੀ ਜਿਹੜੀ ਅੱਖ ਹੈ, ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਦੇ ਅਨੁਭਵ ਵਾਲੀ ਜਿਹੜੀ ਗਿਆਨ ਵਾਲੀ ਜਿਹੜੀ ਦ੍ਰਿਸ਼ਟੀ ਹੈ, ਉਹ ਅਜੇ ਨਹੀਂ ਹੈ। ਮਹਾਰਾਜ ਸਾਹਿਬ ਕਹਿੰਦੇ ਨੇ, ਕਰੋ ਗੁਰੂ ਰਾਮਦਾਸ ਜੀ ਕੇ ਦਰਸ਼ਨ। ਜੇ ਸਤਿਗੁਰੂ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਇੱਕ ਖਿਨ ਵਿੱਚ ਸਾਰਾ ਹਨੇਰਾ ਮੁਕਾ ਦੇਣਗੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਕਿਉਂਕਿ ਮੈਂ ਬੇਨਤੀ ਕੀਤੀ, ਇਹ ਸਵਈਏ ਭਾਵੇਂ ਠੀਕ ਨੇ, ਭੱਟਾਂ ਦੇ ਲਿਖੇ ਨੇ, ਪਰ ਭੱਟ ਜੀ ਵੀ ਉਦੋਂ ਲਿਖ ਰਹੇ ਨੇ ਜਦੋਂ ਸਾਖਸ਼ਾਤ ਉਸ ਦਰਬਾਰ ਵਿੱਚ ਬੈਠ ਕਰਕੇ ਆਪਣੀਆਂ ਨੇਤਰਾਂ ਨਾਲ ਉਸ ਗੁਰੂ ਦਾ ਦੀਦਾਰ ਕਰ ਰਹੇ ਨੇ, ਆਪਣੀਆਂ ਅੱਖਾਂ ਨਾਲ ਗੁਰੂ ਨੂੰ ਤੱਕ ਰਹੇ ਨੇ, ਆਪਣੀਆਂ ਕੰਨਾਂ ਨਾਲ ਗੁਰੂ ਦੀ ਬਾਣੀ ਸੁਣ ਰਹੇ ਨੇ, ਤੇ ਗੁਰੂ ਘਰ ਵਿੱਚ ਹੋਣ ਵਾਲੀ ਹਰ ਵੱਡੀ ਬਖਸ਼ਿਸ਼ ਨੂੰ ਆਪ ਵਿੱਚ ਹਾਜ਼ਰ ਹੋ ਕੇ ਮਾਣ ਰਹੇ ਨੇ। ਐਵੇਂ ਥੋੜਾ ਕਿਤੇ ਕੋਈ ਐਡੀ ਕਵੀ ਭਾਵੇਂ ਕਿੱਡਾ ਹੀ ਮਰਜ਼ੀ ਵੱਡਾ ਅਨੁਭਵੀ ਹੋਵੇ, ਪਰ ਜਦੋਂ ਤੱਕ ਉਹ ਮੌਕਾ ਵਾਰਦਾਤ ਹਾਲਾਤ ਨਹੀਂ ਨਾ ਤੱਕਦਾ, ਉਹ ਉਸ ਥਾਂ ਦੀ ਉੱਦਾਂ ਸਿਫਤ ਨਹੀਂ ਕਰ ਸਕਦਾ। ਸੋ ਉਹਨਾਂ ਲਿਖਿਆ, ਕਹਿੰਦੇ ਨੇ, ਜਿਹ ਸਤਿਗੁਰੂ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜਿਹ ਸਤਿਗੁਰੂ ਸਿਮਰੰਤ ਹਿਰਦੈ ਹਰਿ ਨਾਮ ਦਿਨੋਂ ਦਿਨ। ਜਿਸ ਗੁਰੂ ਦਾ ਸਿਮਰਨ ਕੀਤਿਆਂ, ਅਜੇ ਤੇ ਅਸੀਂ ਕਹਿੰਦੇ ਹਾਂ ਨਾ, ਨਾਮ ਬਾਣੀ 'ਚ ਬਿਰਤੀ ਨਹੀਂ ਜੁੜਦੀ। ਭੱਟ ਜੀ ਕਹਿੰਦੇ ਨੇ, ਤੁਸੀਂ ਇੱਕ ਵਾਰ ਪਿਆਰ ਨਾਲ ਗੁਰੂ ਰਾਮਦਾਸ ਜੀ ਕੇ ਧਿਆਨ ਵਿੱਚ ਆ ਕੇ ਜੋਦੜੀ ਤੇ ਕਰਕੇ ਵੇਖੋ ਗੁਰਸਿੱਖੋ, ਇੱਕ ਵਾਰ ਕਹਿ ਕੇ ਤੇ ਵੇਖੋ ਗੁਰੂ ਰਾਮਦਾਸ ਸਾਹਿਬ ਜੀਓ ਕੋ, ਜਿਨ੍ਹਾਂ ਦੇ ਅੰਦਰੋਂ ਨਾਮ ਚੜ੍ਹਦਾ ਹੈ, ਜਿਨ੍ਹਾਂ ਦੇ ਵਿੱਚੋਂ ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤਪੁਰ ਕੈ ਰਾਮ ਰਾਜ, ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ। ਇਹ ਕੋਈ ਕਹਿਣ ਦੀਆਂ ਬਾਤਾਂ ਨੇ ਜਾਂ ਇਕੱਲੇ ਲਫ਼ਜ਼ੀ ਬੋਲ ਥੋੜਾ ਨਹੀਂ। ਭੱਟ ਜੀ ਕਹਿੰਦੇ ਨੇ, ਛੁਟੰਤ ਪ੍ਰਵਾਹ ਅਮਿਓ ਅਮਰਾਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਬ ਜਿਨੂੰ ਸੇਵਾ ਕਰੀਆ, ਤਿਨ ਭਉ ਨਿਵਾਰ ਅਨਭੈ ਰਸ ਦੀਨਾ, ਸ਼ਬਦ ਮਾਤਰ ਤੇ ਉਦਰ ਧਰੇ, ਕਬ ਕਲ ਠਾਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਰ ਭਰੇ। ਏਡਾ ਭਰਿਆ ਸਰੋਵਰ ਨਾਮ ਨਾਲ। ਕਹਿੰਦੇ ਨੇ, ਕਿਉਂ ਨਹੀਂ ਯਾਦ ਆਵੇਗਾ ਸਿੱਖਾ, ਤੂੰ ਇੱਕ ਵਾਰ ਨੇਤਰ ਬੰਦ ਕਰਕੇ ਗੁਰੂ ਦੇ ਧਿਆਨ ਵਿੱਚ ਆ ਕੇ ਧੰਨ ਗੁਰੂ ਰਾਮਦਾਸ ਕਹਿ ਕੇ ਗੁਰੂ ਨੂੰ ਕਹਿ ਕੇ ਤੇ ਵੇਖ ਸੱਚ ਜਾਣੋ, ਦੁਖਾਂ ਤੇ ਸਾਨੂੰ ਤੇ ਜੀ ਕਹਿਣਾ ਵੀ ਨਹੀਂ ਆਇਆ। ਦੋਸ਼ ਅਸੀਂ ਫਿਰ ਆਪਣੇ ਗੁਰੂ ਨੂੰ ਦਿੰਦੇ, ਆਪ ਅਸੀਂ ਫਿਰ ਸੁਰਖਰੂ। ਸੋ ਭੱਟ ਜੀ ਕਹਿੰਦੇ ਨੇ, ਜਿਹ ਸਤਿਗੁਰੂ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜਿਹ ਸਤਿਗੁਰੂ ਸਿਮਰੰਤ ਹਿਰਦੈ ਹਰਿ ਨਾਮ ਦਿਨੋਂ ਦਿਨ, ਜਿਹ ਸਤਿਗੁਰੂ ਸਿਮਰੰਤ ਜੀ ਕੀ ਤਪਤ ਮਿਟਾਵੇ। ਹੁਣ ਤਪਤ ਕੀ ਹੈ? ਆ ਵੇਖੋ, ਆ ਮਨ ਦਾ ਐਸਾ ਭੈੜਾ ਸੁਭਾਅ ਹੈ, ਕਿਸੇ ਨਾਲ ਕੋਈ ਵਾਹ ਵਾਸਤਾ ਵੀ ਨਹੀਂ, ਕੋਈ ਲੈਣ ਦੇਣ ਵੀ ਨਹੀਂ, ਅਗਲਾ ਭਾਵੇਂ ਗੱਲ ਮੁਕਾ ਵੀ ਚੁੱਕਿਆ ਹੋਵੇ, ਆਪਾਂ ਫਿਰ ਵੀ ਕਈ ਵਾਰ ਮਨ ਹੀ ਮਨ ਉਹਦੇ ਨਾਲ ਲੜਦੇ ਬੋਲਦੇ ਰਹਿੰਦੇ ਆ, ਤਪਦਾ ਰਹਿੰਦਾ। ਬਾਬਾ ਜੀ ਨੇ ਬਾਣੀ 'ਚ ਕਿਹਾ, ਜੀਓ ਤਪਦਾ ਬਾਰੋ ਬਾਰ। ਹੁਣ ਇਹ ਥੋੜਾ ਵੀ ਕੋਈ ਕੋਲੇ ਵਾਲੀ ਅੱਗ ਬਲਦੀ ਤਾਂ ਤਪਦਾ,
ਇਹ ਥੋੜਾ ਕੋਈ ਸੰਸਾਰ, ਇਹ ਤਪਦਾ ਪਿਆ। ਕਿਉਂ? ਕੋਇਲੇ ਪਾਪ ਪੜੇ ਤੇਰੇ ਉੱਪਰ, ਮਨ ਜਲਿਆ ਸੰਨੀ ਚਿੰਤ ਪਈਏ ਤਾਂ ਤਪਦਾ। ਸੋ ਜਿਹੜਾ ਜੀਅ ਤਪਦਾ ਹੈ, ਵਾਰ-ਵਾਰ ਮਨੁੱਖ ਦੇ ਅੰਦਰ ਇਹ ਫੁਰਨੇ ਚਿਤਵਣੀਆਂ ਆਉਂਦੀਆਂ ਨੇ। ਮਹਾਰਾਜ ਕਹਿੰਦੇ ਛੱਡੋ ਸਾਰੀ ਗੱਲ ਨੂੰ, ਇੱਕ ਵਾਰ ਗੁਰੂ ਰਾਮਦਾਸ ਜੀ ਕੇ ਚਰਨਾਂ ਦਾ ਧਿਆਨ ਕਰੀਏ। ਭੱਟ ਜੀ ਕਹਿੰਦੇ ਛੱਡੋ, ਪਾਸੇ ਹੋਵੇ। ਜਦੋਂ ਵੀ ਮੈਂ ਤੇ ਬੇਨਤੀ ਕਰਾਂ, ਜੇ ਸਹੀ ਮਾਇਨੇ 'ਚ ਆਪਾਂ ਗੁਰੂ ਕੇ ਸਿੱਖ ਬਣਨਾ ਹੈ ਨਾ, ਜਦੋਂ ਵੀ ਕਿਤੇ ਮਨ ਇਸ ਪਾਸੇ ਨੂੰ ਜਾਵੇ, ਉਹਨਾਂ ਗੱਲਾਂ ਵਿੱਚ ਤੁਰੇ ਜਿਨ੍ਹਾਂ ਨਾਲ ਸਾਡਾ ਕੋਈ ਵਾਹ ਵਾਸਤਾ ਵੀ ਨਹੀਂ, ਤੇ ਐਵੇਂ ਹੀ ਮਨ ਕਈ ਵਾਰ ਉੱਧਰ ਤੁਰ ਪੈਂਦਾ, ਦਿਨੇ ਰਾਤ ਖਲਾਰੇ ਪਾਈ ਜਾ। ਉਸੇ ਵਕਤ ਮਨ ਨੂੰ ਮੋੜਿਆ ਕਰੋ ਤੇ ਕਿਆ ਕਰੋ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਰੋਕ ਇਹਨੂੰ। ਇਹ ਹੋਵੇਗਾ, ਮੈਂ ਝੂਠ ਨਹੀਂ ਬੋਲਦਾ। ਗੁਰੂ ਕੀ ਹਜ਼ੂਰੀ 'ਚ ਬੈਠ ਕਰਕੇ ਤੁਸੀਂ ਪ੍ਰੈਕਟੀਕਲ ਕਰਕੇ ਵੇਖਿਓ, ਜ਼ਿੰਦਗੀ 'ਚ ਪਤਾ ਵੀ ਨਹੀਂ ਲੱਗਣਾ ਕਿਹੜੇ ਵੇਲੇ ਇਹਨੂੰ ਬੰਨਾ ਲੱਗ ਜਾਣਾ। ਇਹ ਭੱਟ ਜੀਆਂ ਦਾ ਅਨੁਭਵੀ ਨੁਕਤਾ ਹੈ। ਉਹਨਾਂ ਦਰਬਾਰ 'ਚ ਬਹਿ ਕੇ ਉਹ ਰਸ ਮਾਣ ਕੇ ਫਿਰ ਗੱਲ ਲਿਖੀ, ਕਿਉਂਕਿ ਲਿਖਤ ਬਹੁਤ ਔਖੀ ਹੁੰਦੀ ਹੈ ਦੇਣੀ। ਜਿਹ ਸਤਿਗੁਰੂ ਸਿਮਰੰਤ ਜੀ ਕੀ ਤਪਤ ਮਿਟਾਵੈ, ਜਿਹ ਸਤਿਗੁਰੂ ਸਿਮਰੰਤ, ਅੱਗੇ ਉਹਨਾਂ ਵਚਨ ਲਿਖ ਦਿੱਤਾ, ਰਿੱਧ ਸਿੱਧ ਨੌ ਨਿੱਧ ਪਾਵੈ। ਅੱਜ ਜਿਨ੍ਹਾਂ ਦੌਲਤਾਂ ਲਈ, ਜਿਨ੍ਹਾਂ ਰਿੱਧੀਆਂ ਸਿੱਧੀਆਂ ਲਈ, ਜਿਨ੍ਹਾਂ ਪ੍ਰਾਪਤੀਆਂ ਲਈ ਸਾਡੇ ਵਰਗੇ ਸੰਸਾਰਿਕ ਮਨੁੱਖ ਹਿਰਦੇ ਲਲਚਾਉਂਦੇ ਫਿਰਦੇ ਨੇ, ਜਿਹੜੇ ਧਨ ਨੂੰ ਅਸੀਂ ਮੰਗਦੇ ਹਾਂ, ਜਿਹੜੀਆਂ ਪਦਵੀਆਂ, ਜਿਹੜੀ ਸੰਸਾਰਿਕ ਸ਼ੌਹਰਤ, ਜੋ ਕੁੱਲੀ ਸਾਡੇ ਮਨ ਵਿੱਚ ਜਿਹੜੀਆਂ ਕਾਮਨਾਵਾਂ ਨੇ, ਸਿੱਧੇ ਤੌਰ 'ਤੇ ਜਿਹੜੀਆਂ ਸਾਡੀਆਂ ਮੰਗਾਂ ਨੇ, ਮਹਾਰਾਜ ਸਾਹਿਬ ਕਹਿੰਦੇ ਨੇ, ਭੱਟ ਜੀ ਕਹਿੰਦੇ ਨੇ, ਇੱਧਰ ਆ, ਗੁਰਮੁਖਾ ਗੁਰੂ ਰਾਮਦਾਸ ਜੀ ਕੀ ਹਜ਼ੂਰੀ ਵਿੱਚ ਆ। ਬਸ ਤੂੰ ਗੁਰੂ ਤੋਂ ਸਿੱਖ ਕੇ ਇੱਕ ਵਾਰ ਸਿਮਰਨ ਕਰ। ਕਹਿ ਗੁਰੂ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਰਿੱਧੀਆਂ ਵੀ ਤੇਰੇ ਕੋਲ ਆਉਣਗੀਆਂ, ਸਿੱਧੀਆਂ ਵੀ ਆਉਣਗੀਆਂ, ਨਿੱਧੀਆਂ ਵੀ ਆਉਣਗੀਆਂ, ਕੋਈ ਤਰ੍ਹਾਂ ਦਾ ਖਜ਼ਾਨਾ ਨਹੀਂ ਹੈ। ਵੇਖੋ ਆ ਜਿਨ੍ਹਾਂ ਦੀ ਗੋਦ ਵਿੱਚ ਬੈਠੇ ਹੋ ਨਾ ਗੁਰਮੁਖੋ, ਇਹ ਵੀ ਸੋਢੀ ਵੰਸ਼ੀ ਨੇ। ਪਿਤਾ ਗੁਰੂ ਰਾਮਦਾਸ ਸਾਹਿਬ ਜੀ, ਅੱਗੇ ਪੁੱਤਰ ਗੁਰੂ ਅਰਜਨ ਦੇਵ ਸਾਹਿਬ ਜੀ, ਅੱਗੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ, ਚੌਥੇ ਥਾਂ ਤੇ ਪੀੜ੍ਹੀ ਵਿੱਚ ਹੀ ਗੁਰੂ ਕਲਗੀਧਰ ਸਾਹਿਬ ਜੀ। ਇਹ ਇਸੇ ਤਰ੍ਹਾਂ ਪੀੜ੍ਹੀ ਚੱਲੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਕੁੱਲ ਤੇ ਉਹੀ ਹੈ ਨਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾਦਾ ਪੜਦਾਦਾ, ਸੋਢੀ ਕੁੱਲ, ਤੇ ਨਾਮ ਪਿੱਛੇ ਲਕਬ ਵੀ ਨੇ, ਘਰ ਨੌ ਨਿਧਾਵੈ ਧਾਏ। ਭੱਟ ਜੀ ਉੱਥੇ ਗੱਲ ਕਰ ਰਹੇ ਨੇ 9ਵੇਂ ਜਾਮੇ 'ਚ। ਅੱਗੇ ਫਿਰ ਇਹ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਹ ਗੱਲ ਦੁਹਰਾਈ ਹੈ, ਜਿਹ ਸਤਿਗੁਰੂ ਸਿਮਰੰਤ ਰਿੱਧ ਸਿੱਧ ਨੌ ਨਿੱਧ ਪਾਵੈ। ਅਖੀਰਲੀ ਤੁਕ ਵਿੱਚ ਫਿਰ ਉਹਨਾਂ ਮੁੱਖ ਦੀ ਗੱਲ ਕੀਤੀ, ਕਹਿ ਲੱਗੇ, ਸੋਈ ਰਾਮਦਾਸ ਗੁਰ ਬਲ ਭਣ। ਭੱਟ ਬਲ ਜੀ ਕਹਿੰਦੇ ਨੇ, ਸੋਈ ਉਹ ਜਿਨ੍ਹਾਂ ਦਾ ਅੱਜ ਪ੍ਰਕਾਸ਼ ਆਪਾਂ ਮਨਾ ਰਹੇ ਹਾਂ, ਜਿਨ੍ਹਾਂ ਦੀ ਬਾਣੀ, ਜਿਨ੍ਹਾਂ ਦਾ ਸ਼ਬਦ ਬੜਾ ਵੱਡਾ, ਸੋਈ ਰਾਮਦਾਸ ਗੁਰ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਸਿਰਿਆ ਤੇ ਨੇ ਸਵਾਰਿਆ। ਬਲ, ਭੱਟ ਬਲ ਜੀ, ਭਣ ਆਪਣੇ ਮੁਖ ਤੋਂ, ਇਹਦੇ ਲਫ਼ਜ਼ੀ ਅਰਥ ਨੇ ਕਹਿ, ਉਚਾਰਨ ਕਰ ਸਿੱਖਾ। ਕਿਉਂ ਨਹੀਂ ਕਰਦਾ? ਤੇਰਾ ਗੁਰੂ ਹੈ, ਕਰਨਾ ਚਾਹੀਦਾ ਹੈ ਸਿਜਦਾ। ਮੈਂ ਬੇਨਤੀ ਕਰਾਂ, ਬਹੁਤਾ ਚਲੋ ਮੈਂ ਨਹੀਂ ਕਹਿੰਦਾ, ਅੱਜ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਨਾ ਗੁਰਮੁਖੋ, ਜੇ ਤੇ ਕਿਸੇ ਸਵੇਰੇ ਕੀਤਾ ਚੰਗੀ ਗੱਲ, ਨਹੀਂ ਤਾਂ ਅਜੇ ਪਏ ਨੇ ਕਈ ਘੰਟੇ ਦਿਨ ਦੇ ਬਕਾਇਆ। ਸ਼ਾਮ ਤੱਕ ਤੁਸੀਂ ਕਿਤੇ ਇੱਕ ਘੜੀ ਬਹਿ ਕੇ ਧੰਨ ਗੁਰੂ ਰਾਮਦਾਸ, ਉਹਨਾਂ ਦੀ ਯਾਦ ਵਿੱਚ ਵਾਹਿਗੁਰੂ ਦਾ ਸਿਮਰਨ ਕਰਕੇ ਵੇਖ ਲਓ, ਤੁਹਾਨੂੰ ਅੱਜ ਹੀ ਪਤਾ ਲੱਗ ਜਾਏਗਾ। ਇਹ ਕੋਈ ਫੋਕੀ ਗੱਲ ਨਹੀਂ ਹੈ ਕਿਤੇ ਕਹੋ ਵੀ ਗੁਰੂ ਕੀ ਹਜ਼ੂਰੀ 'ਚ। ਗੁਰੂ ਦੇ ਸਿਮਰਨ ਵਿੱਚ ਤੇ ਐਡੀ ਕੋਈ ਬਰਕਤ ਹੈ, ਮਨੁੱਖ ਤੋਂ ਗਿਣੀ ਮਿੱਥੀ ਨਹੀਂ ਜਾਂਦੀ। ਮਹਾਰਾਜ ਸਾਹਿਬ ਨੇ ਤੇ ਇੱਥੋਂ ਤੱਕ ਲਿਖ ਦਿੱਤਾ ਵੀ ਜਿਹਨੇ ਗੁਰੂ ਨੂੰ ਜਪਿਆ ਨਾ, ਬਲਿਆਰੀ ਗੁਰੇ ਆਪਣੇ ਦਿਵਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇੱਕ ਖਿੰਨ ਵਿੱਚ ਸਾਰੀ ਜ਼ਿੰਦਗੀ ਤਬਦੀਲ ਕਰਕੇ ਰੱਖ ਦਿੰਦਾ ਜੀ। ਮਹਾਰਾਜ ਸਾਹਿਬ ਕਹਿੰਦੇ ਨੇ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧੰਨ ਧੰਨ ਕਰੋ। ਜੇ ਸਤਿਗੁਰੂ ਲਗ ਹਰ ਪਾਈਐ, ਸੋ ਸਤਿਗੁਰੂ ਸਿਮਰੋ ਨਰੋ। ਇਹ ਬਚਨ ਲਿਖੇ, ਕਿਉਂਕਿ ਜੇ ਸ਼ੁੱਧ ਆਪਾਂ ਬਾਣੀ ਦਾ ਉਚਾਰਨ ਕਰਾਂਗੇ ਨਾ, ਇੱਕ ਇੱਕ ਲਫ਼ਜ਼ ਆਪੇ ਹੀ ਆਪਣੇ ਅਰਥ ਛੱਡ ਜਾਂਦਾ। ਇਹ ਲਗ ਮਾਤਰ ਜਿਸ ਢੰਗ ਨਾਲ ਬਾਣੀ 'ਚ ਲੱਗੀ ਹੈ ਨਾ, ਪਾਠ ਕਰਨ ਵਾਲਾ ਗੁਰਮੁਖ ਸ਼ੁੱਧ ਤਰੀਕੇ ਨਾਲ ਬਾਣੀ ਪੜ੍ਹੇ, ਅਰਥ ਆਪੇ ਹੀ ਸ਼ਬਦ ਛੱਡੀ ਜਾਂਦਾ, ਕੋਈ ਬਹੁਤਾ ਵਲਵਲੇਵਾ ਨਹੀਂ। ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧੰਨ ਧੰਨ ਕਰੋ। ਜਹ ਸਤਿਗੁਰੂ ਲਗ ਪ੍ਰਭ ਪਾਈਐ। ਜਿਹੜੇ ਗੁਰੂ ਦੇ ਚਰਨ ਫੜ ਕੇ ਸਾਨੂੰ ਅਕਾਲ ਪੁਰਖ ਪਰਮਾਤਮਾ ਦੀ ਹਜ਼ੂਰੀ ਮਿਲਦੀ ਹੈ। ਤੇ ਅੱਜ ਤੁਕ ਕੀ ਆਈ ਹੈ ਬਾਣੀ ਦੀ? ਹਉ ਵਾਰੀ ਜਿਉ ਵਾਰੀ, ਜਗ ਜੀਵਨ ਮਨ ਵਸਾਵਣਿਆ। ਇਹ ਰਹਾਉ ਕੀ ਟੇਕ ਆਈ ਸ਼ਬਦ ਵਿੱਚ। ਚਲੋ ਸ਼ਬਦ ਦੇ ਬਹੁਤੇ ਵਿਸਤਾਰ 'ਚ ਆਪਾਂ ਨਹੀਂ ਗਿਆ। ਕਹਿੰਦੇ ਨੇ, ਜੇ ਸਤਿਗੁਰੂ ਲਗ ਪ੍ਰਭ ਪਾਈਐ, ਸੋ ਸਤਿਗੁਰੂ ਸਿਮਰੋ ਨਰੋ। ਇਹ ਸੰਸਾਰ ਦੇ ਲੋਕੋ, ਤੁਸੀਂ ਉਸ ਗੁਰੂ ਦਾ ਸਿਮਰਨ ਕਰਕੇ ਵੇਖੋ
ਇਹ ਬਹੁਤ ਵੱਡੀ ਕਿਰਪਾ ਹੈ। ਚਲੋ ਬਾਣੀ ਦੇ ਸਾਰੇ ਸਵਈਏ ਤੇ ਮੈਂ ਨਹੀਂ ਕਥਨ ਕਰ ਸਕਦਾ, ਪਰ ਮੈਂ ਬੇਨਤੀ ਜ਼ਰੂਰ ਕਰਾਂਗਾ ਵੀ ਜੇ ਅੱਜ ਅਸੀਂ ਇਹ ਦਿਨ ਮਨਾਉਣਾ ਤੇ ਅੱਜ ਵੀ ਗੁਰਮੁਖ ਪਿਆਰਿਓ ਉਸ ਸਵਈਆਂ ਦਾ ਪਾਠ ਜ਼ਰੂਰ ਕਰਨਾ, ਕਿਉਂਕਿ ਉਹਨਾਂ 'ਚ ਬੜੀ ਜਾਮ ਗੁਰੂ ਹੋਏ ਵੱਲ ਧਨੈ ਕਿਆ ਗਾਰਵ ਦੀਜੈ, ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਹੈ ਕਰ, ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਪਟ ਬੇਨਤ ਕਹੈ, ਜੋ ਗੁਰੂ ਨਾਮ ਰਿੱਧ ਮੈਂ ਧਰੈ, ਸੋ ਜਨਮ ਮਰਨ ਦੂਹ ਤੇ ਰਹਿ। ਦੂਹ ਤੇ ਦੋਵਾਂ ਥਾਵਾਂ ਤੋਂ ਉਤੋਂ ਭੱਟ ਜੀ ਕਹਿੰਦੇ ਨੇ ਵੱਡੀ ਕਿਰਪਾ ਹੈ ਮਹਾਰਾਜ ਸਾਹਿਬ। ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ, ਧਰਮ ਪੰਥ ਧਰਿਓ ਧਰਨੀ ਧਰ, ਆਪ ਲਿਵ ਧਾਰਨਾ ਹੀ ਨਾ ਧਾਵਤ। ਬੜੀਆਂ ਵੱਡੀਆਂ ਬਾਤਾਂ ਮਹਾਰਾਜ ਸਾਹਿਬ ਜੀਓ ਕੇ ਜੀਵਨ 'ਚੋਂ ਸਾਨੂੰ ਮਿਲਦੀਆਂ ਨੇ। ਸੋ ਅੱਜ ਸਮੁੱਚੇ ਸੰਸਾਰ ਭਰ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ। ਇੱਥੇ ਵੀ ਮੈਂ ਸਾਰੀ ਸੰਗਤ ਨੂੰ ਮਹਾਰਾਜ ਸਾਹਿਬ ਜੀ ਕੇ ਨਾ ਪੁਰਬਾਂ ਦੀ ਲੱਖ ਲੱਖ ਵਧਾਈ ਦੇਵਾਂਗਾ।